ਮਿਸਟਰ ਇਮਰਾਨ ਜੀ ਜੀ हाँ जी ਇਹ ਅੱਜ ਕਿਤੇ ਨਜ਼ਰ ਹੀ ਨਹੀਂ ਆਏ ਤੇ ਗੋਲਮੋਲ ਹੀ ਕਰਕੇ ਲੈ ਤੁਰ ਗਏ ਨੂੰ ਮੁਫਤੀ ਸਾਹਿਬ। नहीं वो तो मुफ्ती साहब के तो माशाल्लाह कदी भी तू तैयार हो ਇਸ ਮੌਜੂ ਤੇ ਗੁਫ਼ਤਗੂ ਸ਼ੁਰੂ ਕਰੀਏ ਇਮਰਾਨ। ਗੁਫ਼ਤਗੂ ਬੜੀ ਛੇਤੀ ਸ਼ੁਰੂ ਕਰਦੇ ਹੋ, ਸ਼ਰਾਇਤ ਕੋਈ ਵੀ ਨਹੀਂ ਰੱਖਦੇ। ਚਲੋ ਜੀ ਸ਼ਾਹਿਦ ਭਾਈ ਤੁਸੀਂ ਨਾ ਮੇਰੀ ਤਰਫੋਂ ਮੈਂ ਤੁਹਾਨੂੰ ਇਜਾਜ਼ਤ ਦੇਣਾ ਵਾਂ, ਜਿਹੜੀ ਸ਼ਰਤ ਹੈ ਕਹਿੰਦਾ ਜੇ ਨਾ ਉਹ ਤੁਸੀਂ ਕਾਪੀ ਪੈਨਸਲ ਲੈ ਕੇ ਲਿਖ ਲਵੋ। ठीक हो गया। अच्छा जी इतने 40 बंदे सुनते ने पे इमरान पहले तो मैनू दस तू सौना तो नहीं है तेरे को करदा घंटा है वे ਨਹੀਂ ਗੱਲ ਕੱਲ ਹੋਏਗੀ, ਸ਼ਰਾਇਤਾਂ ਦੱਸੋ ਆਪ। अच्छा शरायता मुफ्ती साहब अज तय कर लेते हैं ਕੱਲ ਗੱਲ ਵਧੀ ਅਜੇ ਤੂੰ ਕਹਿ ਰਿਹਾ ਫਿਰ ਕੱਲ ਗੱਲ ਵਧੀ ਇਹ ਮਤਲਬ ਕੱਲ ਹੀ ਨਹੀਂ ਆ ਰਹੀ ਯਾਰ नहीं नहीं देखो जी चीमा साहब नहीं जी गल इंसाफ दी है वो ऑलरेडी कह रहा सी कि मैं सौन चला वा तुहाडे आउण तो पहले ਉਹਨੇ ਕਿਹਾ ਸੀ कि मैं सौन चला लेकिन ਇਹ अच्छी गल है कि जे अज शर्त तय हो जाए ताकि कल टाइम ना वेस्ट होए। कल इमरान साहब तुसी दसो ए लिखा दा कादियानी मुनाजरा हयाते ईसा इब्ने मरियम अलैहिस्सलाम का सबूत कलाम इलाही से नहीं जी एक मिनट जी मैं ना दोबारा लिखन लगा जे हुण ठीक है। ਉਹ ਜਿਹੜੀਆਂ 6 ਸ਼ਰਤਾਂ ਇਹਨਾਂ ਨੇ ਪਹਿਲੇ ਲਹਾਈਆਂ ਸਨ ਉਹਨੂੰ ਅਸੀਂ ਹਜੇ ਰਹਿਣ ਦਿੰਦੇ ਆ। ਲੋ ਜੀ ਹੁਣ ਦੁਬਾਰਾ ਸ਼ਰਤਾਂ ਕਾਲੂ ਸਾਹਿਬ ਤੁਸੀਂ ਆਪਣੀਆਂ ਲਹਾ ਦਿਓ। ਸ਼ਰਤਾਂ ਤੁਸੀਂ ਦੱਸੋ, ਤੁਸੀਂ ਹਰ ਗੱਲ ਤੁਸੀਂ ਮੁਫਤੀ ਸਾਹਿਬ ਸ਼ਰਤਾਂ ਤੁਸੀਂ ਦੱਸੋ ਕਿਹੜੀ ਸ਼ਰਤ ਤੂੰ ਗੱਲ ਕਰਨਾ ਚਾਹੁੰਦੇ। ਭਾਈ ਮੈਨੂੰ ਤੁਹਾਡੀ ਮੈਂ ਕਹਿਣਾ ਨਾ ਪਿਆ ਸੀ ਤੁਹਾਡੇ ਤੇ ਛੱਡੀਏ ਕਿ ਤੁਹਾਨੂੰ ਸਾਨੂੰ ਦੁਨੀਆ ਦੀ ਹਰ ਸ਼ਰਤ ਤੁਹਾਡੀ ਕਬੂਲ ਹੈ। ਕਿਹੜੇ ਅਸੂਲਾਂ ਤੇ ਗੱਲ ਕਰਨੀ ਚਾਹੀਦੀ ਹੈ? अच्छा हम मुफ्ती साहब गल करेंगे प्लीज सारे म्यूट कर लो जी। मुफ्ती साहब तो इमरान ਕੀ साहब ਨੇ ਅਸੂਲ ਮੁਫਤੀ ਸਾਹਿਬ ਗੱਲਬਾਤ ਕਰਨ ਦੇ? ਭਾਈ ਦੱਸੋਗੇ ਤੁਸੀਂ ਦੱਸਣਾ ਨਾ ਜੀ, ਮੈਂ ਤਾਂ ਕਹਿੰਦਾ ਸਾਨੂੰ ਕਬੂਲ ਹੈ, ਜਿੰਜ ਕਹੋਗੇ ਕਬੂਲ ਹੈ। ਇੰਜ ਕਬੂਲ ਹੈ, ਕੋਈ ਸ਼ਰਤ ਵੀ ਹੁੰਦੀ ਹੈ, ਕੋਈ ਗੱਲਬਾਤ ਕਰਨ ਦਾ ਤਰੀਕਾ ਵੀ ਹੁੰਦਾ ਹੈ ਕਿ ਬਸ ਕਬੂਲ ਹੈ? ਯਾਰ ਮੈਂ ਤਾਂ ਕਹਿੰਦਾ ਪਿਆ ਕਾਲੂ ਤੂੰ ਦੱਸ ਤੇ ਸਹੀ, ਤੂੰ ਪਹਿਲੇ ਵੀ ਦੇਖ ਉਹ 6 ਸ਼ਰਤਾਂ ਲਹਾਈਆਂ ਸਨ ਤੇ 6 ਮੌਜੂ ਤੂੰ ਲਹਾਏ ਸਨ। ਤੂੰ ਉਸ ਨਾ ਹੀ ਉਹਨਾਂ ਸ਼ਰਤਾਂ ਤੇ ਤੂੰ ਟਿਕਿਆ ਤੇ ਨਾ ਹੀ ਉਹਨੂੰ ਟਿਕਿਆ। ਆਹੋ ਕੋਈ ਵੀ ਨਹੀਂ, ਤੂੰ ਹੀ ਨਹੀਂ ਹੋ ਟਿਕੇ ਕਿ ਮੈਂ ਨਹੀਂ ਹਾਂ ਟਿਕੇ? ਉਹ ਅਜੇ ਤੱਕ ਵੀ ਲਿਖੀਆਂ ਪਈਆਂ ਜਾਂਦੇ ਹੋ ਤੇ ਮੈਂ ਡਾਇਰੀ ਖੋਲ ਲੈਣਾ। ਉਹ ਕਬੂਲ ਤਾਂ ਕੋਈ ਨਹੀਂ ਕਰਦੇ। ਮੈਂ ਦੁਬਾਰਾ ਡਾਇਰੀ ਖੋਲ ਲੈਣਾ ਵਾ। ਚਲੋ ਦੁਬਾਰਾ ਲਹਾਓ ਆਪਣੀਆਂ ਸ਼ਰਤਾਂ ਕੀ ਜੇ ਮੁਫਤੀ ਸਾਹਿਬ ਹਯਾਤੇ ਹਿੱਸਾ ਦਾ ਅਗਰ ਕੀਦਾ ਹੈ ਨਾ ਤੁਹਾਡਾ ਤੇ ਸਾਬਤ ਕਰੋ ਕੁਰਾਨ ਹਦੀਸ ਚ ਬਸ। ਅੱਛਾ ਜੀ ਇੱਕ ਮਿੰਟ ਮੈਂ ਲਿਖ ਲਵਾਂ ਜ਼ਰਾ ਇੱਕ ਮਿੰਟ। ਹਾਂਜੀ ਇਹ ਸਾਬਤ ਕਰ ਦਿਓ ਕੁਰਾਨ ਹਦੀਸ ਚ। ਯਾਨੀ ਕੁਰਾਨ ਤੇ ਹਦੀਸ ਚੋਂ ਅਸੀਂ ਹਯਾਤੇ ਹਿੱਸਾ ਦਾ ਕੀਦਾ ਸਾਬਤ ਕਰਨਾ ਹੈ? ਹਾਂਜੀ ਚਲੋ ਇੱਕ ਮਿੰਟ ਹੈ ਹਯਾਤੇ ਹਿੱਸਾ ਦਾ ਆਪਣਾ ਦਾਵਾ ਲਿਖ ਦਿਓ ਤੇ ਉਸ ਦਾਅਵੇ ਦੇ ਉੱਤੇ ਜਿਹੜੀਆਂ ਦਲੀਲ ਨੇ ਉਹ ਸਾਨੂੰ ਨਹੀਂ ਪਹਿਲੇ ਅਸੀਂ ਦਾਵਾ ਲਿਖਣਾ ਹੈ। ਦਾਵਾ ਵੀ ਤਾਂ ਦੇਣਾ ਜੇ ਕਿ ਦਾਅਵੇ ਤੋਂ ਬਗੈਰ ਹੀ ਹਯਾਤ ਹੁੰਦੀ ਹੈ। ਅੱਛਾ ਨਹੀਂ ਮੈਨੂੰ ਇੱਕ ਤਰਤੀਬ ਨਾਲ ਚੀਜ਼ਾਂ ਲਿਖਾਓ, ਮੈਂ ਉਹ ਤੁਹਾਡੇ ਪਹਿਲੇ ਕੀ ਲਿਖਾਂ? ਮੁਫਤੀ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣਾ ਦਾਵਾ ਪੇਸ਼ ਕਰੋ ਨਾ ਹਯਾਤੇ ਹਿੱਸਾ ਤੇ। ਅੱਛਾ ਜੀ ਹੁਣ ਜਿਹਨੇ ਥੱਲੇ ਬਕਵਾਸ ਕੀਤੀ ਨਾ ਮੈਂ ਉਹਦੇ ਘਰ ਵੜ ਕੇ ਉਹਨੂੰ ਮਿਊਟ ਕਰਕੇ ਆਣਾ। ਜੇ ਮੈਂ ਇੱਥੋਂ ਨਹੀਂ ਕਰਨਾ ਮੈਂ ਉਹਦੇ ਘਰ ਵੜ ਕੇ ਮਿਊਟ ਕਰਕੇ ਆਵਾਂਗਾ। ਕਿਸੇ ਖੋਤੀ ਦੇ ਬੱਚੇ ਹੋ ਤੁਸੀਂ ਮੋਡੀਨੇਟਰ ਬਣਾ ਦਿਓ ਨਾ ਇੱਕ ਅੱਧੇ ਬੰਦੇ ਨੂੰ ਥੱਲੇ। ਕਿਹੜੇ ਇੱਥੇ ਮੋਡੀਨੇਟਰ ਹੈ ਨੇ? ਫੇਰ ਕਹਿੰਦੇ ਹੋ ਕਿ ਅਸੀਂ ਗਾਲਾਂ ਕੱਢਦੇ ਆ। ਮੇਰੇ ਖਿਆਲ ਨਾਲ 100 ਗਏ ਦੇ ਨੇ ਸ਼ੈਤਾਨ ਦਾ ਬੱਚਾ ਆ ਗਿਆ ਤੇ ਹੁਣ ਇੰਜ ਹੀ ਹੋਣਾ ਨਾ ਫਿਰ ਇੱਥੇ। ਫੇਰ ਕਹਿੰਦੇ ਮੈਂ ਗੱਲਾਂ ਕਰਨਾ ਵਾ। ਐਡੀ ਪਿਆਰੀ ਗੁਫ਼ਤਗੂ ਹੋ ਰਹੀ ਹੈ ਵਿੱਚ ਸ਼ੈਤਾਨ ਆ ਜਾਂਦੇ ਨੇ ਵਿੱਚ। ਲੋ ਜੀ ਠੀਕ ਹੋ ਗਿਆ ਜੀ। ਅੱਛਾ ਸੁਣੀ ਜਾਓ ਭਾਈ। लो जी इमरान कालू साहब ने पहली चीज़ मैंने लिखाई है कि अपना दावा पेश करें। ठीक हो गया जी। कालू साहब अगली केड़ी चीज़ है जी? नंबर 2 मुसलमात भी पेश करनी है ते दावे दे नाल मुसलमात भी दसनी। एक मिनट। नंबर 2 अपने मुसलमात पेश करें। नंबर 2 हो गया जी। नंबर 3 जी यही ने 2 शरायतां बस। दावा पेश करो तो मुसलमात पेश करो जी। सब सुन रहे हो भाई, गवाह है ना। और मैं ये चीज़ नोट कर लईए कि तीजी कोई चीज़ नहीं, फ़कत मुसलमान लोग यानी असी अपना दावा पेश करें और अपने मुसलमात पेश करें। मैं दोबारा पूछना वा कालू साहब कोई और भी चीज़ है तो दस दियो। ਹੋਰ ਚੀਜ਼ ਇਹ ਵੇ ਕਿ ਮੁਫਤੀ ਸਾਹਿਬ ਇਹਦਾ ਮਕਸਦ ਨਹੀਂ ਕਿ ਤੁਸੀਂ ਮਿਰਜ਼ਾ ਸਾਹਿਬ ਦੀਆਂ ਕੁਤਬ ਵੱਲ ਜਾਓ। ਮੁਸਲਮਾਨ ਜਿਹੜੀਆਂ ਹੁਣ ਤੈ ਭਾਈ ਲਿਖ ਦਿਓ ਤੇ ਤੀਜੀ ਚੀਜ਼ ਲਿਖਾ ਦਿਓ ਮੈਨੂੰ ਜੇ ਹੋਰ ਵੀ ਕੋਈ ਚੀਜ਼ ਹੈ ਤੇ। ਮੁਫਤੀ ਸਾਹਿਬ ਜਿਹੜੀ ਗੱਲ ਹੁੰਦੀ ਨਾ ਸਿੱਧੀ ਤੇ ਸਾਦੀ, ਇਹ ਮੂਮਨ ਦਾ ਜਿਹੜਾ ਨਾ ਇਹ ਕੰਮ ਹੁੰਦਾ। ਸਿੱਧੀ ਤੇ ਸਾਫ਼ ਗੱਲ ਹੈ। ਗੱਲ ਇਹ ਵੇ ਕਿ ਹਯਾਤੇ ਹਿੱਸਾ ਦਾ ਕੀਤਾ ਉਹਦੇ ਤੇ ਆਪਣਾ ਦਾਵਾ ਪੇਸ਼ ਕਰਨਾ ਜੇ ਔਰ ਕੁਰਾਨ ਹਦੀਸ ਤੋਂ ਬਾਹਰ ਨਹੀਂ ਜੇ ਜਾਣਾ।
ਮਿਰਜ਼ਾ ਸਾਹਿਬ ਦੀਆਂ ਕੁਤਬਾਲ ਨਹੀਂ ਜੀ ਅਸਾਂ ਜਾਣਦੇ। ਭਾਈ ਗੱਲ ਹੈ ਵੇ ਕਿ ਤੁਸੀਂ ਦੋ ਚੀਜ਼ਾਂ ਜ ਲਿਖਾਈਆਂ ਨੇ, ਇਹ ਦੋਵਾਂ ਤੀਜੀ ਅਗਰ ਸਾਰੀਆਂ ਚੀਜ਼ਾਂ ਇਹ ਦੋਵੇਂ ਚੀਜ਼ਾਂ 'ਚ ਹੀ ਆ ਜਾਂਦੀਆਂ। ਤੁਸਾਂ ਕਿਹਾ ਜੀ ਆਪਣਾ ਦਾਵਾ ਪੇਸ਼ ਕरें, ਨੰਬਰ 2 ਆਪਣੇ ਮੁਸਲਮਾਤ ਪੇਸ਼ ਕरें, ਤੀਜੀ ਕੋਈ ਚੀਜ਼ ਹੈ ਤੇ ਦੱਸ ਦਿਓ ਭਾਈ, ਇਹ ਵੀ ਚੀਜ਼ ਲਿਖੋ। ਬਾਹਰ ਅਸਾਂ ਦਲੀਲ ਨਹੀਂ ਕੋਈ ਤੁਹਾਡੀ ਕਬੂਲ ਕਰਨੀ ਤੇ ਨਾ ਭਾਈ ਲਿਖਵਾ ਦਿਓ, ਹਜੇ ਇਹਦੇ ਵਿੱਚ ਨਹੀਂ, ਤੁਸੀਂ ਲਿਖਵਾਇਆ ਨਹੀਂ ਮੈਨੂੰ। ਦਿਖਾਤਾ ਨਾ ਹੋਰ ਕਿਵੇਂ ਨਹੀਂ 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 ਲਿਖਾਓਗੇ ਤੇ ਮੈਂ ਉਹਦਾ ਪਾਬੰਦ ਹੋਣਾ ਹੈ। ਜਿਹੜੀ ਚੀਜ਼ ਜ਼ਾਬਤਾ ਤਹਰੀਰ ਦੇ ਵਿੱਚ ਨਹੀਂ ਆਏਗੀ ਮੈਂ ਉਹਦੇ ਉੱਤੇ ਉਹਦਾ ਪਾਬੰਦ ਨਹੀਂ ਜੇ ਰਹਿਣਾ। ਮੁਫਤੀ ਸਾਹਿਬ ਇਹ ਹੁੰਦੀ ਹੈ ਕਜੀ ਦਿਲਾਂ 'ਚ। ਤੁਸੀਂ ਹੁਣ ਮੈਂ ਕੋਈ ਵੀ ਗੱਲ ਲਿਖਾਵਾਂਗਾ ਤੁਸੀਂ ਕਹਿੰਦੇ ਕਿ ਕਜੀ ਰੱਖ ਕੇ ਤੇ ਉਹ ਬੈਠੇ ਰਹੋਗੇ ਨਹੀਂ ਐ ਨਹੀਂ ਭਾਈ, ਇਹ ਵੇਖੋ ਤੁਸੀਂ ਪਹਿਲੇ ਮੈਂ ਗਾਈਡ ਕਰਦੇ ਆ ਤੈਨੂੰ ਨਹੀਂ ਭਾਈ ਬੋਲਦਾ ਸ਼ਾਇਦ ਇੱਕ ਮਿੰਟ ਠਹਿਰ ਜਾਓ ਭਾਈ। ਓਕੇ ਠੀਕ ਹੋ ਗਿਆ ਭਾਈ ਇੱਧਰ ਵੇਖੋ, ਤੁਸਾਂ ਆਪਣੇ ਮੁਨਾਜ਼ਰੇ ਦੇ ਅਸੂਲ ਹੈ ਦੱਸੇ ਨੇ ਕਿ ਪਹਿਲਾ ਜੀ ਇਹ ਅਸੀਂ ਆਪਣਾ ਦਾਵਾ ਪੇਸ਼ ਕਰੀਏ, ਨੰਬਰ 2 ਅਸੀਂ ਆਪਣੇ ਮੁਸਲਮਾਨ ਪੇਸ਼ ਕਰੀਏ, ਤੀਜੀ ਕੋਈ ਚੀਜ਼ ਹੈ ਜੇ ਤਾਂ ਦੱਸ ਦਿਓ ਜੀ। ਜਿਹੜਾ ਤੁਹਾਡਾ ਦਾਵਾ ਹੋਏਗਾ ਉਹ ਤੁਹਾਡੀ ਹੀ ਮੁਸਲਮਾਨ ਦੇ ਵਿੱਚ ਸਾਬਤਸ਼ੁਦਾ ਹੋਏਗਾ। ਭਾਈ ਬਾਅਦ ਚੋਂ ਕਰਾਂਗੇ, ਤੁਸੀਂ ਮੈਨੂੰ ਲਿਖਵਾ ਦਿਓ ਜੇ ਬਸ, ਤੁਸੀਂ ਮੈਨੂੰ ਆਪਣੇ ਅਸੂਲ ਲਿਖਵਾਉਂਦੇ ਹੋ ਪਏ जी। जी मुफ्ती साहब बात यह है कि जब आपसे इस बात पर ये हयात ईसा के अकीदे पर बात होगी, सबसे पहला आपने अपना दावा पेश करना है और अपनी मुसलमात हमें बतानी है, और आपकी ही मुसलमात से आपके दावे के मुताबिक हम दलील तलब करेंगे। अब दलील देने के लिए आप मिर्ज़ा साहब की कुतब का सहारा नहीं ले सकते किसी तरह से भी। कालू साहब पहली जो आपने अपनी शराइत और रसूल लिखवाए थे वो मैं पहले छोड़ें, ये मैं जो कह रहा हूँ ये माइक म्यूट करें ज़रा एक मिनट, मैं कौम को साबका चीज़ें बताना चाहता हूँ। लो जी, डेट थी 6 महीना था 9 2023 थी, मदीना मुनव्वरा के अंदर मैं मौजूद था। इमरान कालू साहब ने उसूल लिखवाए थे कि मेरे साथ मुनाजरा अगर तुमने करना है तो उसके 6 उसूल हैं। नंबर 1 झूठ नहीं होगा, दूसरा उसूल ये था कि झूठ नहीं होगा, तीसरा उसूल ये था कि मुनाजरा के मुताबिक मौजू के मुताबिक दलाइल होंगे, नंबर 4 कहानियाँ नहीं सुनाई जाएंगी, नंबर 5 10 दफ़ा दरूद और सूरह फातिहा पढ़ कर दुआ की जाएगी और मुनाजरा शुरू किया जाएगा, नंबर 6 जज्बाती होकर बात नहीं की जाएगी। ये 6 उसूल इमरान कालू साहब ने लिखवाए थे, जिसकी रिकॉर्डिंग हमारे यूट्यूब के चैनल ख़त्म नबूवत टाइम्स के ऊपर मौजूद है। अभी भी इस चीज़ की रिकॉर्डिंग हो रही है, ये भी सबूत के तौर पर हम अपने चैनल पर अपलोड कर देंगे। आज जो डेट है जनाब 10 सितंबर है 2023 है, और मदीना शरीफ में टाइम हुआ है 2:18 AM यानी रात के। इन्होंने क्या किया था कि 6 तारीख को इन्होंने जो मौजूआत लिखवाए कि मैं इन मौजूआत के ऊपर बात करूँगा। पहला मौजू था इनका कि मसीह के इंतज़ार में तुम लोग बैठे हो, जबकि हमने उस मसीह को मान लिया हुआ है जिसके इंतज़ार में तुम बैठे हो। हालांकि उस दिन इन्होंने ये मौजू दिया था, आज देखें ये मौजू ही बदल गए हैं। दूसरा मौजू इन्होंने ये दिया था कि जिस पर मैं मुनाजरा करूँगा वो ये होगा कि अगर उम्मत में से मसीह होगा तो ख़त्म नबूवत का फिर क्या बनेगा। नंबर 3 जिस तरह से तुम ख़त्म नबूवत को मानते हो तो हज़रत ईसा का ज़िंदा होना भी ज़रूरी है। नंबर 4 वही बंद हो गई है। नंबर 5 मुसलमान कौन होता है। नंबर 6 क्या उलमाए इस्लाम को ये इख्तियार है कि किसी को काफिर कहें। ये 6 मौजूआत इन्होंने लिखवाए थे और कहा था कि इन मौजूआत पर हम मुनाजरा किया करेंगे, लेकिन आज इन्होंने कल्टी मार के सारी चीज़ें पिछली भूल गए हैं
ਔਰ ਨਵੇਂ ਸਿਰੇ ਤੋਂ ਉਹਨਾਂ ਨੇ ਕਹਾਣੀ ਸ਼ੁਰੂ ਕਰ ਦਿੱਤੀ ਹੈ। اور آج کیا ہے جی موضوع مناظرے کا اصول پہلا یہ ہے کہ اپنا دعویٰ پیش کریں، نمبر 2 اپنے مسلمات پیش کریں، اور تیجی کوئی چیز نہیں ہے جی۔ اور موضوع کیا ہے کہ قرآن سے تم نے حیات عیسیٰ علیہ السلام ثابت کرنی ہے۔ میرا یہاں پہ سوال یہ ہے کہ آیا یہ 6 تاریخ کو جھوٹ بول رہے تھے کہ یا یہ 10 تاریخ کو جھوٹ بول رہے ہیں؟ دونوں دنوں میں کون سی چیز سچی ہے اور کون سی چیز جھوٹی ہے؟ یہی کام مرزا قادیانی بھی کرتا تھا۔ وہ اپنی پچھلے صفحے پر جو چیز لکھ کے آتا تھا اگلے صفحے پہ جا کے مکر جاتا تھا کہ نہیں وہ بات تو کچھ اور تھی۔ ہاں جی، مسیح جو ہے وہ صلیب کے اوپر چند منٹ رہے، اگلے صفحے پہ لکھتے ہیں کہ مسیح جو ہے وہ صلیب پر 1 گھنٹہ رہا، اگلے صفحے پہ جا کے لکھتے ہیں کہ جو مسیح ہے وہ 1.5 گھنٹہ رہا، اگلے صفحے پہ جا کے لکھتے ہیں کہ مسیح جو ہے وہ 2 گھنٹے رہا۔ تو یہی بات ہے۔ کوئی نہیں پوچھتا ہے کہ تھی کرن کی ڈے ہو یا مفتی صاحب سر پلیز تھوڑا سا نا میرے لیے تھوڑا سا صرف آج جو ہے وہ شرائط طے کر لیں، تو اس موضوع پہ بعد میں بات کر لیں گے۔ مفتی صاحب نے پوری رودات سنائی ہے، تو مفتی صاحب نے یہ نہیں بتایا کہ ان میں اور مجھ میں جو یہ ساری جو سلسلہ ہم نے چلانا تھا وہ ختم ہوا ہے، تو وہ کیوں ختم ہوا ہے؟ کیونکہ مفتی صاحب ایک بھی شرائط جو انہوں نے قبول کی تھی ان میں سے ایک پر بھی انہوں نے عمل نہیں کیا تھا۔ جو ہمارے درمیان شرائط تھیں 1 منٹ کے لیے بھی انہوں نے ایک بھی شرط کو نہیں مانا تھا۔ کیا مفتی صاحب سے پوچھیں کہ انہوں نے مناظرہ شروع کرنے سے پہلے 10 دفعہ جو درود ہمارے درمیان یہ وعدہ تھا یا یہ شرط تھی کہ ہم درود شریف پڑھ کر فاتحہ پڑھ کے شروع کریں گے، انہوں نے کیا نہیں کیا؟ اس کے بعد کیا دیکھیں عمران ایک سیکنڈ میں میری بات سنیں، ابھی یہ باتیں ہو رہی ہیں آج جو بات ہوئی ہے عمران میں پورے آج بولن ڈے نے تو مینوں جو نہ کیا ہے مفتی صاحب ادھر جہاں انہوں کے درمیان شرائط سن، مفتی صاحب نے ایک شرط کا بھی جہاں انہوں نہیں لحاظ رکھا کہ سارے درمیان شرط ہی تو گھٹو گھٹ لحاظ ہونا چاہیے اور اس طریقے نال چلنی چاہیے۔ مفتی صاحب نہیں چلے، جدو مفتی صاحب انہوں شرائط کے مطابق چلے ہی نہیں تو میں پھر وہی لے کے آئی ہوں کہ مفتی صاحب یہ شرائط ہیں، جدو مفتی صاحب آپ ہی نہیں چلے تو ختم نے۔ دیکھو عمران اب یہاں پہ تھوڑا رکو، اب یہاں پہ تھوڑا رکو تو ہوں نویاں کیوں دین دیا؟ اچھا عمران اب یہاں پہ تھوڑا رکو، دیکھو پہلے میں منصف نہیں تھا، ٹھیک ہے، اب آپ دونوں کے درمیان تیسرا منصف میں بناؤں۔ آج تو نے جو مفتی صاحب سے گفتگو کی، مفتی صاحب نے جو آپ سے گفتگو کی، ٹھیک ہے، اینڈ پہ آپ لوگوں نے مجھے پوچھا، ٹھیک ہے، تو میں نے جو حق اور سچ کی بات تھی وہ میں نے کر دی۔ میں نے یہ نہیں دیکھا کہ میں مسلمانوں کی طرف سے بول رہا ہوں یا مرزائیوں کی طرف سے بول رہا ہوں، میں جو حق کی سچ کی بات تھی وہ میں نے کر دی، ٹھیک ہے۔ لیکن کل آج جو شرطیں طے ہوں گی نا اس پہ دیکھیں گے کہ اگر مفتی صاحب کوئی اس طرح کی بات کریں گے تو میں مفتی صاحب کو روکوں گا، اگر آپ کرو گے تو میں آپ کو روکوں گا، ٹھیک ہے، کیونکہ یہ دنیا دیکھ رہی ہے، یہاں پر دجل کرنے کا کوئی فائدہ نہیں ہے، کیونکہ اس میں بے ایمانی کرنا بھی ایک گناہ ہے، ٹھیک ہے۔ آپ مجھ پہ ٹرسٹ کرتے ہو، اسی لیے آپ جو شرطیں طے کرو گے، ابھی تو مفتی صاحب نے وہ تھوڑا سا ایک بنا دیا نا جو باتیں کر رہے تھے، لیکن جب کل آپ لوگ ڈبیٹ کریں گے تو یہ اس طرح کی چیزیں نہیں ہونے دیں گے، یہ میرا پرومس ہے آپ سے۔ جی مفتی صاحب تسی کوئی گل کرنی ہے یا پھر کالو صاحب؟ مفتی صاحب کے سامنے میں نے اب 3 چیزیں پیش کی ہیں، یہ آپ نے بھی سنا ہے۔ میں نے کہا کہ مفتی صاحب حیات عیسیٰ کا جو آپ کا عقیدہ ہے اس کے مطابق آپ کا دعویٰ میرے سامنے آنا چاہیے، آپ نے دعویٰ پیش کرنا ہے کہ آپ کا حیات عیسیٰ کا دعویٰ کیا ہے۔ اس کے بعد آپ نے مسلمات بتانی ہے، کیونکہ میں نے مسلمات سے پھر دلیل بھی طلب کرنی ہے کہ آپ اگر مسلمات بتاتے ہیں کہ یہ ہمارے مسلمات ہیں تو پھر آپ انہی میں سے دلیل دینے کے بھی اہل انہی میں سے ہوں گے نا، ان سے باہر آپ دلیل بھی نہیں دے سکتے۔ اس لیے میں نے کہا، اور پھر میں نے ان سے وضاحتاً اس بات کو میں نے، کیونکہ مجھے پتہ ہے کہ مفتی صاحب جو ہے نا اس طرف نہیں چلیں گے، تو میں نے ان کو مزید کہا ہے کہ آپ نے جب یہ حیات عیسیٰ ثابت کرنی ہے تو آپ نے قرآن و حدیث سے ثابت کرنی ہے، مرزا صاحب کی کتب کی طرف ہم نہیں جانے دیں گے۔ اگر تو ان کو یہ چیزیں قبول ہیں تو بتائیں مجھے۔
باقی جی جو ٹائم ہے وہ آپ کو پتہ ہی ہوتا ہے کہ ٹائم کس طریقے سے ہم نے لے کر چلنا ہے. وہ 2 منٹ یا 5 منٹ یا 10 منٹ رکھیں, کوئی مسئلہ چلے نہیں. وہ کر لیں گے جب وہ ٹائم آئے گا نا, تو پھر انشاءاللہ جب پہلی گفتگو پہلا جو بندہ آغاز کرے گا جتنا ٹائم وہ لیں گے پھر اتنا ہی ٹائم دوسرا بندہ بھی لے لے گا. ٹھیک ہے جی مفتی صاحب, اب آپ بولے سر پلیز. جی میں تو یہ عرض کر رہا ہوں کہ شرائط تو انہوں نے اس دن بھی رکھی تھیں, شرائط آج رکھی ہیں. اس دن 6 شرطیں تھیں, آج 2 ہو ویਖ گئی ਲਓ ہیں. ਸ਼ਾਹਦ ਭਾਈ ਉਹੀ ਗੱਲ ਹੈ ਨਾ, ਫਿਰ ਵੀ ਹੁਣ ਇਹਨਾਂ ਨੂੰ ਵੀ ਕਹੋ ਨਾ ਉਹੀ ਗੱਲ ਜਿਹੜੀ ਮੈਨੂੰ ਦੱਸੀ ਫਿਰ. اچھا چلے مفتی صاحب, پچھلی باتوں کو چھوڑیں, جو 2 شرطیں ہیں نا, ٹھیک ہے, قرآن و حدیث سے بات ہوگی, آپ اس چیز پہ ایگری کرتے ہیں تو پھر نہیں جناب, آپ نے بھی غور نہیں کیا. جی قرآن تو اس کی شرط بیچ میں ہے ہی نہیں. آج کی شرط یہ ہیں, 2 ہیں کہ اپنا دعویٰ پیش کریں, نمبر 2 اپنے مسلمات پیش کریں. یہ 2 چیزیں ہیں بس, تیجی تو انہوں نے کوئی لکھوائی نہیں آج. عمران, اسی لیے میں کہہ رہا تھا کہ میں بھی کچھ عرض کر دیتا ہوں. شاہد بھائی آپ نے آج کی شرطیں نوٹ کی ہیں. اصل میں بات یہ ہے کہ آپ بیچ میں سالس ہیں, آپ کو خود بھی نہیں سمجھ آ رہی کہ بن کیا رہا ہے, اور یہ عمران صاحب آپ کو کون سا چونا لگا رہے ہیں. یا تو آپ بھی اپنے پاس ڈائری رکھ لیں, نوٹ کریں دونوں طرفہ چیزیں. یہ طریقہ کار ہوتا ہے, سالس کی یہ ذمہ داری ہے. صحیح. اچھا مسٹر عمران, ابھی پھر آپ لکھا دیں جو آپ نے لکھانا ہے, ٹھیک ہے. نہیں, 2 چیزیں لکھیں ذرا, 2 چیزیں انہوں نے لکھوا دی ہوئی ہیں, وہ لکھیں ذرا. جی السلام علیکم. پہلی جی شاہ جی صرف 1 سیکنڈ بات کرنا چاہوں گا, پھر میں چلا جاؤں گا. صرف 1 سیکنڈ, اگر آپ برا نہ منائے تو آواز آ رہی میری شاہد بھائی؟ جی آپ اجازت دیں تو میں 1 سیکنڈ بات کرنا چاہوں گا, پھر میں چلا جاؤں گا. جی بولیں ساحل بھائی. جی میری بات یہ ہے کہ جب کچھ دن پہلے میرا کالوں صاحب سے ڈیبیٹ ہوئی, مناظرہ ہوا, تو ان کے ساتھ میری مسلمات کے اوپر گفتگو ہوئی, تو انہوں نے کہا تھا کہ میری مسلمات جو ہیں قرآن و حدیث اور مرزا صاحب ہیں. اور مجھے انہوں نے پوچھا کہ آپ کی مسلمات کیا ہیں, میں نے کہا قرآن و حدیث. تو جب انہوں نے میرے سامنے جب مرزا صاحب کو مسلمات میں شامل کیا تھا, آج کیوں نکار ہے, مجھے یہ سمجھنا ہے بس. یہی وہی اسی لیے وضاحت کریں گے نا اب. اچھا عمران کالو صاحب, آپ مجھے یہ بتائیں کہ کیا مفتی صاحب صرف قرآن و حدیث سے ہی بات کریں گے, یا پھر ان کو مرزا صاحب کی کتابوں کے بنا لینا پڑے گا؟ شاہد صاحب پہلے 2 چیزیں لکھ تو لیں آپ. قرآن تو اس کی تو ابھی بات ہی نہیں ہوئی. شاہد صاحب کو بھی پتہ ہی نہیں ہے. ابھی بتائیں جی شاہد صاحب, ابھی آپ بیٹھ کے سن رہے تھے, آپ نے وہ نہیں سنی شرائط؟ کیا جی میں نے سنی ہے. کون تھی شاہد بھائی, کون تھی شرائط عمران صاحب نے لکھوائی ہیں؟ ابھی میں لکھ لوں, ابھی میں لکھ لیتا ہوں. جی پہلی شرط بتائیں. جی پہلی شرط کیا ہے؟ عمران صاحب لکھوائیے گا ان کو پہلی شرط. عمران صاحب آپ مجھے پہلی شرط لکھائیں. پہلی شرط ہے شاہد بھائی کہ مفتی صاحب جو حیات عیسیٰ کا عقیدہ ہے اس کا دعویٰ پیش کریں گے. ٹھیک ہو گیا. ٹھیک ہے, اور اپنی مسلمات جو ہیں ہمیں بتائیں گے. اچھا اب یہاں پہ دیکھیے شاہد بھائی, 1 سیکنڈ مفتی صاحب 1 سیکنڈ. مسلمان سے آپ کا کیا مطلب ہے؟ شاہد بھائی دوسری چیز تو بعد میں, پہلی چیز پر تو بات کر لیں. ہیلو شاہد بھائی, مفتی صاحب 1 سیکنڈ رکے. مسلمان سے کیا مراد ہے بھائی؟ دوسری چیز پہ بعد میں, پہلی چیز پہ تو بات کر لیں. سرکار میں 1 سیکنڈ اگر گل کرنا چاہوں تو نہیں گل ہے کہ شاہد بھائی, شاہد بھائی تسی 1 سیکنڈ, شاہد بھائی تسی 1 سیکنڈ خاموش رہو. ساحل کالو بیٹھا ہے, اپنا ملک بھائی بیٹھے نے, ٹھیک ہے. اگر کوئی چاہن تے میں اسے لکھ رہے ہیں. جی لکھ رہے نے حیات عیسیٰ دا دعویٰ پیش کریں. دوسری نہیں انج نہیں نا, کم خراب ہو گیا نا.
ਜੀ ਜੀ ਹੁਣ ਵੇਖੋ ਜਦੋਂ ਇਹਨੇ ਪਹਿਲੀ ਲਿਖਵਾਈ ਹੈ ਤੇ ਜਦੋਂ ਮੈਨੂੰ ਇਹਨੇ ਲਿਖਵਾਇਆ ਤੇ ਕੁਝ ਹੋਰ ਲਿਖਵਾਇਆ ਹੈ, ਸ਼ਾਹਿਦ ਭਾਈ ਨੂੰ ਇਹ ਲਿਖਵਾ ਰਿਹਾ ਤੇ ਕੁਝ ਹੋਰ ਲਿਖਵਾ ਰਿਹਾ ਹੈ, ਇਹਦੇ ਉੱਤੇ ਚਿਹਰਾ ਹੋਏਗੀ। ਹੋਰ ਕੀ ਲਿਖਵਾਇਆ ਭਾਈ ਪਹਿਲੇ ਤੁਸੀਂ ਲਿਖਵਾਇਆ ਜੀ ਕਿ ਆਪਣਾ ਦਾਵਾ ਪੇਸ਼ ਕਰੇ, ਬਸ ਤੁਸੀਂ ਹੁਣ ਸ਼ਾਹਿਦ ਸਾਹਿਬ ਨੂੰ ਲਿਖਵਾ ਰਹੇ ਹੋ ਕਿ ਹੋਰ ਕਾਹਦੇ ਤੇ ਦਾਵਾ ਪੇਸ਼ ਕਰਨਾ ਤੇ ਕਿਹੜੀ ਚੀਜ਼ ਤੇ ਮੁਨਾਜ਼ਰਾ ਹੋਣਾ ਸਾਡਾ ਮੁਫਤੀ ਸਾਹਿਬ? ਗੱਲ ਐ ਵੇ ਕਿ ਇੱਧਰ ਵੇਖੋ ਇਹੋ ਹੀ ਤੇ ਰੋਲੇ ਨੇ ਨਾ। ਸ਼ਾਹਿਦ ਭਾਈ ਅਗਰ ਪਹਿਲੀ ਚੀਜ਼ ਨੋਟ ਕਰ ਰਹੇ ਹੁੰਦੇ ਤੇ ਰੋਲਾ ਤੇ ਨਾ ਪੈਂਦਾ। ਮੇਰੇ ਕੋਲ ਤੇ ਰਿਕਾਰਡਿੰਗ ਮੌਜੂਦ ਹੈ, ਰਿਕਾਰਡਿੰਗ ਹੋ ਰਹੀ ਹੈ। ਕਾਲੂ ਇੱਕ ਮਿੰਟ ਠਹਿਰ ਜਾਣਾ, ਮੁਫਤੀ ਸਾहब ਨੂੰ ਬੋਲਣ ਦੇ, ਫਿਰ ਬੋਲ ਲੈ यार मतलब भाई आप तो खामोश रहेंगे जनाब। नहीं मैं बोलांगा ना, क्यों नहीं बोलना? क्यों बोलना जनाब? या फिर मुफ्ती साहब ने बोलने दो या फिर तू ही बोल दो। ਆਹ ਤਾਂ ਫਿਰ ਤੂੰ ਮਿਊਟ ਹੋਵੇਂਗਾ ਤਾਂ ਫੇਰ ਦੀ ਗੱਲ ਹੈ ਨਾ, ਫਿਰ ਕੋਈ ਵੀ ਨਹੀਂ ਬੋਲੇਗਾ, ਫਿਰ ਮੁਫਤੀ ਸਾਹਿਬ ਬੋਲਣਗੇ या फिर तू ही खामोशी ना बोलना जनाब। ਹਾਂ ਤੇ ਜਦੋਂ ਮੁਫਤੀ ਸਾਹਿਬ ਬੋਲਣਗੇ ਨਾ ਫਿਰ ਉਸ ਤੋਂ ਬਾਅਦ ਤੇਰੇ ਕੋਲ ਟਾਈਮ ਹੋਏਗਾ तो बोल। अच्छा, अभी जो लिखवाया गया है ना, पहले दावा मुफ्ती साहब पहले आप दावा पेश करेंगे हयात ईसा, ठीक है, अलैहिस्सलाम पे, और दूसरा जो है मुसलमात पे, ठीक है। ये दो चीज़ें मैंने लिख ली हैं। अब मुझे ये बताएं, क्योंकि मुझे इतना पता नहीं है, मुसलमात से कालू इमरान साहब, सॉरी यार मेरे यार कालू कैसे निकालूं अपने दिमाग से? ਜ਼ਕਰੀਆ ਸਾਹਿਬ ਦਾ ਫੋਨ ਆ ਗਿਆ जी। शाह जी, शहाद भाई, बात इतनी लंबी नहीं है, दो चीज़ें हैं, एक दावा है शाह साहब का, एक दावा है कालों साहब का। अब दावा जब दोनों ने पेश करना है तो शाह जी ने पूछना है कि कालों साहब आप बताएं आपके नज़दीक मुसलमात क्या हैं जिनसे मैंने अपना दावा साबित करना है। साहिल ਉਹੀ ਗੱਲ ਹੈ ਨਾ, ਹਜੇ ਤੇ ਮੈਂ ਇਹਦੀ ਸੁਣ ਰਿਹਾ ਵਾਂ ਨਾ, ਇਸ ਤੋਂ ਬਾਅਦ ਮੈਂ ਆਪਣੇ ਲਿਖਾਵਾਂਗਾ ਉਹ ਬਾਅਦ ਚੋਂ। ਹਜੇ ਤੇ ਇਹਦੀ ਗੱਲ ਲਿਖਵਾ ਰਹੇ ਆ ਨਾ ਅਸੀਂ। ਆਪਣੇ ਸ਼ਰਾਇਤ ਤੇ ਮੈਂ ਬਾਅਦ ਚ ਲਿਖਵਾਵਾਂਗਾ, ਠੀਕ ਹੈ ਨਾ ਜੀ। ਹਜੇ ਤੇ ਕੱਲ ਨੂੰ ਦੀ ਅਸੀਂ ਸੁਣ ਰਹੇ ਹਾਂ, ਜਿਹੜੀ ਕੱਲ ਨੂੰ ਲਿਖਵਾ ਰਿਹਾ ਵੀ ਉਹਦੇ ਵਿੱਚ ਹੀ ਹਜੇ ਤੱਕ ਕੋਈ ਸਮਝ ਨਹੀਂ ਆ ਰਹੀ ਕਿ ਇਹਨੇ ਜਿਹੜਾ ਵੇ 6 ਤਰੀਕ ਨੂੰ ਸਾਨੂੰ ਜਿਹੜੇ ਅਸੂਲੇ ਮੁਨਾਜ਼ਰਾ ਲਿਖਵਾਏ ਨੇ ਉਹ ਕੁਝ ਹੋਰ ਸਨ। 10 ਸਤੰਬਰ ਨੂੰ ਇਹ ਲਿਖਵਾ ਰਿਹਾ ਕੁਝ ਹੋਰ ਨੇ। ਛੱਡੋ, ਉਦੋਂ ਮੈਂ ਤੁਹਾਡੇ ਵਿੱਚ ਨਹੀਂ ਹੈ। ਹੁਣ ਮੁਫਤੀ ਸਾਹਿਬ 10 ਵਾਰੀ ਉਸ ਚੀਜ਼ ਦਾ ਹਵਾਲਾ ਦੇ ਬੈਠੇ ਨੇ, ਤੁਸੀਂ ਇੱਕ ਵਾਰੀ ਨਹੀਂ ਕਿਹਾ ਕਿ ਮੁਫਤੀ ਸਾਹਿਬ ਹੁਣ ਦੀ ਗੱਲ ਕਰੋ, ਛੱਡੋ। ਨਹੀਂ ਗੱਲ ਹੈ ਵੇ ਹੁਣ ਦੀ ਕਰ ਲੋ, ਲੇਕਿਨ ਤੁਹਾਡੀ ਕੋਈ ਗੱਲ ਕਿ ਤੁਸੀਂ ਉਸ ਗੱਲ ਤੇ ਨਹੀਂ ਖਲੋਤੇ। ਜਦੋਂ ਤੁਸੀਂ ਉਸ ਗੱਲ ਦਾ ਤੁਸੀਂ ਉਹਦਾ ਪਾਸ ਹੀ ਨਹੀਂ ਰੱਖਿਆ ਤੇ ਮੈਂ ਉਹਨਾਂ ਸ਼ਰਤਾਂ ਦਾ ਕੀ ਕਰਾਂ? ਜਦੋਂ ਤੁਸੀਂ यार मेरी ब्रॉड पे ऐसी बात नहीं हुई थी कोई, ठीक है, तो उसको छोड़ दें। आप मुझे ये बताएं पहले, आप मुफ्ती साहब, आप मैं इमरान की तरफ से बोल रहा हूँ कि पहले इसने बोला कि दावा आपने दावा करना है हयात ईसा पे, दूसरा है मुसलमात से एक इमरान आपका क्या मतलब है? मुसलमात शायद भाई वो चीज़ होती हैं जो किसी को मुसल्लम होती हैं, यानी जिन चीज़ों को किसी को साबित नहीं करना पड़ता। मिसाल के तौर पर जिन चीज़ों पर बंदे का ईमान होता है, अकीदा होता है, इत्काद होता है कि हाँ ये चीज़ें मेरे लिए साबित शुदा हैं, मुसल्लम शुदा हैं, इन पर मेरा ईमान है। चलो मुसल्लम दी तारीफ कितने लिखी है जी? मुफ्ती साहब तू ही बेहतरीन तारीफ कर दो। बेवकूफ़ इंसान। मुसल्लम का मतलब होता है, मुसलमात का मतलब होता है कि जो दावा की दलील दी जाएगी वो कहाँ से दी जाएगी, हाँ, यानी तस्लीम शुदा। मतलब ये देखो मैं केड़ी नहीं है नहीं ना तुसा क्या ऐयो नहीं क्या रिकॉर्डिंग हो रही है हर चीज शुदा जेड़ी चीज होएगी जेड़ी है ते ਤੁਹਾਨੂੰ ਮੈਂ ਸਿਖਾਣਾ ਪਿਆ नहीं पेगा। सलीम मीर ਨੂੰ ਵੀ ਮੁਸਲਮਾਤ ਮੈਂ ਹੀ ਸਮਝਾਏ ਸਨ। ਚਲੋ ਜੀ ਸਮਝਾਓ, ਸਾਨੂੰ ਵੀ ਸਮਝਾਓ। ਮੇਰਾ ਜ਼ਰਾ ਤੇ ਅੱਜ ਤੁਹਾਨੂੰ ਵੀ ਮੈਂ ਹੀ ਸਮਝਾਣਾ ਪਿਆ ਕਿ ਮੁਸਲਮ ਹੁੰਦਾ ਕੀ ਹੈ ਔਰ ਮੁਸਲਮਾਤ ਕਹਿੰਦੇ ਕੀ ਨੇ। ਮੁਸਲਮਾਤ ਦਾ ਲਫ਼ਜ਼ ਸਭ ਤੋਂ ਪਹਿਲੇ ਮੀਰ ਸਲੀਮ ਨੇ ਵੀ ਮੇਰੇ ਕੋਲ ਹੀ ਸੁਣਿਆ ਸੀ ਤੇ ਮੈਂ ਹੀ ਸਮਝਾਏ ਸਨ ਉਹਨੂੰ, ਤੇ ਇਹ ਸਾਰੇ ਕਾਦੀਆਨੀਆਂ ਨੇ ਇਹ ਚੀਜ਼ ਫਿਰ ਫੜ ਲਈ ਸੀ। ਤੇ ਤੁਹਾਨੂੰ ਤੇ ਮੈਂ ਤੁਹਾਨੂੰ ਮੁਨਾਜ਼ਰੇ ਦੇ ਅਸੂਲ ਤੇ ਦਸਤੂਰ ਤੇ ਤੁਹਾਨੂੰ ਮੈਂ ਸਮਝਾਣਾ ਪਿਆ ਇੱਕ ਅਰਸੇ ਤੋਂ। ਸਮਝਾਉਂਦੇ ਪਏ ਹੋ ਤੇ ਇਹਦੇ ਤੇ ਅਮਲ ਵੀ ਕਰੋ। ਬਹਰਾਲ ਮੁਸਲਮਾਤ ਦੀ ਜਿਹੜੀ ਤਾਰੀਫ ਤੁਸੀਂ ਕੀਤੀ ਹੈ ਨਾ ਉਹ ਨਹੀਂ ਹੈ। ਮੁਸਲਮਾਤ ਦਾ ਮਤਲਬ ਹੁੰਦਾ ਹੈ ਮੁਫਤੀ ਸਾਹਿਬ ਦੀ ਵੀ ਮੁਸਲਮਾਤ ਦੀ ਤਾਰੀਫ ਲਿਖ ਲਿਓ ਤੇ ਜਿਹੜੀ ਮੈਂ ਕੀਤੀ ਸੀ ਮਿਹਰਬਾਨੀ ਕਰਕੇ ਤੋਂ ਕਿਤੇ ਰਿਕਾਰਡਿੰਗ ਤੇ ਸਭ ਮੌਜੂਦ ਹੈ, ਸਭ ਮੌਜੂਦ। ਟੈਨਸ਼ਨ ਨਹੀਂ ਤੁਸੀਂ ਲਵੋ। ਹੁਣ मैं इमरान देखो यहाँ पर जितने लोग बैठे हुए हैं ना, इंशाल्लाह यही लोग कल भी होंगे, ठीक है। तो उनको पता है कि आज की जो बात होगी है, आज असूल तय होंगे, कल बात होगी, ठीक है। तो यहाँ पर हम किसी को लॉलीपॉप नहीं दे सकते, ठीक है। तो
جی نہیں شاید بھائی یہاں پہ یہ صاحب بات کر رہے تھے کہ مرزا دیاں کتاباں جڑیاں نا وہ بالکل نہیں یار کھولنی. باقی سارے نو مہربانی اور کوئی بھی وچ نہ بولے شاہد بھائی. پلیز تھوڑا جا میوٹ پلیز، ایک ہمبر ریکویسٹ ہے. اچھا جی، مسلمات سے مراد آپ کی ابھی آپ بات کریں ابھی مسلمات پہ یہ کون کون سی چیزیں لاگو ہوتی ہیں اس رین میں؟ بتائیں جی مفتی صاحب مسلمات انج شاہد بتا بھائی، دیں اور اپنے شاہد بھائی انج میں اصولی طور تے سارے نو تھلے لا دیو. ہاں چلے اب جو بھی بولے گا نا اس کو نیچے اتار دیں گے، ٹھیک ہے جی. اب پھر بات پتہ کی اصول ہے ہوئی ہے کہ بھائی جدوں جنہ دے مبین مناظرہ ہونا ہے وہ دو بندے رہن اور تیجا سالس جڑا ہے وہ رہے. اصولی طور تے ہے نہیں ہوں میں سارے نو ایک کہہ چڑیا کہ پلیز تسی مہربانی کر کے نہ تو کوئی ان میوٹ نہ لو، ٹھیک ہے بیٹھے رہو لیکن ان میوٹ نہ کریو پلیز، ساڈیاں گلاں سنو تے پلیز ڈو انٹرفیئر اٹ. جی مفتی صاحب بات کریں. اچھا مسلمات ہوں میں دسن لگا ہاں. مسلمات جمع دا سیگا ہے مونس دا، ٹھیک ہے. ایدی واحد ہے مسلماتن، ٹھیک ہے. اور مسلماتن اے او دی جمع ہے. جیسے مسلماتن واحد ہے ایک مسلمان خاتون، اور مسلماتن جمع دا سیگا ہے یعنی بہت ساری مسلمان عورتیں. مسلمہ یہ مونس کا سیگا اور مسلم واحد مذکر دا سیگا ہے، یعنی تسلیم شدہ امر کو کہتے ہیں. اب مسلمات یہ ایک ٹرم ہے علم مناظرہ کی. جب علم مناظرہ کے اندر مسلمات کاؤنٹ ہوں گے نا تو اس کا ترجمہ اور مفہوم الگ ہوگا. علم فقہ کے اندر مسلمات جب ہوں گے نا تو اس کا مفہوم اور ترجمہ الگ ہوگا. علم اصول کے اندر، اصول حدیث کے اندر جب یہ مسلمات کا ذکر ہوگا تو اس کا ترجمہ اور مفہوم بالکل الگ تھلگ ہوگا. اور علم تفسیر کے اندر جب یہ مسلمات کا ذکر ہوگا تو اس کا ترجمہ اور مفہوم بالکل ڈیفرنٹ ہوگا. تو یہاں پر چونکہ مناظرے کی ٹرم کے اور اصطلاح کے طور پہ یہ یوز ہو رہا ہے تو یہاں پر اس کا ترجمہ اور مفہوم یہ ہوگا کہ فریقین کو جو چیزیں مسلم ہیں جن سے یہ دلائل دیں گے یا لیں گے، قبول کریں گے دلائل کو یا اخذ کریں گے، تو یہ قبول و اخذ کا جو مادہ ہے اس کو کہتے ہیں مسلمہ. مطلب کیا ہے؟ میرے مد مقابل قادیانی آیا ہے، چلو میرے مد مقابل ایک کرسچن آ گیا تو اس کو جب میں دلیل دوں گا تو اس جگہ سے دوں گا کہ جس کو وہ قبول کرتا ہے، یعنی بائبل کو وہ قبول کرتا ہے. بھائی وہ کہتا ہے میری کتاب بائبل ہے، اس کو بھلے میں قرآن کی دلیل دیتا رہوں حدیث کی دیتا رہوں وہ مانے گا ہی نہیں. وہ کہتا ہے میرے نزدیک اس کو میں مانتا ہی نہیں ہوں، یہ میری مسلمہ ہے ہی نہیں. اس کو میں تالمود سے دلائل دوں جو یہودیوں کی کتاب ہے وہ نہیں مانے گا. اس کو میں گیتا سے دوں دلیل وہ نہیں مانے گا. اس کو گرنتھ سے دلیل دوں وہ نہیں مانے گا. اس کو وید سے دلیل دوں وہ نہیں مانے گا. تو پتہ کیا چلا کہ وہ کہتا ہے کہ بھائی مجھے بائبل سے دلیل دو، بائبل کو میں مانتا ہوں، اس کے علاوہ نہیں میں کسی چیز کو مانتا. اسی طریقے سے جب کوئی کرسچن ہمیں دلیل دے گا، یقینی سی بات ہے وہ قرآن کی دلیل دے گا تو ہم مانیں گے، وہ حدیث کی دلیل دے گا تو ہم مانیں گے. بھائی ٹھیک ہے، کیونکہ ہم اس کو مانتے ہیں نا، ان چیزوں کو مانتے ہیں. ہاں وہ بائبل کی بھی دلیل دے گا تو ہم مانیں گے، لیکن اس کو کسی اور طریقے سے مانیں گے کیونکہ بائبل کتاب مانتے ہیں کہ وہ تحریف شدہ ہے. اس کو بھی مانیں گے کسی طریقے اور دستور کے تحت مانیں گے.
لیکن قرآن کو ہم کلی طور پہ مانتے ہیں اور حدیث کو ہم جزوی طور پہ مانتے ہیں کہ ان کے اندر بھی جن احادیث کی صحت کے اوپر ہمارے پاس دلائل موجود ہیں ان کو ہم مانتے ہیں، اور جن کی صحت پر ہمیں کوئی شک اور شبہ ہے یا وہ ضعیف یا موضوع بن جاتی ہے اس کو نہیں مانتے ہم۔ تو یہ ایک طریقہ کار ہے نا۔ یہی سیم قادیانیوں کے ساتھ بھی ہے کہ بھائی یہ عمران کالو قادیانی ہے، اس کی مسلمان کون سی ہے؟ وہ ہے مرزا قادیانی کی کتابیں ہیں، اور وہ والا قرآن کے جو مرزا قادیانی کے اوپر نازل ہوا ہے، نہ کہ مسلمانوں کے اوپر، کیونکہ ان کا عقیدہ ہے کہ قرآن دنیا سے اٹھ گیا ہے، اور اب جو قرآن ہے وہ مرزا قادیانی کے اوپر نازل ہوا ہے۔ تو جو قرآن دنیا کے اندر موجود ہے نا، اس کو یہ لوگ مانتے ہیں کہ یہ مرزا قادیانی کے اوپر نازل شدہ ہے۔ یہ مسلمان ان کی ہے۔ چپ بھائی مائک میوٹ بھائی میں انج نہیں، شاید بھائی ابھی ان کا مائک میوٹ رکھیں، ابھی ان کے بولنے کی پہلے بات اگر آپ کو اعتراض ہے نا آپ اپنا اعتراض رکھ سکتے ہو، ٹھیک ہے، بعد میں نہیں بھائی ایسے نہیں، بعد میں ایسے نہیں بھائی، ہمیں پہلے اپنی بات کرنے دیں، آپ اپنے موضوع پر جو مرضی بات کریے گا، نہیں بھائی ایسے نہیں۔ یہ چیزیں کلیئر ہوں گی نا عمران، یہ چیزیں کلیئر ہوگی تو پھر آپ کو کوئی نہیں ہے، جھوٹ بول رہے ہیں ہماری طرف۔ پھر میں بھی کہوں گا کہ یہ اسی قرآن کو مانتے ہیں جو احمد رضا بریلوی پر نازل ہوا تھا، کیونکہ جو اس قرآن کے علاوہ کوئی قرآن پڑھتا ہے تو یہ اس کو تو مسلمان ہی نہیں مانتے۔ انہوں نے کہاں لکھا ہوا ہے کہ دیوبندی بھی مسلمان ہے، جبکہ وہ بھی تو قرآن ہی پڑھتے ہیں؟ کہاں پر لکھا ہوا ہے انہوں نے جو؟ میں اس لیے عمران دیکھو میری بات سنو، یہ آج ہی حوالہ دیا گیا تھا مرزا صاحب کی کتاب سے۔ یار میں بھی یہ کہہ رہا ہوں کہ جتنے احمد رضا بریلوی صاحب ہیں وہ کسی دوسرے کو مسلمان نہیں مانتے۔ یار وہ ایک ڈیفرنٹ سبجیکٹ ہے، وہ ایک ڈیفرنٹ سبجیکٹ ہے۔ جب کوئی بندہ اس طرح کی نہیں دیکھیں، جب کوئی بندہ بھی میرے سامنے آ کے اس طرح کی کرے گا نا بات، تو پھر وہ شاہد بھائی پہلے مجھے اپنی بات کر لینے دیں، مفتی صاحب یہ طریقہ نہیں ہے شاہد بھائی، یہ بات کا طریقہ نہیں ہے۔ اگر آپ یہ مناظرہ ہینڈل کر سکتے ہیں تو آپ بتا دیں جی میں ہینڈل کر سکتا ہوں۔ اگر آپ اس طرح کا کمزور قسم کا مناظرہ کروانا چاہتے ہیں اپنی براڈ کے اوپر تو پھر تو میں نہیں کر سکتا بھائی، میری معذرت قبول کریں۔ چلیں اچھا جی، یہ ہے کہ مفتی صاحب آپ اپنی بات جاری رکھیں، جو پوائنٹ ہے نا عمران آپ کے، جب مفتی صاحب بات ختم کر لیں گے آپ ان پوائنٹ پہ جو ہمارے درمیان پورا ٹائم دیا جائے گا آپ کو بھی، پورا ٹائم میں، یہ میرا پرومس ہے۔ یہ براڈ تب تک بند نہیں ہوگی جب تک آپ کی بات مکمل نہیں ہوگی، ٹھیک ہے؟ تو مفتی صاحب کو بات کرنے تو ٹائم نہیں ہے نا، 2-4 شرائط جو بھی ہیں مفتی صاحب بتائیں، کیونکہ یہ لمبی، اگر یہ سارا رات انہوں نے شرائط پہ لگانی ہے تو پھر کل بات کر لیں گے، میرے پاس 2 بج گیا رات کے جناب، اگر زیادہ لمبی ہے تو پھر کل کر لیں گے مفتی صاحب سے۔ اچھا مفتی صاحب تھوڑی سی بات کو شارٹ کریں اور اس کی بھی سنتے ہیں، پھر آگے کی بات کرتے ہیں۔ جی مفتی صاحب میری تو سب سے پہلی آپ کی براڈ پر اگر میں مناظرہ کروں گا تو یہ شرط میں آپ کے ساتھ لگا رہا ہوں، کالو کے ساتھ نہیں، کہ جب میں بات کر رہا ہوں تو بیچ میں حریف مخالف بولے گا نہیں، ٹھیک ہے؟ اور گھڑی کے اوپر آپ نظر رکھیں گے، میں بھلے آدھا گھنٹہ لے لوں، مجھے آپ کو فری ہینڈ دیں گے، اور انصاف کے مطابق اتنا ہی ٹائم آپ حریف مخالف کو بھی دیں گے۔ یہ میری شرط آپ کے ساتھ ہے کہ ان کے ساتھ یہ میں آپ سے پرومس کرتا ہوں، دونوں فری کین سے یہ میرا پرومس ہے کہ جتنا ٹائم آپ لیں گے 1 سیکنڈ بھی نہ اوپر نہ نیچے دوسرے فری کو بھی ملے گا۔ یہ کالو عمران کو پتا ہے کہ میں اس میں دجل نہیں کرتا۔ جی سر، اور یہ شرط میری طرف سے لکھ لیں آپ، میں آپ کو کہہ رہا ہوں شاہد بھائی کو، کہ جب حریف مخالف بیچ میں بولے گا تو اس کی شکست سمجھی جائے گی، مناظرہ اسی ٹائم ختم، بس دی اینڈ ہو گیا، ٹھیک ہو گیا۔ اور اب میں اپنی بات کو جاری رکھوں گا، میں بات اب کرنے لگا ہوں۔ اچھا گزارش یہ ہے کہ اب دیکھیں نا، بلا دیا نا، یہ جس سازش کے اوپر اس نے بیچ میں ٹوکا مجھے بلا ہی دی ہے سارا۔ آپ وہ بات کر رہے تھے مرزا صاحب کی کتاب میں، تو بات یہ ہے کہ مسلمات، ان لوگوں کے قادیانیوں کے جو مسلمات ہیں، وہ یا تو وہ والا قرآن ہے کہ جو کہ مرزا قادیانی کے اوپر نازل ہوا ہے،
اس کے اوپر اگر عمران کالو صاحب کو کوئی شک و شبہ ہے تو میں دلائل دے دوں گا. اور یہ ان کو چاہیے اصولی طور پہ مناظرے کے اصولوں کے تحت ان کو چاہیے کہ جب بھی میں کوئی بات کروں تو یہ کہیں کہ لاؤ اس کا حوالہ کیا ہے, دلیل دو. یہ ان کو دلیل طلب کرنی چاہیے. دلیل طلب کیے بغیر یہ اعتراض کے مجاز ہی نہیں ہے. یہ کہیں مجھے بھائی یہ تم نے بات جو کی ہے یہ اس کی دلیل دو, کون سی دلیل ہے, ہمارے مرزا صاحب نے کہاں پہ لکھا ہے, ہماری کتاب میں کہاں پہ لکھا ہوا ہے. اگر یہ دلیل مانگے بغیر اس کے اوپر جیرا کریں گے تو مانا جائے گا کہ یہ اس کا دفاع کر رہے ہیں, یہ مانتے ہیں, یہ ان کو قابل قبول ہے. جس طریقے سے ایک بندے کے اوپر الزام ہے کہ اس نے جو ہے نا وہ غلط کام کروایا ہے, بدکاری کروائی ہے. اب وہ جب پکڑا جاتا ہے, پولیس اس کو پکڑتی ہے تو وہ کہتا ہے نہیں نہ ویکھو نا نال دی گلی دے وچ بھی منڈے کردے نے تے کرواندے نے, نہیں نہ وہ بھی تے کردا ہے تے وہ بھی کردا ہے تے وہ بھی کردا ہے. تو اب اس سے کیا سمجھے آپ, وہ اگر اس نے یہ کام نہ کروایا ہوتا تو وہ یہ دلیلیں نہ دیتا, یہ مطلب جیرا نہ کرتا, وہ ڈائریکٹ کہتا بھائی نہیں میں کروایا ہے کام, وہ تو لڑ پڑتا. وہ کہتا کہ بھائی اگر کوئی اس کا ثبوت ہے تو لے کے آؤ, یہ میں نے کروایا نہیں ہے کام. جدوں کوئی سی سی ٹی وی کیمرہ بہاؤ, کوئی ویڈیو بہاؤ, کوئی ثبوت کسی بندے نے ویکھیا ہے, وہ لڑ پڑے گا. تمہارا یہ کہنا کہ نال دی گلی دے بھی بندے کرواندے تے وہ بھی کروایا, انہیں بھی کروایا, تے اے چیز نو ثابت کر رہا ہے کہ واقعی یہ تو کام کیتا ہے, کروایا ہے. ابے یار ہم جب مرزا قادیانی کی کوئی بات کرتے ہیں تو قادیانی آگے سے لڑ پڑتے ہیں. کبھی نہیں دیکھا کہ قادیانی ہم سے دلیل طلب کریں کہ دیکھو جی یہ بات کہاں پہ لکھی ہے. اس کا مطلب یہ ہوتا ہے کہ یہ مانتے ہیں اندر سے, ان کو پتہ ہے کہ واقعی لکھی ہوئی ہے. یہ دلیل اسی وجہ سے نہیں مانتے کہ یہ ثابت کر رہے ہوتے ہیں کہ ہاں یہ ہے, ایسا ہی ہے. اگلی بات یہ ہے کہ قرآن کا بھی ہو گیا. حدیث کا معاملہ یہ کہ حدیثوں کو یہ لوگ مانتے نہیں, یہ منکر حدیث ہیں. کون سی حدیث, ٹھیک ہے, حدیثوں کو تو مانتے نہیں. مرزا قادیانی خود کہتا ہے جب یہ دلائل طلب کریں گے میں دلیلیں دے دوں گا انشاءاللہ. اچھا, رہی بات مرزا قادیانی کی کتابیں کی اہمیت ان کے نزدیک کیا ہے, خود ان کی کتابوں میں لکھا ہے کہ مرزا قادیانی کی جو کتابیں ہیں وہ قرآن کی تفسیریں ہیں. اور مرزا قادیانی کہتا ہے کہ یہ خود قرآن ہے, قرآن بھی ہے, قرآن کی تفسیریں بھی ہیں, یہ میری کتابیں. دلائل اس وقت میں دوں گا کہ جب یہ طلب کریں گے. سنیں ایک منٹ مجھے دیجیے گا پلیز. نہیں بھائی میں بات بھول جانا ہونا وا, تسی یہ نا نہیں یار تسی بھی بندہ پا لوے تانوں بھی لما قسم والی گل. میں لمے پہنوں تیار ہوں. عمران یہ جو جتنے بھی تمہارے آبجیکشن پوائنٹس ہیں نا لکھ لو, ٹھیک ہے. میں نے ان کو سٹاپ کر دیا کیونکہ یہ مجھے پہلے کہنا چاہیے تھا, ٹھیک ہے. سوری میں ابھی بول رہا ہوں کیونکہ مفتی صاحب میں سیکھنے والا سارے سو رہے ہوں, معذرت چاہنا. جی مفتی صاحب وہ ہے طریقہ شاہد بھائی, تسی بھی ڈائری کو رکھو. تسی دوویں بندیاں نو, اے میں نہیں کہندا اے اصول میرے واسطے, عمران دی بھی گل چ تسی نہیں بولو گے, مجاز نہیں. تسی کیوں بولو, تسی بے شک تسی اے بے شک, جی جی, ہاں جی, نہ جی, اے مائک میوٹ. اے بھی طریقہ تسی ڈائری تے لکھدے جاؤ. جدوں بندے دا ٹائم ختم ہو جائے یا گل کمپلیٹ ہو جائے تے تسی وہ جڑے پوائنٹ ڈائری تے لکھے نے نا تسی کہو جی اے گل دے. اے بھی طریقہ. اے تہاڈی جی جی تے حضرت جی تے میں بھی گل کرنی, اے نہ گل بھلا دیندی ہے. مائک میوٹ. اصول جدوں بن جاندا ہے نا, اصول پھر ہر ایک واسطے برابر ہوندا ہے. ٹھیک ہو گیا. اچھا جی انہیں کاپی پین پھڑ لو, عمران صاحب تے پوائنٹ لکھنے شروع کر دو, آبجیکشنز میں میوٹ کرتا. میری گل ہو گئی ہے کمپلیٹ. ہن اے اصول اپنے دو انہاں دے ہو گئے, جے مزید انہاں نے کوئی لکھوانے نے تے لکھوا سکدے نے. جی کالو صاحب. گل ہے مفتی صاحب کہ تساں کافی گلاں کیتیاں نے تے میں نہیں چاہتا کہ اس طریقے نال اگر تساں الزام سازیاں کرنیاں نے تے تسی گلاں کرو, ਉਹਦਾ کوئی فائدہ نہیں ہے. کیونکہ تسی الزام سازیاں کرنیاں نے, کوئی فائدہ نہیں سانوں اس موضوع تے مناظرہ کرن دا. سب تو پہلا جی الزام کہ صرف اس قرآن نوں مانتے ہیں جڑا مرزا تے اتریا. اسی تے اس چیز دے قائل ہی نہیں ہے کہ مرزا صاحب تے قرآن کریم اتریا. قرآن کریم تے اترے نبی کریم صلی اللہ علیہ وآلہ وسلم تے, سب تو وڈا الزام.
ਕੁਰਾਨ ਦਾ ਉੱਠ ਜਾਣਾ ਜਿਹੜਾ ਉਹਦਾ ਇਲਮ ਉੱਠ ਜਾਣਾ, ਉਹ ਹਰ ਬੰਦੇ ਨੂੰ ਪਤਾ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ, ਖੁਦ ਫਰਮਾਇਆ ਕਿ ਆਖਰੀ ਜ਼ਮਾਨੇ 'ਚ ਕੁਰਾਨ ਕਰੀਮ ਯਾਨੀ ਨਾਂ ਦਾ ਰਹਿ ਜਾਏਗਾ, ਉਹਦੇ ਤੇ ਅਮਲ ਨਹੀਂ ਹੋਏਗਾ। ਅਗਰ ਉਸ ਚੀਜ਼ ਨੂੰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਹਦੀਸ ਨੂੰ ਮੰਨਣਾ ਤੁਸੀਂ ਇਹ ਸਾਡੇ ਵਾਸਤੇ ਕੁਫਰ ਸਮਝਦੇ ਹੋ, ਤੇ ਕਿਹੜਾ ਨਹੀਂ ਉਸ ਨੂੰ ਮੰਨਦਾ? ਕਿਹੜਾ ਮੁਸਲਮਾਨ ਹੈ ਜਿਹੜਾ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਇਸ ਹਦੀਸ ਤੇ ਈਮਾਨ ਨਹੀਂ ਰੱਖਦਾ? ਅਗਰ ਤੁਸੀਂ ਨਹੀਂ ਰੱਖਦੇ ਤਾਂ ਫਿਰ ਸਾਡੇ ਤੇ ਇਲਜ਼ਾਮ ਨਾ ਲਾਓ। ਇਹਨਾਂ ਮਾਨਿਆ 'ਚ ਅਸੀਂ ਵੀ ਮੰਨਦੇ ਹਾਂ ਕਿ ਹਾਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਜੋ ਕਿਹਾ ਉਹ ਹੱਕ ਗਿਆ, ਕਿ ਕੁਰਾਨ ਕਰੀਮ ਦਾ ਇਲਮ ਉੱਠ ਗਿਆ ਲੋਕਾਂ ਕੋਲੋਂ, ਨਹੀਂ ਹੈ ਲੋਕਾਂ ਨੂੰ ਇਲਮ। ਅਗਰ ਇਹਦਾ ਫਤਵਾ ਤੁਸੀਂ ਸਾਡੇ ਤੇ ਲਾਉਂਦੇ ਹੋ ਕਿ ਅਸੀਂ ਮੰਨਨੇ ਆ, ਤਾਂ ਤੁਸੀਂ ਖੁਦ ਵੇਖ ਲਓ ਕਿ ਤੁਸੀਂ ਕਿਹੜੀ ਜਗ੍ਹਾ ਤੇ ਖਲੋਤੇ ਹੋਵੋਗੇ ਅਗਰ ਤੁਸੀਂ ਇਸ ਹਦੀਸ ਦਾ ਇਨਕਾਰ ਕਰਦੇ ਹੋ ਜਾਂ ਇਹਨੂੰ ਨਹੀਂ ਮੰਨਦੇ। ਦੂਸਰੀ ਬਾਤ, ਇਹ ਅਗਰ ਇਲਜ਼ਾਮ ਲਾਣੇ ਨੇ ਤਾਂ ਮੈਂ ਵੀ ਤੁਹਾਡੇ ਤੇ ਲਾ ਲਾਂਗਾ। ਇਲਜ਼ਾਮ ਲਾਣੇ ਆਸਾਨ ਹੁੰਦੇ ਨੇ, ਕੋਈ ਗੱਲ ਨਹੀਂ, ਮੈਂ 100 ਇਲਜ਼ਾਮ ਲਾ ਦਾਂਗਾ। ਮੈਂ ਕਹਾਂਗਾ ਤੁਹਾਡੇ ਅਕਾਬਰੀਨ ਨੇ ਇਹ ਕਿਹਾ, ਤੁਹਾਡੇ ਅਕਾਬਰੀਨ ਨੇ ਇਹ ਕਿਹਾ। ਤੁਸੀਂ ਸਿਰਫ ਉਹ ਕੁਰਾਨ ਮੰਨਦੇ ਹੋ ਜਿਹੜਾ ਤੁਹਾਡੇ ਅਕਾਬਰੀਨ ਨੇ ਤੁਹਾਨੂੰ ਦਿੱਤਾ ਹੈ, ਜਾਂ ਜਿਹੜਾ ਉਹਨਾਂ ਤੇ ਨਾਜ਼ਲ ਹੋਇਆ, ਜਿਵੇਂ ਤੁਸੀਂ ਅਲਫਾਜ਼ ਇਸਤੇਮਾਲ ਕੀਤੇ ਨੇ। ਤੁਸੀਂ ਵੀ ਫਿਰ ਉਸੇ ਕੁਰਾਨ ਨੂੰ ਮੰਨਦੇ ਹੋ, ਕਿਉਂਕਿ ਉਸ ਕੁਰਾਨ ਤੋਂ ਇਲਾਵਾ ਜਿਹੜਾ ਬੰਦਾ ਤੁਹਾਡੇ ਅਕਾਬਰੀਨ ਦਾ ਕੁਰਾਨ ਨਹੀਂ ਪੜ੍ਹਦਾ, ਉਹਦੇ ਤੋਂ ਇਲਾਵਾ ਸਾਰੇ ਬੰਦੇ ਕਾਫਰ ਨੇ ਤੁਹਾਡੇ ਨਜ਼ਦੀਕ, ਭਾਵੇਂ ਉਹ ਕੁਰਾਨ ਪੜ੍ਹਦੇ ਨੇ ਭਾਵੇਂ ਨਹੀਂ ਪੜ੍ਹਦੇ। ਦੂਸਰੀ ਗੱਲ ਸ਼ਾਹਿਦ ਭਾਈ, ਮੇਰੀ ਵੀ ਇਹ ਸ਼ਰਤ ਹੈ ਕਿ ਮੁਫਤੀ ਸਾਹਿਬ ਜੋ ਦਾਵਾ ਪੇਸ਼ ਕਰਨਗੇ ਨਾ, ਦਲੀਲ ਕੁਰਾਨੋ ਹਦੀਸ ਤੋਂ ਹੀ ਮੰਨੀ ਜਾਏਗੀ। ਅਗਰ ਮੁਫਤੀ ਸਾਹਿਬ ਆਪਣੇ ਦਾਅਵੇ ਤੋਂ ਹਟ ਕੇ ਕੋਈ ਦਲੀਲ ਦਿੰਦੇ ਨੇ, ਜਾਂ ਮੁਫਤੀ ਸਾਹਿਬ ਦਾਅਵੇ ਤੋਂ ਹਟ ਕੇ, ਜਾਂ ਜਿਹੜਾ ਇਹਨਾਂ ਦਾ ਅਕੀਦਾ ਜਾਂ ਦਾਅਵਾ ਜਾਂ ਮੌਜ਼ੂ ਤੋਂ ਹਟ ਕੇ ਕੋਈ ਗੱਲ ਕਰਦੇ ਨੇ, ਤੇ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ। ਜੇ ਤੁਸੀਂ ਮੈਨੂੰ ਮੌਜੂ ਤੋਂ ਹਟ ਕੇ ਬੋਲਦਿਆਂ ਵੇਖੋਗੇ, ਤੁਸੀਂ ਮੈਨੂੰ ਰੋਕ ਸਕਦੇ ਹੋ, ਥੱਲੇ ਵੀ ਲਾ ਸਕਦੇ ਹੋ। ਜੇ ਮੁਫਤੀ ਸਾਹਿਬ ਇਹ ਕੰਮ ਕਰਨਗੇ ਤਾਂ ਫਿਰ ਤੁਹਾਡੇ ਕੋਲ ਵੀ ਇਹ ਜੁਰਤ ਹੋਣੀ ਚਾਹੀਦੀ ਹੈ। ਅਗਰ ਤੁਸੀਂ ਇਸ ਜੁਰਤ ਨੂੰ ਮੰਨੋਗੇ ਤਾਂ ਮੈਂ ਵੀ ਤਿਆਰ ਹਾਂ ਗੱਲ ਕਰਨ ਨੂੰ। ਇਹ ਨਹੀਂ ਹੋ ਸਕਦਾ ਕਿ ਮੁਫਤੀ ਸਾਹਿਬ ਮੌਜੂ ਤੋਂ ਹਟ ਕੇ ਜੋ ਮਰਜ਼ੀ ਕਰੀ ਜਾਣ ਤੇ ਤੁਸੀਂ ਕਹੋਗੇ ਠੀਕ ਹੈ ਜੀ ਹਜ਼ਰਤ ਸਾਹਿਬ ਕਰਨ ਨੇ ਤਾਂ ਕੋਈ ਮਸਲਾ ਨਹੀਂ ਹੈ। ਸਾਡੇ ਦਰਮਿਆਨ ਅਗਰ ਹਯਾਤੇ ਈਸਾ ਦਾ ਮਾਮਲਾ ਤੈਅ ਹੋਏਗਾ ਨਾ, ਤੇ ਫਿਰ ਮੁਫਤੀ ਸਾਹਿਬ ਵੀ ਹਯਾਤੇ ਈਸਾ ਤੋਂ ਹਟ ਕੇ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਕਰ ਸਕਦੇ। ਫਿਰ ਜਿਹੜੀ ਵੀ ਦਲੀਲ ਹੋਏਗੀ ਹਯਾਤੇ ਈਸਾ ਦੇ ਮੁਤਾਬਕ ਹੋਏਗੀ ਔਰ ਇਹਨਾਂ ਦੇ ਦਾਅਵੇ ਦੇ ਮੁਤਾਬਕ ਹੋਏਗੀ, ਔਰ ਮੌਜੂ ਤੋਂ ਹਟ ਕੇ ਮੁਫਤੀ ਸਾਹਿਬ ਫਿਰ ਗੱਲ ਨਹੀਂ ਕਰ ਸਕਣਗੇ। ਅਗਰ ਮੁਫਤੀ ਸਾਹਿਬ ਮੌਜੂ ਤੋਂ ਹਟ ਕੇ ਗੱਲ ਕਰਦੇ ਨੇ ਔਰ ਤੁਸੀਂ ਉਸ ਚੀਜ਼ ਤੇ ਐਕਸ਼ਨ ਨਹੀਂ ਲੈਂਦੇ, ਤੇ ਫਿਰ ਤੁਸੀਂ ਜਿਹੜੇ ਨਾ ਇਸ ਚੀਜ਼ ਦਾ ਮੰਨਿਆ ਜਾਏਗਾ ਕਿ ਤੁਸੀਂ ਜਿਹੜੇ ਨਾ ਗਲਤ ਕਰਦੇ ਪਏ ਹੋ, ਨਾ ਇਨਸਾਫੀ ਕਰਦੇ ਪਏ ਹੋ, ਤੁਸੀਂ ਸਹੀ ਮੁਨਸਫ ਨਹੀਂ ਹੈ। ਮੇਰਾ ਵੀ ਇਹ ਮੇਰੇ ਵੱਲੋਂ ਵੀ ਸ਼ਰਤ ਜੇ, ਪਰ ਟੋਕੋਗੇ ਤੁਸੀਂ, ਮੈਂ ਚੁੱਪ ਰਹਾਂਗਾ। ਠੀਕ। ਅੱਛਾ, ਮੈਂ ਇੱਥੇ ਇੱਕ ਗੱਲ ਕਰਨਾ, ਠੀਕ ਹੈ। ਦੇਖੋ, ਮੈਂ ਇੱਕ ਦੋ ਚੀਜ਼ਾਂ ਨੋਟ ਕੀਤੀਆਂ ਨੇ, ਠੀਕ ਹੈ। ਮੁਫਤੀ ਸਾਹਿਬ ਨੇ ਜਿਹੜੇ ਇਲਜ਼ਾਮਾਤ ਤੇਰੇ ਮੁਤਾਬਕ, ਠੀਕ ਹੈ, ਜਿਹੜੇ ਇਲਜ਼ਾਮਾਤ ਲਗਾਏ ਨੇ ਨਾ, ਠੀਕ ਹੈ, ਕਾਪੀ ਪੈਨ ਤੂੰ ਕੋਲ ਰੱਖ ਲੈ। ਜਿੰਨੀ ਦੇਰ ਤੱਕ ਮੁਫਤੀ ਸਾਹਿਬ ਬੋਲਦੇ ਨੇ, ਜਿੱਥੇ ਜਿੱਥੇ ਤੈਨੂੰ ਓਬਜੈਕਸ਼ਨ ਹੈ ਉਹ ਲਿਖ ਲੈ ਕਿ ਇਹ ਗੱਲ ਇਹ ਮੈਂ ਲਿਖ ਲਈ ਹੈ, ਇੱਥੇ ਮੈਂ ਸਵਾਲ ਕਰਨਾ ਹੈ, ਇੱਥੇ ਮੈਂ ਇਹਨਾਂ ਕੋਲੋਂ ਤਸਦੀਕ ਮੰਗਣੀ ਹੈ, ਇੱਥੇ ਮੈਂ ਤਸਦੀਕ ਮੰਗਣੀ ਹੈ, ਠੀਕ ਹੈ। ਹੁਣ ਮੁਫਤੀ ਸਾਹਿਬ ਨੇ ਕੋਈ 2-3 ਇਲਜ਼ਾਮਾਤ ਲਗਾਏ ਨੇ। ਇੱਕ ਜਿਹੜਾ ਕੁਰਾਨ ਸ਼ਰੀਫ ਦਾ ਲਗਾਇਆ, ਠੀਕ ਹੈ। ਦੂਸਰਾ ਹੋਰ ਵੀ 1-2 ਐਲੀਗੇਸ਼ਨ ਸੀ। ਜੇ ਤੂੰ ਹੁੰਦਾ ਨਾ ਤਾਂ ਤੂੰ ਹੁਣੇ ਹੀ ਇਸ ਚੀਜ਼ ਦੇ ਕਹਿਣਾ ਕਿ ਤੁਸੀਂ ਇਹ 2 ਐਲੀਗੇਸ਼ਨਾਂ ਸਾਡੇ 'ਤੇ ਲਾਈਆਂ ਨੇ, ਇਹਦਾ ਪ੍ਰੂਫ ਦੇ ਛੱਡੋ ਅਤੇ ਉਹਦੇ ਤੋਂ ਬਾਅਦ ਅੱਗੇ ਗੱਲ ਕਰਨੇ ਆ। ਐਨੀਵੇ, ਉਹ ਜਦੋਂ ਇੱਕ ਐਲੀਗੇਸ਼ਨ ਲੱਗਦੀ ਹੈ, ਅਗਲੇ ਬੰਦੇ ਦਾ ਪਾਬੰਦ ਹੋ ਜਾਂਦਾ ਕਿ ਉਹਦੀ ਪ੍ਰੂਫ ਵੀ ਦੇਵੇ ਕਿ ਇਹ ਦੇਖੋ ਇਹ ਸਬੂਤ ਹੈ ਸਾਡੇ ਕੋਲ, ਠੀਕ ਹੋ ਗਿਆ। ਹੁਣ ਅੱਗੇ ਹੋਰ ਜੇ ਵਿੱਚ ਮਜ਼ੀਦ ਤੂੰ ਕੋਈ ਗੱਲ ਕਰਨੀ ਹੈ, ਮੁਫਤੀ ਸਾਹਿਬ ਕੋਈ ਸਵਾਲ ਕਰਨਾ ਹੈ ਤਾਂ ਤੂੰ ਪੁੱਛ ਸਕਣਾ, ਮੈਂ ਮਿਊਟ ਲਾ ਕੇ ਸੁਣਨਾ। ਉਹ ਤੇ ਫਿਰ ਮੌਜੂ ਬਦਲ ਜਾਏਗਾ। ਜੇ ਮੈਂ ਇੱਥੇ ਇਹਨਾਂ ਨਾਲ ਉਹਨਾਂ ਐਲੀਗੇਸ਼ਨ ਜਿਹੜੇ ਇਹਨਾਂ ਲਾਏ ਨੇ ਮੈਂ ਉਹਨਾਂ ਤੇ ਮੁਨਾਜ਼ਰਾ ਕਰਨਾ ਸ਼ੁਰੂ ਕਰ ਦਾਂਗਾ ਤੇ ਫਿਰ ਤੇ ਗੱਲ ਹੀ ਖਤਮ ਹੈ ਨਾ। ਫਿਰ ਤੇ ਸ਼ਰਾਇਤ ਤੇ ਫਬਾਏ ਹੋ ਜਾਣਗੀਆਂ ਨਾ, ਉਹ ਤੇ ਖਤਮ ਨੇ ਨਾ। ਫਿਰ ਮੈਂ ਇਹਨਾਂ ਤੇ ਗੱਲਾਂ ਤੇ ਕਰ ਲੈਣਾ ਜੋ ਮੁਫਤੀ ਸਾਹਿਬ ਨੇ ਗੱਲਾਂ ਕੀਤੀਆਂ ਨੇ। ਮੁਫਤੀ ਸਾਹਿਬ ਵੀ ਮੇਰੇ ਕੋਲ ਦਲੀਲ ਮੰਗੀ, ਮੁਫਤੀ ਸਾਹਿਬ ਮੰਗੀ ਜਿਹੜੀ ਮੈਂ ਇਹਨਾਂ ਨੂੰ ਕਿਹਾ ਸੀ, ਤੇ ਉਸ ਚੀਜ਼ ਨੂੰ ਫਿਰ ਇਹਨਾਂ ਕਿਹਾ ਕਿ ਅਸੀਂ ਹਦੀਸ ਕਾਲੂ ਇੱਕ ਸੈਕਿੰਡ ਮੈਂ ਤੈਨੂੰ ਗੱਲ ਦੱਸਾਂ, ਹਦੀਸ ਨੂੰ ਮੰਨਦੇ ਆ ਜਿਹੜੀ ਕੁਰਾਨ ਕਰੀਮ ਦੇ ਨਾਲ ਟਕਰਾਉਂਦੀ ਨਹੀਂ ਹੈ। ਜਿਹੜੀ ਹਦੀਸ ਦੀ ਕੁਰਾਨ ਕਰੀਮ ਤਸਦੀਕ ਕਰਦਾ ਜਾਂ ਜਿਹੜੀ ਹਦੀਸ ਕੁਰਾਨ ਕਰੀਮ ਦੇ ਨਾਲ ਨਹੀਂ ਟਕਰਾਉਂਦੀ, ਅਸੀਂ ਉਹਨੂੰ ਮੰਨਦੇ ਹਾਂ। ਹਾਂ, ਅਸੀਂ ਉਸ ਹਦੀਸ ਨੂੰ ਨਹੀਂ ਮੰਨਦੇ ਜਿਹੜੀ ਕੁਰਾਨ ਕਰੀਮ ਦੇ ਨਾਲ ਟਕਰਾਉਂਦੀ ਹੈ, ਜਾਂ ਜਿਹੜੀ ਹਦੀਸ ਦੀ ਕੁਰਾਨ ਕਰੀਮ ਕੋਲੋਂ ਤਸਦੀਕ ਨਹੀਂ ਮਿਲਦੀ, ਅਸੀਂ ਨਹੀਂ ਮੰਨਦੇ। ਹੁਣ ਮੁਫਤੀ ਸਾਹਿਬ ਕੋਲੋਂ ਇਹਨਾਂ ਦਾ ਦਾਵਾ ਲੈ ਲਓ ਔਰ ਇਹਨਾਂ ਨੂੰ ਪੁੱਛ ਲਓ ਕਿ ਮੁਫਤੀ ਸਾਹਿਬ ਕੁਰਾਨ ਹਦੀਸ ਤੋਂ ਇਲਾਵਾ ਤੁਸੀਂ ਕਿਹੜੀ ਜਗ੍ਹਾ ਤੋਂ ਗੱਲ ਕਰਨੀ ਹੈ। ਮੈਂ ਮੁਫਤੀ ਸਾਹਿਬ ਨਾਲ ਉਸ ਵਕਤ ਗੱਲ ਤੋਂ ਤਿਆਰ ਹਾਂ ਇਸ ਜਗ੍ਹਾ 'ਤੇ ਹਯਾਤੇ ਈਸਾ 'ਤੇ ਕਿ ਅਗਰ ਇਹ ਮਿਰਜ਼ਾ ਸਾਹਿਬ ਦੀ ਕੁਤਬ ਤੋਂ ਮੈਨੂੰ ਕੋਈ ਹਵਾਲਾ ਪੇਸ਼ ਨਹੀਂ ਕਰਨਗੇ, ਕੁਰਾਨ ਹਦੀਸ ਤੋਂ ਆਉਣ ਤੇ ਮੈਂ ਮੋਸਟ ਵੈਲਕਮ ਹਾਂ। ਦਾਵਾ ਲੈ ਲਓ ਨੇ ਕੁਰਾਨ ਹਦੀਸ ਦੀ ਜਿਹੜੀ ਇਹਨਾਂ ਕੋਲੋਂ ਗਰੰਟੀ ਲੈ ਲਓ ਨੇ, ਤੇ ਅਗਲੀ ਜਿਹੜੀ ਗੱਲ ਹੈ ਫਿਰ ਕਰ ਲਓ।
ਜੀ ਮੁਫਤੀ ਸਾਹਿਬ, ਇਹਦੇ 'ਚ ਮੁਫਤੀ ਸਾਹਿਬ ਦੇ ਬੋਲਣ ਤੋਂ ਪਹਿਲੇ ਨਾ ਮੈਂ ਇੱਕ ਅਰਜ਼ ਕਰ ਸਾਂ ਕਿ ਦੇਖੋ ਤੁਸੀਂ ਫਿਰ ਇਹਦਾ ਮਤਲਬ ਹੈ ਕਿ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਨੂੰ ਜਿਹੜਾ ਵੇ ਉਹ ਇੱਕ ਸਾਈਡ 'ਤੇ ਹੀ ਰੱਖਦੇ ਹੋ ਪਏ, ਠੀਕ ਹੈ, ਬਿਲਕੁਲ ਹੀ ਲਾ ਤਲਕੀ ਦਾ ਐਲਾਨ ਕਰਦੇ ਹੋ। ਮੈਂ ਲਾ ਤਲਕੀ ਦਾ ਐਲਾਨ ਨਹੀਂ ਕਰਦਾ ਪਿਆ। ਜਿਹੜਾ ਮੌਜੂ ਹੈ, ਜਿਹੜੇ ਮੌਜੂ ਦਾ ਹੱਲ ਤਲਬ ਹੈ, ਉਹ ਮੌਜੂ ਨੂੰ ਉਸੇ ਚੀਜ਼ ਦੇ ਨਾਲ ਹੀ ਹੱਲ ਕੀਤਾ ਜਾਏ ਤਾਂ ਬਿਹਤਰ ਹੁੰਦਾ। ਓਕੇ, ਲੇਕਿਨ ਗੱਲ ਇੱਥੇ ਇਮਰਾਨ ਪਤਾ ਕੀ ਗੱਲ ਹੈ, ਇੱਥੇ ਗੱਲ ਪਤਾ ਕੀ ਹੈ ਕਿ ਦੇਖੋ ਤੁਸੀਂ ਹੁਣ ਮਸਲਾ ਹੈ ਮਿਰਜ਼ਾ ਸਾਹਿਬ ਦਾ, ਠੀਕ ਹੈ, ਤੇ ਮਿਰਜ਼ਾ ਸਾਹਿਬ ਨੇ ਆਪਣੀਆਂ ਕਿਤਾਬਾਂ ਲਿਖੀ ਦੀਆਂ ਨੇ, ਠੀਕ ਹੈ। ਸ਼ਾਹਦ ਭਾਈ ਕੁਰਾਨੋ ਹਦੀਸ ਤੋਂ ਮੈਂ ਗੱਲ ਕਰਨ ਡਿਆ ਯਾਰ ਇੱਕ ਸੈਕਿੰਡ ਗੱਲ ਤੇ ਸੁਣ ਲੈ ਨਾ। ਜਦੋਂ ਇੱਕ ਤੁਸੀਂ ਜਾਂ ਤੇ ਫਿਰ ਇੱਕ ਨਾ ਮੈਂ ਹੁਣ ਇੱਕ ਅਕਲਮੰਦੀ ਵਾਲੀ ਗੱਲ ਕਰਨ ਲੱਗਾ ਕਿ ਦੇਖੋ ਤੁਸੀਂ ਗੱਲ ਕਰਦੇ ਹੋ ਮਿਰਜ਼ਾ ਸਾਹਿਬ ਦੀ ਕਿਤਾਬ ਨੂੰ ਵੀ ਰੱਦ ਨਹੀਂ ਕਰਨਾ, ਤੇ ਜਦੋਂ ਕੋਈ ਵੀ ਐਸੀ ਕੋਈ ਪਚੀਦਾ ਗੱਲ ਆ ਜੇ ਕਿ ਜਿਹੜੀ ਮਿਰਜ਼ਾ ਸਾਹਿਬ ਨੇ ਬਜ਼ਾਤੇ ਖੁਦ ਲਿਖੀ ਦੀ ਆਪਣੀ ਕਿਤਾਬ ਦੇ ਵਿੱਚ, ਠੀਕ ਹੈ, ਉਹਨੂੰ ਫਿਰ ਜਦੋਂ ਅਸੀਂ ਸਾਬਤ ਕਰਨਾ ਵੇ ਕਿ ਇਹ ਦੇਖੋ ਜੀ ਇੱਥੇ ਮਿਰਜ਼ਾ ਸਾਹਿਬ ਇਹ ਕਹਿ ਰਹੇ ਸਨ। ਹੁਣ ਮੈਂ ਇੱਕ ਛੋਟੀ ਜਿਹੀ ਮਿਸਾਲ ਦੇਣਾ, ਮੁਫਤੀ ਸਾਹਿਬ ਨੇ ਐਲੀਗੇਸ਼ਨ ਲਾਈ ਹੈ ਕਿ ਤੁਸੀਂ ਜਿਹੜਾ ਕੁਰਾਨ ਮੰਨਦੇ ਹੋ, ਠੀਕ ਹੈ, ਉਹ ਵੇ ਜਨਾਬ ਉਹ ਮਿਰਜ਼ਾ ਸਾਹਿਬ ਤੇ ਉਤਰਿਆ ਨੌਜ਼ ਬਿੱਲਾ, ਠੀਕ ਹੈ। ਹੁਣ ਤੂੰ ਉੱਥੇ ਕਿਹਾ ਕਿ ਮੇਰਾ ਇਹ ਅਕੀਦਾ ਨਹੀਂ ਹੈ, ਠੀਕ ਹੈ। ਹੁਣ ਤੇਰਾ ਫਰਜ਼ ਇੱਥੇ ਬਣਦਾ ਸੀ ਕਿ ਮੁਫਤੀ ਸਾਹਿਬ ਤੁਸੀਂ ਮੈਨੂੰ ਜਿਹੜਾ ਨਾ ਸਾਬਤ ਕਰਕੇ ਦੱਸੋ। ਫਿਰ ਉਹ ਦੱਸ ਤੇ ਚੁੱਕਿਆਂਗੇ ਸ਼ਾਹਦ ਭਾਈ, ਜੇ ਇਹ ਗੱਲ ਕਰਾਂਗਾ ਤੇ ਫਿਰ ਮੈਂ ਇਸੇ ਚੀਜ਼ ਤੇ ਮੁਨਾਜ਼ਰਾ ਕਰ ਲੈਂਦੇ ਆ ਪਹਿਲੋਂ। ਨਹੀਂ ਗੱਲ ਇੱਥੇ ਮੁੱਕਦੀ ਹੈ ਨਾ ਕਿ ਦੇਖ ਹੁਣ ਸ਼ੁਰੂ ਹੋ ਜਾਏਗਾ ਨਾ ਜਦੋਂ ਮੈਂ ਦਲੀਲ ਮੰਗਾਂਗਾ। ਉਹਨਾਂ ਨੇ ਦਾਵਾ ਪੇਸ਼ ਕਰ ਦਿੱਤਾ, ਠੀਕ ਹੈ, ਹੁਣ ਮੈਂ ਉਹਨਾਂ ਦੇ ਦਾਅਵੇ ਦੇ ਮੁਤਾਬਕ ਦਲੀਲਾਂ ਮੰਗਣ ਲੱਗ ਪੈਣਾ, ਫਿਰ ਮੈਂ ਅੱਗੋਂ ਉਹਨਾਂ ਦਾ ਰੱਦ ਕਰਨ ਲੱਗ ਪੈਣਾ ਵਾ, ਤੇ ਫਿਰ ਤੋਂ ਮੁਨਾਜ਼ਰਾ ਇਸੇ ਚੀਜ਼ ਤੇ ਪਹਿਲੋਂ ਕਰ ਲੈਂਦੇ ਆ। ਫਿਰ ਇਹੀ ਚੀਜ਼ ਫਿਰ ਕੁਰਾਨੋ ਹਦੀਸ ਤੇ ਹੋਣੀ ਹੈ ਕਿ ਜਦੋਂ ਮੁਫਤੀ ਸਾਹਿਬ ਕੋਈ ਕੁਰਾਨ ਦੀ ਹਦੀਸ ਪੇਸ਼ ਕਰਨਗੇ, ਠੀਕ ਹੈ, ਕੁਰਾਨ ਦੀ ਕੋਈ ਆਇਤ ਪੇਸ਼ ਕਰਨਗੇ, ਮੈਂ ਕਹਿੰਦਾ ਕਰੋ ਪੇਸ਼, ਮੈਂ ਤੇ ਇਹੀ ਕਹਿਣਾ ਕਿ ਕੁਰਾਨ ਤੇ ਫਿਰ ਉਹਦੇ 'ਚ ਜਦੋਂ ਤੁਸੀਂ ਰੱਦ ਕਰੋਗੇ ਉਹ ਵੀ ਫਿਰ ਗਲਤ ਗੱਲ ਹੈ ਨਾ। ਕੁਰਾਨ ਹਦੀਸ ਤੋਂ ਅਗਰ ਇਹਨਾਂ ਦੇ ਤੀਸਰੇ ਪਰਸਨ ਦਾ ਸਹਾਰਾ ਲੈਣਾ ਪਏਗਾ ਕਿ ਜਿਹੜਾ ਜਿਹਦੇ ਬੰਦੇ ਤੇ ਗੁਫ਼ਤਗੂ ਹੋ ਰਹੀ ਹੈ। ਯਾਰ ਤੁਸੀਂ ਮੇਰੇ ਨਾਲ ਮਿਰਜ਼ਾ ਸਾਹਿਬ ਦੀਆਂ ਮੇਰੀ ਸ਼ਰਤ ਇਹ ਕਿ ਮੇਰੇ ਨਾਲ ਅਗਰ ਤੁਸੀਂ ਹਯਾਤੇ ਈਸਾ ਤੇ ਗੱਲ ਕਰਨੀ ਨਾ ਤਾਂ ਕੁਰਾਨ ਹਦੀਸ ਤੋਂ ਕਰਨੀ, ਬਸ ਅਗਲੀ ਗੱਲ ਨਹੀਂ ਹੈ, ਮੇਰੀ ਇਹ ਸ਼ਰਤ ਹੈ ਜੀ। ਮੁਫਤੀ ਸਾਹਿਬ ਹੁਣ ਤੁਸੀਂ ਆਪ ਹੀ ਮੁਕਾ ਲਓ, ਮੈਂ ਜਿੰਨੀ ਐਕਸਪਲੇਨੇਸ਼ਨ ਦੇਣੀ ਸੀ ਮੈਂ ਇਮਰਾਨ ਨੂੰ ਦੇ ਚੁੱਕਿਆ ਹਾਂ। ਸ਼ਾਹਦ ਭਾਈ ਮੇਰੀ ਇਹ ਸ਼ਰਤ ਹੈ ਕਿ ਅਗਰ ਇਸ ਮੌਜੂ ਤੇ ਗੱਲ ਹੋਣੀ ਹੈ ਤੇ ਇਹ ਉਹਦੀਆਂ ਹਦੂਦ ਨੇ। ਅਗਰ ਮੁਫਤੀ ਸਾਹਿਬ ਨੂੰ ਮਨਜ਼ੂਰ ਹੈ ਤਾਂ ਠੀਕ ਹੈ, ਨਹੀਂ ਮਨਜ਼ੂਰ ਤਾਂ ਠੀਕ ਹੈ, ਕੋਈ ਮਸਲਾ ਨਹੀਂ। ਮੁਫਤੀ ਸਾਹਿਬ, ਮੁਫਤੀ ਮੁਬਸ਼ਰ ਸਾਹਿਬ ਪਲੀਜ਼ ਮੁਰਸ਼ਦ ਅਨਮਿਊਟ ਕਰੋ ਤੇ ਇਹਦੇ ਨਾਲ ਆਪ ਹੀ ਗੁਫ਼ਤਗੂ ਕਰ ਲਓ। ਮੈਂ ਜੋ ਜਸਟੀਫਿਕੇਸ਼ਨ ਦੇਣੀ ਸੀ ਮੈਂ ਦੇ ਚੁੱਕਿਆ ਵਾਂ, ਤੁਸੀਂ ਉਹਨਾਂ ਦੇ ਨਾਲ ਬਜ਼ਾਤੇ ਖੁਦ ਗੱਲ ਕਰ ਲਓ, ਮੈਂ ਅਨਮਿਊਟ ਕਰ ਲੈਣਾ ਜੀ। अच्छा, गुजारिश है वे कि इन्होंने जी गुफ्तगू की है कि ये तो हमारे ऊपर इल्ज़ाम लगा रहे हैं आप लोग, ऐसी बात कोई नहीं है। तो कादियानी मुरब्बी साहब ने ये मुझसे दलील क्यों नहीं तलब की? इन्होंने बग़ैर दलील तलब किए क्यों कह दिया कि ये इल्ज़ाम है? ये इल्ज़ाम और बुहतान मेरे ऊपर अब लगा रहे हैं, ये झूठ का बुहतान लगा रहे हैं कि तुमने झूठ बोला है, जब इन्होंने अभी दलील ही नहीं इनको दी गई या दलील इनके सामने नहीं थी। इन्होंने कैसे ये मेरे ऊपर ये बात कर दी कि तुमने हमारे ऊपर इल्ज़ाम लगाया है? मतलब तुम ये कहना चाहते हो कि मैं झूठा हूँ? इस पॉइंट को नोट कीजिए शाहिद भाई, मुझे इसका जवाब चाहिए, जवाब ले के देना है आपने। हाँ, ये मेरी तौहीन की है इन्होंने, ये कितनी बड़ी बात इन्होंने कर दी है कि जनाब तुमने इल्ज़ाम लगाया हमारे ऊपर, हालांकि इन्होंने मुझसे कोई दलील तलब नहीं की। ये मुझसे या तो दलील तलब करते ना। अगली बात इन्होंने ये की कि ये जो कुरान मिर्ज़े के ऊपर नाज़िल हुआ है उससे मुराद असल में ये थी कि इल्म उठ गए है। अच्छा, हदीस के अंदर जो था कि इल्म उठ गया, तो हदीस के अंदर ये भी होना चाहिए था कि दोबारा मसीह मऊद के ऊपर कुरान नाज़िल होगा। अगर यही मुराद थी, वो हदीस आपको याद आ गई है, तो साथ ये नहीं याद आया मसीह मऊद के ऊपर कुरान नाज़िल होगा है? हदीस में तो कहीं नहीं है कि मसीह मऊद के ऊपर वो दोबारा फिर कुरान नाज़िल होगा है। इसका भी मुझे सबूत चाहिए, दलील चाहिए है कि अब मैं अपने असूल मुनाजरा लिखवाने लगा हूँ। ये इमरान कालू साहब लिख लें, हिम्मत करें,
आपने तो लिखवा दिए, आपके 2 असूल मुनाजरे हैं जी। अपना दावा पेश करें, अपने मुसलमात पेश करें। मैं इंशाल्लाह अपना दावा भी पेश करूंगा, अपने मुसलमात भी पेश करूंगा, लेकिन मेरी भी कुछ शराइत हैं, वो अब नोट करें। सबसे पहले तो जनाब इनकी जो पहला है असूल कि अपना दावा पेश करें, तो मैं दावा पेश करने लगा हूँ, लिख लें जी। मेरा दावा है कि हज़रत ईसा अलैहिस्सलातु वस्सलाम यानी ईसा इब्ने मरियम अलैहिस्सलातु वस्सलाम ज़िंदा आसमान पर तशरीफ़ ले गए हैं और कुर्बे क़यामत में ज़िंदा आसमान से नज़ूल करेंगे। ये मेरा दावा है। अच्छा जी, कहते हैं जी नंबर 2 इन्होंने ये कहा था, मुतालबा ये किया था कि अपने मुसलमात पेश कर दें। मेरे मुसलमात कुरान है और सही हदीस है। ठीक है जी, इनका मैंने मुतालबा पूरा कर दिया। ठीक है जनाब। अच्छा जी, अब आ जाते हैं मेरे असूल मुनाजरा, लिख लें जी। नंबर 1, जो बात भी की जाएगी दलील से बात की जाएगी, दलील उसकी दी जाएगी मुकम्मल। जो आपका दावा है कि पहला असूल मुनाजरा है मेरा, जो बात भी की जाएगी बात दलील से की जाएगी, हवाइयाँ नहीं छड़नियाँ। भाई बिल्कुल नहीं ना भाई। भाई माइक म्यूट भाई, माइक म्यूट भाई। सॉरी। शायद भाई मैं बिन बताए मुनाजरा छड़ के टुर जाना है। हाँ भाई, मैं मुनाजरा अपने स्टाइल करन दा तरीक मेरा वे इंज नहीं भाई मेरे को होंदे। मेरे को अपनी बराड़ भी है वे माशाल्लाह। नंबर 2, जितना टाइम फरीके अव्वल को दिया जाएगा उतना ही टाइम फरीके सानी को भी दिया जाएगा। और इसको मेहनत जो है वो होस्ट ने करना है, जो ब्राड का होस्ट है उसने करना है। वो खुद इतला करेगा भाई टाइम ख़त्म हो गया बस। नंबर 3 भाई, मुनाजरे का टोटल टाइम जो है ना मेरे नज़दीक 1.5 घंटा, अगर इमरान साहब चाहें तो कमो बेश हो सकता है, 1.5 घंटा का टाइम होगा। और अगर काबिल तशन्नो हो गुफ्तगू तो अगली तारीख का ऐलान कर दिया जाए कि अगली जो नशिस्त होगी फ़लाँ डेट फ़लाँ टाइम के मुताबिक दोबारा होगी। अगर गुफ्तगू इनकम्प्लीट रह जाए तो अगली तारीख का ऐलान उस 1.5 घंटे के इख्तिताम पर कर दिया जाएगा। ठीक है, तो उसकी रिकॉर्डिंग करके फिर हम अपने YouTube के चैनल ख़त्म नबूवत टाइम्स के ऊपर अपलोड कर देंगे। अगर कादियानी मुरब्बी साहब भी रिकॉर्डिंग करना चाहें तो वो अपने तय कर सकते हैं। नंबर 4, कादियानी मुरब्बी साहब अपना दावा पेश करेंगे। नंबर 5, कादियानी मुरब्बी साहब अब अपने मुसलमात पेश करेंगे। ठीक है जी, मेरा टाइम कंप्लीट हुआ, मैंने गुफ्तगू कर ली। अब माइक आपके हवाले बात कर सकते हैं। अच्छा मुफ्ती साहब, यहाँ पर मैं ना एक बात मैं भी करना चाहता हूँ। जैसे कि आपने सुन लिया कि सॉरी यार क्यों मैं कालू कहता हूँ, इमरान ने बोला कि मिर्ज़ा साहब की किताबों से नहीं। ठीक है, ये जो आपने बात की है ना कि दलील दी जाएगी, ठीक है, इसमें थोड़ी सी वजाहत कर दें, क्योंकि फिर मुनाजरे में ये अगर कोई ऐसी वैसी बात हो गई तो ये सब कुछ मुझ पे आएगा। तो प्लीज़ दोनों फ़रकीन जो है ना ये मुझे बताएं कि ये जो दलील दी जाएंगी ये कहाँ से आएंगी। ठीक है, अब मैं आ गया हूँ मुनाजरे के असूलों पे, तो ठीक है, दोनों फ़रकीन जो है ना मुझे असूल बताएं कि जो दलील दी जाएगी ये कहाँ से आएगी। ठीक है, अगर तो दोनों देखें शायद भाई ये इनकी किताबों के अंदर लिखा हुआ है। मिर्ज़ा कादियानी कहता है कि अगर तुम लोगों ने मुझे सच्चा करना है या झूठा करना है तो मेरी कुतुब मसूफ़ा से मुझे सच्चा या झूठा करो। समझ आई कि पहली दलील। दूसरी दलील ये कि इनकी किताबों में लिखा हुआ है कि मिर्ज़ा कादियानी की जो किताबें हैं कुरान की तफसीरें हैं। ठीक है। नंबर 3, मिर्ज़ा कादियानी की जो किताबें हैं उससे मुआरफ खुलते हैं और आसमानी फरिश्ते नाज़िल होते हैं। ये इनकी कोई लिखा हुआ है। अगर इमरान साहब मुझसे दलील तलब करेंगे मैं दलील दे दूंगा।
اور یہ ابھی پیش کریں گے نا، میں نے پوچھ لیا ان سے، اپنا دعویٰ بھی پیش کریں گے، اپنے مسلمات بھی پیش کریں گے، وہ بھی سب کچھ سامنے آ جاتا ہے، آپ ان کو بات کرنے دیں۔ اب عمران، میں نے جو دیکھو جو میرا فرض تھا نا ابھی ایک سالس کا، وہ میں نے آپ کے اوپر عیاں کر دیا ہے، مفتی صاحب کے اوپر بھی سب کچھ عیاں کر دیا ہے۔ اگر تو آپ کو یہ شرطیں قبول ہے کہ دلیل پہ جو بات کر رہے ہیں ان کو کیسے استعمال کرنا ہے، اگر تو آپ کو اس چیز پہ ہے تو آپ مائک کھولیں اور مجھے بتا دیں پلیز۔ بات یہ ہے کہ مفتی صاحب نے جو دعویٰ پیش کیا ہے اور انہوں نے جو اپنی مسلمات بیان کی ہیں وہ قرآن و حدیث ہے، ٹھیک ہے۔ یہ ہے مفتی صاحب کا دعویٰ کہ حضرت عیسیٰ علیہ السلام زندہ آسمان پر چلے گئے اور قرب قیامت میں آسمان سے نازل ہوں گے، یہ ان کا دعویٰ ہے۔ اور جو انہوں نے مسلمات اپنی بتائی ہیں یا جن سے یہ دلائل اخذ کر کے ہمیں یہ ثابت کریں گے وہ ہیں قرآن و حدیث، ٹھیک ہے۔ یہ ہے ان کا۔ آگے انہوں نے 5 شرائط بتائی ہیں۔ میری ایک یہ شرط میں بار بار ان سے دہرا رہا ہوں کہ مفتی صاحب قرآن و حدیث سے ہم باہر نہیں جانے دیں گے آپ، یہ ہمارے ایک ہی شرط ہے۔ ہم مرزا صاحب کی کتب کی طرف آپ کو نہیں جانے دیں گے، یہ ہماری شرط ہے، یہ سب سے اہم شرط ہے۔ آپ نے جو دعویٰ پیش کیا ہے آپ قرآن و حدیث سے ہی پابند ہیں، آپ مرزا صاحب کی کتب سے ہمیں کوئی حوالہ پیش نہیں کر سکتے۔ اس کی وجہ یہ ہے کہ سننے والوں کو یہ سمجھ نہیں آئے گی کہ آپ کا جو دعویٰ ہے اور آپ دلیل کہاں سے دے رہے ہیں، اس سے چیز محبم جو ہے نا متشابہ ہو جائے گی، واضح نہیں ہوگی۔ کیونکہ مرزا صاحب کا جو عقیدہ تھا وہ 56 سال تک یہی تھا۔ جب تک مرزا صاحب کو اللہ تعالیٰ کی طرف سے رہنمائی نہیں ملی تو مرزا صاحب کا یہی عقیدہ تھا کہ حضرت عیسیٰ علیہ السلام زندہ ہیں۔ بے شک الہام کے ذریعے یہ ان کا عقیدہ نہیں تھا، لیکن یہ عقیدہ تھا ان کا جو ان کو ان کے والدین کی طرف سے ملا تھا، مسلمانوں کی طرف سے ملا تھا، وہ اس پر قائم تھے۔ تو اس وجہ سے اس چیز سے بچنے کے لیے کہ چیزیں مکمل واضح ہوں تو ہم اس لیے مفتی صاحب کو کہہ رہے ہیں کہ آپ کتب کی طرف نہ جائیں۔ آپ کا جو دعویٰ ہے آپ نے قرآن و حدیث سے ہی ثابت کرنا ہے۔ میرا جو دعویٰ کہہ رہے ہیں تو مفتی صاحب کو بھی اصول مناظرہ کا پتہ ہے کہ ایک دعویٰ پر 2 مدعی نہیں ہوتے۔ ان کا یہ دعویٰ ہے، یہ ان کی دلیلیں ہیں، دلیل جب دیں گے تو میں بھی اپنا دعویٰ اور دلیل، ہاں میرا جو ہے، میں جس چیز پر مدعی ہوں وہ ہے وفات عیسیٰ، میں حیات عیسیٰ پر مدعی نہیں ہوں، یہاں پر میں سائل ہوں۔ میں جس چیز پر مدعی ہوں وہ ہے وفات عیسیٰ، اور وفات عیسیٰ کے بارے میں میرا یہ عقیدہ ہے کہ حضرت عیسیٰ علیہ السلام فوت ہو چکے ہیں۔ قرب قیامت میں حضرت عیسیٰ علیہ السلام بنی اسرائیل کے جو نبی ہیں وہ نازل نہیں ہوں گے۔ اور میرے لیے بھی جو مسلمات ہیں یا جن سے میں ان کو دلیل دوں گا وہ بھی قرآن و حدیث ہیں۔ لکھ لیں مفتی صاحب میرا دعویٰ۔ جی بول سکتا ہوں میں؟ جی بولیں۔ جی 1 منٹ۔ اچھا آپ اپنا لکھوائیے، دعویٰ کیا ہے؟ میں لکھ لیتا ہوں۔ دعویٰ ہے حضرت عیسیٰ علیہ السلام فوت ہو چکے ہیں۔ 1 منٹ۔ دعویٰ حضرت عیسیٰ علیہ السلام فوت ہو چکے ہیں۔ جی بس؟ جی بس۔ اور قرب قیامت میں حضرت عیسیٰ علیہ السلام نازل نہیں ہوں گے، بنی اسرائیل کے نبی وہ نازل نہیں ہوں گے۔ 1 منٹ، ہو چکے ہیں اور قرب قیامت میں عیسیٰ ابن مریم نبی بنی اسرائیل نازل نہیں ہوں گے۔ 1 منٹ، عیسیٰ ابن مریم نازل نہیں ہوں گے؟ نہیں۔ اچھا نازل نہیں ہوں گے بلکہ وہ چھوڑیں، نہیں چھوڑنا نہیں نا، دعویٰ تو مکمل ہو۔ دعویٰ مکمل ہے وفات عیسیٰ۔ بھیا آپ کا یہ دعویٰ ہی نہیں ہے آپ لوگوں کا؟ نہیں، یہ دعویٰ بلکہ کیا ہے؟ بلکہ آپ تو مرزا صاحب کو مانتے ہیں نا۔ وفات عیسیٰ کا اور حیات عیسیٰ کا یہاں پر ہاں وہی نا، بلکہ آگے کریں بھائی، نہیں ایسے نہیں، یہ آپ کا دعویٰ انکمپلیٹ ہے، دعویٰ انکمپلیٹ ہے آپ کا بھائی۔ کیوں علیحدہ موضوع ہے بھائی؟ دیکھیں حیات و وفات مسیح کے اوپر ڈیبیٹ ہے نا، اپنا دعویٰ مکمل کریں۔ حیات عیسیٰ پر ہے یہ بھائی، مرزا صاحب اصل تو رول ہے مرزا صاحب کا ہے۔ کیا آپ عیسیٰ ابن مریم مرزا قادیانی کو مانتے ہیں؟ ہم کسی بلکہ لکھوائیے
दावा मुकम्मल करवाइए जनाब, ऐसे नहीं। मुकम्मल है, हम वफात ईसा पर आपको दे दिया है। शाहिद भाई आप ही निबेड़ें भाई, दावा कंप्लीट करवाएं, दावा कंप्लीट करवाएं। ये दावा नहीं है ना, कितना कंप्लीट करूं मैं? अच्छा, मैं यहाँ पे मैं ये आपसे सवाल पूछूंगा मिस्टर कालू, सॉरी यार दूर फिट हूँ मेरा, मिस्टर इमरान। जब आप लोग कहते हो कि हजरत ईसा अलैहिस्सलाम वफात पा चुके हैं नौज़ बिल्लाह, ठीक है, तो जो बंदा आया था फिर उसको आपने साबित भी तो करना है कि मिर्जा साहब आ गए। वो उसकी मौजूद जगह अलग है शाहिद भाई, आप भी देखें, आप खुद सोचें कि इस वक्त जिस मौजू पर बात हो रही है, क्या हजरत ईसा अलैहिस्सलाम जिंदा हैं या नहीं? ठीक है, मुफ्ती साहब ने कहा कि वो जिंदा हैं, आसमानों पर चले गए, कुर्बे क़यामत में नाज़िल होंगे। मैंने कहा कि वो फौत हो गए, कुर्बे क़यामत में नाज़िल नहीं होंगे। ठीक है, बात खत्म। तो आगे से सवाल ये भी पैदा होगा, दावा मिल गया। नहीं, आगे सवाल ये पैदा होगा कि अगर आप लोग, क्योंकि आप लोग अपने आप को मुसलमान कहते हो और हम भी मुसलमान कहते हैं, ठीक है, लेकिन हम आपको रद्द ही इसीलिए करते हैं कि वो मसला है मिर्जा साहब का, ठीक है जनाब। वो तो फिर सदाकत मिर्जा साहब की सदाकत पे बात होगी या नज़ूल ईसा पर बात होगी, तो वो एक अलहदा मौजू है। यहाँ पर तो ना नज़ूल ईसा पर बात हो रही है और ना ही मिर्जा साहब की सदाकत पर बात हो रही है। यहाँ बात हो रही है हजरत ईसा की हयात पर। मुफ्ती साहब आप बोले, बारे में अपना दावा पेश कर दिया है। मैंने हजरत ईसा अलैहिस्सलाम की वफात के बारे में दावा पेश कर दिया। जी, दावा कंप्लीट कर दिया आपने? हाँ जी, कंप्लीट है मेरा। अच्छा जी, तो मुसलमात बता दें। कुरान और हदीस और मिर्जा साहब की कुतब है मेरे लिए तो मुसल। ठीक है जी, एक मिनट। कुरान। अच्छा, मुफ्ती साहब भाई यार शायद एक मिनट की यार तुझे एक ते तुझे अल्लाह दी कसम। सॉरी यार एक गल रबत चल रही होंदी यार, की हो यार, शायद मैं म्यूट लाता सर। ऐ ना होवे कि मैं इमरान ਨੂੰ ਛੱਡ ਕੇ ਤੁਹਾਨੂੰ ਲੰਮੇ ਪਾ ਲਾਂ, ਤੁਸੀਂ ਜਾਣਦੇ ਨਹੀਂ ਮੈਨੂੰ ਐ। मैं ਤੁਸੀਂ ਮੁਫਤੀ ਸਾਹਿਬ ਹੁਕਮ ਕਰੋ, मैं ਹੁਣੇ ਕੈਮਰਾ ਆਨ ਕਰਕੇ ਕੰਨ ਫੜ ਲਓ ਚੰਗੀ ਭਲੀ ਰੱਬਤ ਚ ਗੱਲ ਚੱਲ ਰਹੀ ਹੁੰਦੀ ਹੈ, ਤੁਸੀਂ ਵਿੱਚ ਟਾਉਂ ਕਰਕੇ ਬੋਲ ਕੇ ਤੇ ਸਾਰਾ ਹੀ ਮਜ਼ੇ ਕਰਕਰਾ ਕਰ ਦਿੰਦੇ। अच्छा जी, अच्छा, कुरानो हदीस और मिर्ज़ा साहब की कुतुब मिर्ज़ा साहब जी। अच्छा, कुतुब मिर्ज़ा के अंदर खुलफा की किताबें या रसाइल आप लोगों के वो भी आएंगे कि नहीं? मैंने आपको मिर्ज़ा साहब की कुतुब का नाम किया है। नहीं, वैसे तो देखें ना, मैंने आपसे जो मुफ्ती साहब देखें, जितना मैं आपसे कह रहा हूँ ना उतने पर बात करें। कोई बात मैंने तो नहीं आपसे पूछा कि कोई बात नहीं मान भाई, देखें हमने मन ले, अच्छी मन ना ले, छोड़ो यार, कोई बात। अच्छा जी, अब खुलासा कलाम मैं अर्ज करने लगा हूँ जी। ये है कि मेरी जो रिकॉर्डिंग चल रही है उसके 55 मिनट और 57 मिनट के दरमियान 2 मिनटों में इमरान कालू साहब ने ये बात की है कि मिर्ज़ा ग़ुलाम कादियानी साहब का जो अकीदा था 56 साल तक वो हयात मसीह के अकीदे पर कायम थे, जैसा कि मुसलमानों का अकीदा था। मैं दोबारा पूछता हूँ, इमरान कालू साहब ने ये बात की है कि नहीं की? जी की है मैंने। चलो ठीक हो गया ना, एक बात क्लियर होगी, क्योंकि आगे जाके मुनाज़ा जब शुरू होगा ना तो उसमें ये चीज़ें बड़ी मुअम्मन साबित होंगी और इसके ऊपर फिर हम गुफ्तगू करेंगे। बहरहाल जिनका दावा जो है ना, मैं दोबारा रिपीट कर देता हूँ और इनसे मोहर लगवा लेते हैं कि वाकई ये दावा इनका है कि दावा यह है कि हज़रत ईसा अलैहिस्सलाम फ़ौत हो चुके हैं और कुर्ब क़यामत में ईसा इब्न मरियम नाज़िल नहीं होंगे। नबी बनी इसराइल। अच्छा, नबी बनी इसराइल यानी ईसा इब्न मरियम नबी बनी इसराइल नाज़िल नहीं होंगे ना जी। एक मिनट, ईसा इब्न मरियम नबी बनी इसराइल, ठीक हो गया। और मुसलमात में से कुरान है, हदीस है और मिर्ज़ा कादियानी की कुतुब, ठीक है जी। तो यही है जी मुसलमात आपके? जी यही है जी, ठीक हो गया जी। तो आप हजरात ने ये सुन लिया जनाब। तो और शाहिद भाई मुफ्ती साहब अच्छा, से एक मिनट इमरान, एक मिनट अब बता दें यहाँ पे डेट और टाइम का तयन कर दें।
जी कल मुफ्ती साहब कल कल कितने सुबह बजे? 10 बजे या 11 बजे। एक मिनट मैं लिख लूँ ज़रा, मतलब एक मिनट, आज है 10 सितंबर है ना, बल्कि अब तो 11 हो गई है ना, क्या ख्याल? अब जी 11 ही हो गई है ना अब? हाँ जी, आज 11 ही हो गई। 11 हो गई है। अच्छा 11 सितंबर होगी। अभी मदीने में टाइम हुआ है 3:14 AM। तो आज कितने बजे भाई? इमरान आपका क्या टाइम हुआ उधर? इमरान इमरान आपका उधर क्या क्या टाइम हुआ है जर्मनी में? उनको फ़ोन आ गया लगता है। ज़करिया साहब का फ़ोन आ गया। ਜ਼ਕਰੀਆ ਹੁਣ ਇੱਥੇ ਆਇਆ ਨਾ ਤੇ ਫਿਰ ਕਾਲੂ ਨੂੰ ਵੀ ਥੱਲੇ ਲਾ ਛੱਡਣਾ। नहीं नहीं, मुनादरा टुरन दो यार, बड़ी अच्छा मुनादरा चल रहा है। तुसी दुआ जी, करो क्या बस मैं मुनादरा मुफ्ती साहब, किसे एक सेकंड में किसे एक- तरीके एक मुनादरा हो जाए सही। ਇੱਕ ਮੈਂ ਇੱਥੇ ਤੇ ਗੱਲ ਕਰਸਾਂ ਕਿ ਦੇਖੋ ਦੋ ਬੰਦੇ ਬੈਠੇ ਦੇ ਨੇ, ਕਿੱਡੇ ਪਿਆਰ ਮੁਹੱਬਤ ਨਾਲ ਗੱਲ ਹੋ ਰਹੀ ਹੈ, ਠੀਕ ਹੈ। ਕਿਸੇ ਨੇ ਓਏ ਤੱਕ ਨਹੀਂ ਕਿਹਾ। ਐਸੇ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਿਹੜਾ ਵੀ ਮਰਜ਼ਾਈ, ਠੀਕ ਹੈ, ਜਿਹੜਾ ਵੀ ਮਰਜ਼ਾਈ ਉਹਨੂੰ ਆਪਣੀ ਇੱਜ਼ਤ ਕਰਾਉਣ ਦਾ ਪਤਾ ਨਹੀਂ ਹੈ ਨਾ, ਮੇਰੀ ਬਰਾਡ ਤੇ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਹੈ, ਠੀਕ ਹੈ। ਮੈਂ ਸਰੇਆਮ ਪਿਆ ਕਹਿਣਾ ਤੁਹਾਨੂੰ, ਸਾਰੇ ਜਿੰਨੇ ਵੀ ਮਰਜ਼ਾਈ ਨੇ ਇਹ ਸਾਰਿਆਂ ਨੂੰ ਮੈਂ ਇੱਕ ਕਹਿਣਾ ਵਾਂ ਕਿ ਜਿਹਨੂੰ ਆਪਣੀ ਇੱਜ਼ਤ ਕਰਵਾਉਣ ਦਾ ਪਤਾ ਨਹੀਂ ਹੈ ਨਾ, ਮੇਰੀ ਲਾਈਫ ਤੇ ਨਾ ਆਏ, ਠੀਕ है जी। मैं ना अच्छा, बहुत अच्छी नहीं आ रही गुफ्तगू शायद की भाई है ना, आपको? बड़ी अच्छी गुफ्तगू हो रही है जी इमरान भाई। आवाज नहीं आ रही? नहीं अभी आ रही है। मेरी आवाज नहीं शायद आ रही थी, मैं बोल रहा था। ना नहीं नहीं अभी आ रही है तुम्हारी मुफ्ती वॉइस। साहब से ये कह दें कि मुफ्ती साहब आप या तो मिर्ज़ा साहब का पूरा नाम ले लेना, या भाई मैं अगर साफ करके बात करता हूँ हाँ, शायद भाई मिर्ज़ा मैंने साहब कब, कह- मिर्ज़ा कादियानी ना कहें, माजरत के साथ। अच्छा मिर्जा साहब कह दिया करो। हाँ, अच्छा मिर्जा कादियानी नहीं, मिर्जा साहब कह देंगे, ठीक है मिर्जा। जैसे मिर्जा कादियानी गाली है कहलू भाई। मुफ्ती साहब अच्छा चलिए वो बाद में गुफ्तगू करते हैं, पहले मुझे टाइम बताएं ताकि मैं जो है ना टाइम लिख लूँ। मेरे पास इस वक्त हुए हैं 2:17 हुए हैं रात के। ठीक हो गया, आपका 1 घंटा आ गया है। अभी मेरे पास हुआ है यहाँ पे 1:17 हुए हैं। मुफ्ती साहब के पास क्या हुआ? मेरे को होया जे 3:17। मुफ्ती साहब मेरे तो भी 2 घंटे अगे ने। हाँ करो टाइम, मैनू मदीने का टाइम फिक्स करके दसो। 3:17 10 बजे 1 घंटा मेरे तो अगे ने ना फिर। हाँ जी थोड़े तो 1 घंटा अगे ने। हाँ ते मुफ्ती साहब 1 बजे ਤੁਹਾਡੇ ਉਸ ਟਾਈਮ 2 ਵਜ 2 ਜਾਣ। ਵਜੇ ਹੋਣਗੇ। या ਜੇ ਤੇਰਾ दोपहर ਇੱਕ ਹੋਏਗਾ ਨਾ, ਤੇਰਾ ਇੱਕ ਹੋਏਗਾ ਤੇ ਮੁਫਤੀ ਸਾਹਿਬ ਦੇ 2 ਵਜੇ ਹੋਣਗੇ, ਯਾਨੀ ਕਿ ਜ਼ੋਹਰ ਦੀ ਨਮਾਜ਼ ਤੋਂ ਬਾਅਦ। ਹੁਣ ਮੈਨੂੰ ਨਹੀਂ ਪਤਾ दो 2 बजे ठीक है 2 ਜ਼ੋਹਰ ਦੀ बजे ਨਮਾਜ਼ ਤੋਂ ਬਾਅਦ। जी चलो ठीक हो गया राउंड बोर्ड। 11 सितंबर होएगी 2 बजे होएगा ते तकरीबन 1.5 घंटा ਅਸੀਂ ਗੁਫ਼ਤਗੂ ਕਰਾਂਗੇ, ਠੀਕ ਹੈ ਨਾ हाँ जी, ਜੀ। ਤੇ 1.5 ਔਰ ਜਿੰਨੀ ਗੁਫ਼ਤਗੂ ਇਮਰਾਨ ਕੱਲ ਨੂੰ ਹੋ ਜਾਏ ਠੀਕ ਹੈ, ਬਕਾਇਆ ਫਿਰ ਅਸੀਂ ਪੈਂਡਿੰਗ ਤੇ ਪਾ ਲਾਂਗੇ, ਅਗਲੀ ਡੇਟ ਕਰ ਲਾਂਗੇ, ਠੀਕ ਹੋ ਔਰ ਗਿਆ। ਸ਼ਾਦ ਭਾਈ ਇਹ ਜਿਹੜਾ ਮੁਫਤੀ ਸਾਹਿਬ ਦਾ ਦਾਵਾ ਔਰ ਮੇਰਾ ਦਾਵਾ ਇਹ ਦੋਵੇਂ ਲਿਖ ਲੈਣੇ ਤੁਸੀਂ। ਮੈਂ ਅਗਰ ਇਸ ਦਾਅਵੇ ਤੋਂ ਲੈਦਾ ਹਟ ਕੇ ਕੋਈ ਗੱਲ ਕਰਾਂ ਤੇ ਮੈਂ ਤਾਂ ਵੀ कोई ਜੁਰਮਦਾਰ बात नहीं, कोई इमरान हर चीज रिकॉर्डिंग च आ गई है यार। ਤੇ ਗੱਲ ਕਰਨ ਔਰ ਦਾਅਵੇ ਦੇ ਮੁਤਾਬਕ ਅਗਰ ਮੁਫਤੀ ਸਾਹਿਬ ਦੀ ਦਲੀਲ ਨਹੀਂ, ਦਲੀਲ ਤਾਂ ਚਲੋ ਮੈਂ ਵੇਖਾਂਗਾ। ਅਗਰ ਮੁਫਤੀ ਸਾਹਿਬ ਦਾਅਵੇ ਤੋਂ ਹਟ ਕੇ ਗੱਲ ਕਰ ਦੇਣਾ ਤਾਂ ਉਹਦੇ ਜ਼ਿੰਮੇਦਾਰ ਤੁਸੀਂ ਹੋ। ਅਗਰ ਤੇ ਤੁਸੀਂ ਇਸ ਚੀਜ਼ ਦੀ ਜ਼ਿੰਮੇਵਾਰੀ ਚੁੱਕਦੇ ਹੋ ਤੇ ਦੱਸੋ ਮੈਨੂੰ ਕਿ ਅਗਰ ਮੁਫਤੀ ਸਾਹਿਬ ਜਾਂ ਮੈਂ ਦੋਵਾਂ ਦੇ ਵਿੱਚੋਂ ਕਿਸੇ ਬੰਦੇ ਨੇ ਵੀ ਦਾਅਵੇ ਤੋਂ ਹਟ ਕੇ ਜਾਂ ਆਪਣੇ ਮੌਜੂ ਤੋਂ ਹਟ ਕੇ ਗੱਲ ਕੀਤੀ ਤੇ ਉਹ ਬੰਦਾ ਉਹਦੀ ਸ਼ਿਕਸਤ ਤਸਲੀਮ ਕੀਤੀ ਜੀ ਜਾਏ। ਸ਼ਾਇਦ ਭਾਈ ਮੈਨੂੰ ਕਬੂਲ ਹੈ। ਮੌਕਾ ਦਿਓ ਕਿ ਗੱਲ ਕਰਨ ਦਾ। ਜੀ 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 ਅੱਛਾ ਤੁਸੀਂ ਦੋਵਾਂ ਬੰਦਿਆਂ ਨੇ ਆਪਸ 'ਚ ਜਿਹੜੀਆਂ ਸ਼ਰਤਾਂ ਡਿਸਾਈਡ ਕੀਤੀਆਂ ਨੇ ਨਾ, ਠੀਕ ਹੈ। ਤੁਸਾਂ ਮੁਫਤੀ ਸਾਹਿਬ ਤੁਸਾਂ ਦਾਵਾ ਕੀਤਾ ਕਿ ਤੁਸਾਂ ਹਯਾਤੇ ਹਿੱਸਾ ਪੇਸ਼ ਕਰਨਾ, ਦਾਵਾ ਪੇਸ਼ ਕਰਨਾ, ਠੀਕ ਹੈ। ਬਾਅਦ ਦੇ ਵਿੱਚ ਜਦੋਂ ਤੁਸੀਂ ਸਾਬਤ ਕਰਨਾ ਵੇ ਉਹ ਕੁਰਾਨ ਔਰ ਹਦੀਸ ਤੋਂ ਕਰੋਗੇ, ਠੀਕ ਹੈ। ਉਹ ਇਧਰ ਸ਼ਾਇਦ ਭਾਈ ਉਹ ਗੱਲ ਕਲੀਅਰ ਹੋ ਚੁੱਕੀ ਹੈ, ਉਹ ਛੱਡ ਦਿਓ ਤੁਸੀਂ। ਉਹ ਜਦੋਂ ਡਿਬੇਟ ਸ਼ੁਰੂ ਹੋਏਗੀ ਨਾ ਉਹ ਸਭ ਕੁਝ ਕਲੀਅਰ ਹੁੰਦਾ ਜਾਏਗਾ, ਉਹ ਛੱਡ ਦਿਓ। ਉਹ ਹਰ ਚੀਜ਼ ਜ਼ੇਰੇ ਤਹਰੀਰ ਆ ਚੁੱਕੀ ਹੈ, ਠੀਕ ਹੈ। ਠੀਕ ਹੋ ਗਿਆ। ਔਰ
ਨਹੀਂ ਸ਼ਾਹਦ ਭਾਈ ਕਈ ਦੁਹਰਾ ਦੇਣ ਦੋ ਮੁਫਤੀ ਸਾਹਿਬ, ਮੈਂ ਦੁਹਰਾ ਦੇਣਾ ਮੈਂ ਯਾਰ ਮੈਂ ਦੁਹਰਾ ਦਿਓ। ਨਹੀਂ ਸ਼ਾਹਦ ਭਾਈ ਦੁਹਰਾ, ਉਹਨਾਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਨੂੰ ਸਮਝ ਕੀ ਆਈ। ਉਹ ਕਰਮਾ ਲਿਆ ਮੈਂ ਲਿਖੀਆਂ ਜੂ ਨੇ ਯਾਰ। ਇਮਰਾਨ ਦੇਖ ਮੇਰੀ ਗੱਲ ਸੁਣ, ਇਮਰਾਨ ਦੇਖ ਅੱਗੇ ਜਿੰਨੀ ਦੇਰ ਅਸੀਂ ਗੁਫ਼ਤਗੂ ਕੀਤੀ ਹੈ ਤੇਰੇ ਨਾਲ ਕੋਈ ਕਿਸੇ ਨੇ ਕੋਈ ਜ਼ਿਆਦਤੀ ਕੀਤੀ ਹੈ? ਕੋਈ ਯਾਰ ਸ਼ਾਇਦ ਭਾਈ ਜ਼ਰਾ ਸੁਣੋ ਭਾਈ। ਜੀ ਸਰ। ਠੀਕ ਹੈ ਜੀ, ਇਹ ਅੱਜ 10 ਸਤੰਬਰ ਨੂੰ ਗੱਲ ਸ਼ੁਰੂ ਹੋਈ ਸੀ, ਯਾਨੀ ਅੱਜ ਦੀ ਜਿਹੜੀ ਬਰਾੜ ਹੈ ਉਹਦਾ ਸਾਰਾ ਖੁਲਾਸਾ ਹੈ। ਪਹਿਲੇ ਇਹ ਜਦੋਂ ਆਏ ਸਨ ਤੇ ਇਹ ਦਲਾਇਲ ਹੋਏ ਸਨ, ਠੀਕ ਹੈ। ਇਹ ਹੁਣ ਜਿਹੜਾ ਵੇ ਅਸੂਲੇ ਮੁਨਾਜ਼ਰਾ ਇਹ ਦੋ ਸਾਜੇ ਕਿ ਆਪ ਆਪਣਾ ਦਾਵਾ ਪੇਸ਼ ਕरें, ਨੰਬਰ 2 ਆਪਣੇ ਮੁਸਲਮਾਤ ਪੇਸ਼ करें। तो मैं फिर अपना दावा लिखवाया, देखो मेरा दावा यानी हज़रत ईसा इब्न मरियम अलैहिस्सलाम ज़िंदा आसमान पर तशरीफ़ ले गए हैं और कुर्ब क़यामत में ज़िंदा आसमान से नज़ूल करेंगे हमारे मुसलमात कुरान और सही हदीस। ठीक है, अच्छा जी। मुबशर शाह के असूल मुनाजरा, जो बात भी की जाएगी दलील से की जाएगी। नंबर 2 जितना टाइम फ़रीक़े अव्वल का होगा उतना टाइम फ़रीक़े मुखालफ का होगा। नंबर 3 कुल टाइम 1.5 घंटा गुफ्तगू होगी, अगली तारीख़ का ऐलान कर दिया जाएगा। नंबर 4 कादियानी मुरब्बी साहब अपना दावा पेश कर दें। नंबर 5 कादियानी मुरब्बी हमारे मुसलमात पर दलाइल देंगे। ठीक हो गया। इन्हों ने फिर यह जी गल की 55 मिनट 57 के दरमियान की है कि मिर्ज़ा कादियानी का अकीदा साल तक हयात ईसा का था। फिर मैं इन्हों का दावा लिया है, वो है वे दावा इन्हों का हज़रत ईसा अलैहिस्सलाम फौत हो चुके हैं और कुर्ब क़यामत में ईसा इब्न मरियम नाज़ल, ईसा इब्न मरियम नबी बनी इसराइल नाज़ल नहीं होंगे। मुसलमात में से है कुरान व हदीस और मिर्ज़ा की कुतुब। 11 सितंबर 2 बजे दोपहर मुनाजरा होगा इंशाल्लाह। ठीक है ना इमरान भाई? हाँ जी गल है ना इमरान जी। एक चीज़ मुफ्ती साहब फिर ਉਹਦੇ ਚ ਮਿਸ ਕੀਤੀ ਹੈ ਕਿ ਮੈਂ ਇਹਨਾਂ ਨੂੰ ਬਾਰ-ਬਾਰ ਇਹ ਚੀਜ਼ ਦੱਸੀ ਹੈ ਕਿ ਮੁਫਤੀ ਸਾਹਿਬ ਮਿਰਜ਼ਾ ਸਾਹਿਬ ਦੀ ਕੁਤਬ ਤੋਂ ਤੁਸੀਂ ਹਵਾਲਾ ਨਹੀਂ ਦੇ ਸਕਦੇ ਹਯਾਤ ਈਸਾ ਦਾ। ਚਲੋ ਇਹ ਤੇ ਆਵਾਂਗੇ ਜਦੋਂ 2 ਵਜੇ ਤੇ ਉਦੋਂ ਕਰਾਂਗੇ। ਆਵਾਂਗੇ ਨਹੀਂ, ਹੁਣ ਲਿਖੋ। ओहो ए ते देखो इंज नहीं, तुसी 2 बजे आओ ना, इंज ना करो, तुसी मुनाजरा तुरंत दियो ना यार। मुनाजरा तुरेगा ना, जरूर तुरेगा। हाँ जी, वो ते चीज शर्त लिखो ना कि जी जी मिर्ज़ा साहब दी कुतब तो तुसी मेनू हवाला जी जो कुछ देखो इधर शायद भाई हर चीज डन हो चुकी है। ए हुन मजीद देखो अजगल नाम के ओ अज सरे 9 गुफ्तगू दोबारा शुरू हो जाएगी और मैं भी फिर चीज़ां वधावांगा, असूले मुनाजरा भी वधावांगा। और भाई मैं शुरू भाई इधर चीज भाई इधर देखो शायद भाई की करना दे की करना दे दसो कि मिर्ज़ा साहब दी कुतब तू हवाला काबिल कबूल नहीं होएगा। ये मैं बार-बार ये चीज कही है। शाह साहब गवाह, शाह साहब मैं नहीं शायद भाई अब ऐसी चीज देखें एक बात पे अब आप जो है ना बात क्लियर करें। अगर मैं मुनसफ हूं ना, ठीक है, तो अगर अच्छा तो अब कैमरा ऑन कर लेते हैं। चुप कर जा जे शायद भाई जी। ਹੁਣ ਵੇਖਿਆ ਜੇ ਕਿ ਮੁਰੱਬੀ ਜੀ ਕਿੰਨੇ ਕੁ ਭੈੜੇ ਤਰੀਕੇ ਨਾਲ ਫਸ ਗਏ ਨੇ ਤੇ ਉਹ ਇਹਨਾਂ ਨੂੰ ਅਸਲ ਚ ਉਹ ਇਹਨਾਂ ਦਾ ਆ ਗਿਆ ਸੀ ਅਸਲ ਚ ਫੋਨ। ਉਹ ਜਿਹੜਾ ਫੋਨ ਆਇਆ ਨਾ ਇਹ ਫੋਨ ਦੇ ਸਾਰੇ ਕਮਾਲ ਨੇ। ਹਾਂਜੀ ਹੈਲੋ ਜੀ ਸੁਣਿਆ ਜੀ ਜਨਾਬ। ਅੱਛਾ ਜੀ मुफ्ती साहब ए भाई चुप करके भाई माइक म्यूट भाई माइक म्यूट कराओ माइक म्यूट अब मैं बोलूंगा अब मैं बोलूंगा माइक म्यूट कराओ यार। प्लीज इमरान प्लीज ट्रस्ट मी, जब जो मुझे जो आपकी मर्जी है ना वो यहाँ पे होगी। अब जी जी मुफ्ती साहब बोले। देखो जो मैं ए सफ़ा पढ़ के सुनाया है इन्होंने कहा जी 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 यो जी 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 अगले सफ़े ते आ गए हैं। जो मैं ए पढ़ के सुनाया तो जी 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 बिल्कुल ठीक है जी 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 मैं पूछया भी है मैं कि ही है। अच्छा होया की है हुन होया की है ए बंदा इन्ना को भैड़ा फस गया जे कि इन्हें अगे मुनाजरा करना ही नहीं क्योंकि फ़ोन आ चुके हैं हुन। हाँ जी इन्हों पता ही नहीं है कि मैं ए चीज़ां जिहड़ियां लिखवा दित्तियां ने ये तो मैनू इन्होंने मौलवियों ने चुक चुक के मारना है। हाँ जी ए सुनो ज़रा। अच्छा इधर देखो इन्होंने लिखवाया सी कि मेरा दावा ये है ए मेरा है ए मुफ्ती मुबशर है क्योंकि ਇਹਦਾ जवाब मैं ए दिता है। यानी ए इन्होंने पूछा सी ना कि अपना दावा लिखवाएं तो मैं ए दावा लिखवाया है।
ਇਹਨਾਂ ਨੇ ਕਿਹਾ ਆਪਣੇ ਮੁਸਲਮਾਤ ਪੇਸ਼ ਕਰਨ, ਤੇ ਮੈਂ ਆਪਣੇ ਮੁਸਲਮਾਤ ਪੇਸ਼ ਕੀਤੇ। ਇਹ ਵੇਖੋ ਮੈਂ ਆਪਣੇ ਮੁਸਲਮਾਤ ਕੀ ਕਿ ਜਦੋਂ ਇਮਰਾਨ ਕੱਲ੍ਹ ਨੂੰ ਦਲੀਲ ਦੇਗਾ ਤੇ ਕੁਰਾਨ ਤੇ ਸਹੀ ਹਦੀਸ ਦੇ ਵਿੱਚੋਂ ਦੇਗਾ। ਇਹ ਮੇਰੇ ਮੁਸਲਮ ਨੇ। ਅਗਲੇ ਸਫ਼ੇ ਤੇ ਟੁਰ ਜਾਂਦੇ ਹਾਂ। ਜਦੋਂ ਮੈਂ ਅਸੂਲੇ ਮੁਨਾਜ਼ਰਾ ਲਿਖਵਾਏ ਸਨ ਤੇ ਮੈਂ ਕਿਹਾ ਸੀ ਕਿ ਆਪਣਾ ਦਾਵਾ ਪੇਸ਼ ਕਰਦੇ ਤੇ ਆਪਣੇ ਮੁਸਲਮਾਤ ਪੇਸ਼ ਕਰਦੇ, ਤੇ ਇਹ ਇਹਨਾਂ ਨੇ ਥੱਲੇ ਆਪਣਾ ਦਾਵਾ ਤੇ ਇਹ ਮੁਸਲਮਾਤ ਲਿਖਵਾਏ ਨੇ। ਇਹ ਮੁਸਲਮਾਤ ਸੁਣਿਆ ਜੇ کہ میرے مسلم یہ ہے قرآن اور حدیث اور مرزا کی کتب۔ ٹھیک ہو گیا۔ جدو ایک بندہ خود کہندا ہے پیا کہ میرے مسلم ہے وے مسلمات دے وچوں کہ مرزے قادیانی دیاں کتاباں بھی نے، ٹھیک ہو گیا، کہ او بندہ کنج کہہ سکدا نہیں جی مرزے دیاں کتاباں تو مینوں دلیل نہیں دے دینی، یہاں تو اے گل نہیں سی لکھوانی پھر وچ۔ اب جو ہے نا یہ بات طے ہو گئی ہے۔ ایک گل اور بھائی، ایک گل ہے، اے بندہ ایڈا کو پیڑا پھس گیا جی، میں تانوں کی دساں، اس بندے نے اتنے حدیث لکھوایا صرف قرآن اور حدیث دے وچ میں کی کروایا سی، میں صحیح حدیث لکھوائی سی۔ اے ویکھو، یعنی جدوں بھی عمران کل کوئی حدیث پیش کرے گا تو میں وہ تے جرا کراں گا کہ آیا وہ حدیث صحیح ہے کہ ضعیف ہے، لیکن جو دلیل میں انہوں پیش کراں گا وہ ہوں پاویں جنج دی بھی ہوئے، پاویں ضعیف ہوئے، موضوع ہوئے، من کڑت ہوئے، جنج دی بھی ہوئے، انہوں قبول کرنی پے گی، کیونکہ انہیں اپنے مسلمان دے وچ صرف حدیث لکھوائی ہے۔ ہوں گل سمجھ آئی جے کچھ؟ سمجھ آ گئی۔ ہاں جی، ایل کرو ہوں گل۔ شاہ صاحب آئی جے کوئی گل سمجھ؟ اے نہ کرنا جڑا بندہ شروع تو اتنا بے ایمان ہوئے۔ نہیں، غلط گل ہے، یہ غلط گل ہے۔ دیکھو اتنی باری شاہد بھائی میں کیا کہ میں مرزا صاحب دیاں کتب تو حوالہ قابل قبول نہیں کروں گا، ہاں میرے واسطے مسلم نے، لیکن میں وہی وجہ بھی دسی ہے کہ میں مرزا صاحب دیاں کتب تو حوالہ کنی باری میں گل دہرائی ہے، تسی اس چیز دے شاہد ہے وہ کہ نہیں؟ کنی بار دہرائی ہے گل دسو؟ ہوں اے جڑی ہے نا، جڑی مفتی صاحب نے گل دتی ہے نا، یا تے تسی بھی انکار کر دو کہ نہیں یہ گل ہوئی نہیں۔ نہیں تو یہ گل کیتی کہ مرزا صاحب دیا کتاباں نہیں ہونگیاں، ٹھیک ہے، اس گل دے اوتے گل کیتی ہے، لیکن جڑی وہ احادیث کہہ رہے نے نا، ٹھیک ہے، میں کنی باری یہ گل کیتی ہے شاہد بھائی، وہ تے گل تیری ٹھیک ہے، وہ تیری گل ٹھیک ہے۔ پھر انہاں یہ چیز کیوں کہن رہے کہ بڑا پھس گیا، پھر دوجی گل کہہ لو جی۔ چلو وہ تے ہن جدوں وقت آئے گا تے اودوں پتہ چلتی نا کہ مفتی نہیں صاحب بھائی، شاہد بھائی کی کرتے ہو پہ؟ حد ہو گئی ہے، اس بندے نے نہیں لکھوایا کہ بھائی مرزا صاحب کی کتاباں میرے مسلمات دے وچ نے۔ شاہد بھائی دسو مینوں، شاہد بھائی دسو، انہیں اپنے مسلمات چوں نہیں سی لکھایا کتب مرزا قادیانی؟ میں تانوں کنی شاہد بھائی لکھوایا سی کہ نہیں؟ لکھوایا شاہد بھائی اچھی بولو ذرا، لکھوایا سی کہ نہیں؟ لکھوایا سر، میں اچھی بول تسی آندے ہو پہ کہ نہیں وہ تے گل ٹھیک ہے، وہ جنج تانوں ٹرک دی بتی دے پیچھے چلاندا پہ تسی ٹری جاندے ہو پہ۔ نہیں مفتی صاحب میں جڑی گل نہیں گل جڑی غلط ہے وہ غلط ہے نا۔ لا کرو نا، دسو نا کہ کلیئر کیتا ہے اس چیز نو، مناظرہ ہی تاں ترن ڈیا۔ میں سب تو پہلی یہ گل کیتی ہے کہ مفتی صاحب نو پوچھو کہ اس چیز دے اوتے مفتی صاحب اگر قابض نے، مفتی صاحب کہندے نے کہ مرزا صاحب دیاں کتب تو حوالہ نہیں ہوئے گا، میرے واسطے مسلم نے، بے شک میرے واسطے مسلم نے، لیکن اس موضوع تے میں مفتی صاحب کولوں حوالہ، مفتی صاحب اس موضوع نو اس طرف موڑ نہیں سکدے۔ اودی وجہ بھی دسی ہے کیونکہ مرزا صاحب دا ایک عمر تک یہ دعویٰ رہا ہے، یہ عقیدہ رہا ہے۔ پھر تینوں ہی اجازت نہیں ہے کہ تو بھی مرزا صاحب دی کتاباں نہیں استعمال کر سکتا؟ میں انہاں نو فاتح عیسیٰ مرزا صاحب دیاں کتب تو نہیں ثابت کرنی۔ شاہد بھائی یہ کی گل ہوئی جی؟ پھر تم ہی نہیں کر سکتا، یہ کی ہوئی گل؟ وہ کدوں کرتے ہیں؟ وہ تو پہلے جان چھڑاندا پیا مرزا صاحب دیاں کتاباں تو، یہ کی گل ہوئی جی؟ پہلے مینوں انہاں دس شاہد بھائی تسی انہاں لو کہ ساڈے ہل ہو؟ میں دعا لا، میں جڑا نا نہیں یہ تے تہاڈی گلاں ہی بڑیاں عجیب جہیاں نے۔ آپس کر لو، نہیں گل بڑیاں مشکوک جہیاں ہو گئیاں نے۔ میں توبہ استغفار مفتی صاحب، میں حق تے سچ تے ہیں کہ جڑے تسی آپس وچ کمپرمائز کردے ہو نا پہ، نہیں غلط گل ہے کہ بھائی مطلب وہ نال تے پوچھن دا کوئی توق ہی نہیں بنتا کہ بھائی تم ہی نہیں کتاباں پڑھ سکدا، وہ اگے کہندا میں نہیں پڑھنی۔ تو نال نے کیوں نال نے اونوں مخلص کر کے بٹھایا جے کہ ہاڈے حل کر کے بٹھایا یا اپنے حل کر کے بٹھایا جے؟ میں انہاں دا مذاق کر رہا، تو بندے دا بچہ بن ہے، ਇਹੋ ਜਿਹਾ ਮਜ਼ਾਕ ਨਹੀਂ ਨਾ ਕਰੀਦਾ, ਥੱਲੇ 103 ਬੰਦੇ ਸੁਣਨ ਰਹੇ ਨੇ। ਹਾਂਜੀ।
ਅੱਛਾ ਜੀ ਸ਼ਾਇਦ ਭਾਈ ਕੀ ਕਰਨਾ ਜੀ ਹੁਣ ਕਿਤੇ ਕਿਦਾ ਇਤਰਾਜ਼ ਕਿਦਾ ਵੇ, ਪਹਿਲੇ ਮੈਨੂੰ ਦੱਸ ਛੋੜੋ ਇਤਰਾਜ਼ ਕਿਦਾ ਵੇ, ਤੇ ਫਿਰ ਉਹਦੇ ਤੋਂ ਭਾਈ ਇਹ ਫੈਸਲਾ ਕੱਢੋ ਕਿ ਇੱਕ ਬੰਦਾ ਆਪਣੇ ਮੁਸਲਮਾਤ ਲਿਖਵਾਉਂਦਾ ਪਿਆ ਕਿ ਮੇਰੇ ਨਜ਼ਦੀਕ ਮਿਰਜ਼ਾ ਕਾਦੀਆਨੀ ਦੀਆਂ ਜਿਹੜੀਆਂ ਕਿਤਾਬਾਂ ਨੇ ਮੇਰੇ ਮੁਸਲਮ ਨੇ, ਹੁਣ ਉਹ ਆਂਦਾ ਨਹੀਂ ਜੀ ਮਿਰਜ਼ਾ ਕਾਦੀਆਨੀ ਦੀਆਂ ਕਿਤਾਬਾਂ ਤੋਂ ਗੱਲ ਨਹੀਂ ਹੋਏਗੀ, ਇਹ ਰੌਲਾ ਕੱਢਣੇ ਵਿੱਚੋਂ। ਫਿਰ ਉਹ ਮੁਸਲਮ ਹੀ ਨਾ ਰਿਹਾ, ਜਦੋਂ ਮਿਰਜ਼ੇ ਦੀਆਂ ਕਿਤਾਬਾਂ ਤੋਂ ਦਲੀਲ ਹੀ ਨਹੀਂ ਹੋਣੀ ਫਿਰ ਮੁਸਲਮ ਤੇ ਨਾ ਰਿਹਾ, ਉਹ ਮੁਸਲਮ ਕਿਉਂ ਲਿਖਵਾਇਆ ਤੂੰ? ਮੁਫਤੀ ਸਾਹਿਬ ਉਹ ਇੱਕ ਮੌਜੂ ਲੈਦਾ ਬਣ ਜਾਂਦਾ ਹੈ। ਫਿਰ ਮੈਂ ਚਲੋ ਲੋ ਭਾਈ ਇਹ ਵੀ ਸੁਣ ਲਓ ਭਾਈ, ਅੱਜ ਦੀ ਤਾਰੀਖ ਰਿਕਾਰਡ ਕਰ ਲਵੋ ਕਿ ਕਾਦੀਆਨੀ ਮੁਰੱਬੀਆਂ ਦੇ ਨਜ਼ਦੀਕ ਮੁਸਲਮਾਤ ਮੌਜੂ ਅਲੱਗ ਜੇ, ਉਹ ਮੌਜੂ ਅਲੱਗ ਜੇ, ਮਿਰਜ਼ੇ ਦੀਆਂ ਕਿਤਾਬਾਂ ਔਰ ਮੁਸਲਮਾਤ ਮੌਜੂ ਬਿਲਕੁਲ ਅਲੱਗ ਹੋ ਗਏ ਦੋਗੇ ਮਿਰਜ਼ਾ ਸਾਹਿਬ। ਮੁਫਤੀ ਸਾਹਿਬ ਅगर इजाजत हो तो साहिल को इज्तिहादी गलती साबित करा ਸ਼ਾਇਦ ਭਾਈ ਜਿਹਨੂੰ ਮਰਜ਼ੀ ਲਵੋ ਜਨਾਬ, ਸਾਰਿਆਂ ਨੇ ਲੈ ਲਓ ਬਲਕਿ ਕਿਸੇ ਨੂੰ ਲੈਣਾ ਯਾਰ। ਫਿਰ ਤੇ ਮੈਂ ਤੁਹਾਨੂੰ ਪਹਿਲੂ ਇਜਤਿਹਾਦ ਦੀ ਗਲਤੀ 1.5 ਘੰਟਾ ਸਾਬਤ ਸ਼ਾਇਦ ਭਾਈ ਅਗਰ ਇਹ ਤੁਸੀਂ ਮੁਨਾਜ਼ਰਾ ਸ਼ੁਰੂ ਕਰਾ ਦਿਓ ਨਾ ਤੇ ਮੰਨ ਤੁਹਾਨੂੰ ਮੈਂ ਜਾਵਾਂ, ਇਹ ਮੁਨਾਜ਼ਰਾ ਸ਼ੁਰੂ ਹੋਣਾ ਹੀ ਨਹੀਂ ਜੇ। मैं साहिल को बुला देना कि साहिल थोड़ा जी कंफ्यूजन मैं यहाँ पे एक बात करना चाहता हूँ, तुसी नहीं करना है मुफ्ती साहब। कालों साहब 1 मिनट जरा मैं बात क्लियर कर देता हूँ भाई आपसे तो फिलहाल बात नहीं हो रही, माजरत के साथ सर। मैं इजाजत ले रहा हूँ आपसे। नहीं मैं फिलहाल नहीं, इसीलिए क्योंकि देखो इमरान, मैं किसी दूसरे बंदे को नहीं लेता क्योंकि मुझे पता है साहिल जो बात करता है ना वो बड़े प्यार से और तमीज़ से बात करता है, तो इसलिए मैं और किसी को नहीं ले रहा, ठीक है? क्योंकि यहाँ पर थोड़ा सा मैं खुद कंफ्यूज हूँ, तो इसीलिए मैं तीसरे बंदे की हेल्प ले रहा हूँ। जी साहिल साहब, आप यहाँ पे ये बात करना चाहता हूँ, बात आकर रुक गई है कि कालों साहब ने जब मुसलमात के अंदर मिर्जा साहब की कुतुब को तस्लीम कर लिया है, तो मिर्जा शाह साहब का ये नहीं है कि उन्होंने कुरान और हदीस को छोड़ के जो है ना अब मिर्जा साहब की ही कुतुब पेश करनी है। उनका जो है दावे के ऊपर जब उन्होंने अपना दावा साबित करना है तो वो कुरान और हदीस से एक दलील देंगे। अब उस दलील के ऊपर हो जाता है इख्तलाफ। कालों साहब कहते हैं नहीं जी आपका माना गलत है, मेरा माना सही है, तो मुफ्ती साहब के मिर्जा साहब की कुतुब से कालों साहब को बताएंगे कि ये देखो जो बात मैंने कही है वही बात मिर्जा साहब ने कही है, तो ये आपके मुसलमात के अंदर है तो आपको तस्लीम करना होगा। ये साहिल भाई मैं उस चीज की वजाहत कर चुका हूँ कि ये इज्तिहादी गलती है, ठीक है? फिर तो मैं आपके साथ पहले इस चीज पर मुनाजरा करूंगा। साल भाई फिर तो मेरा मुफ्ती यार मेरी तो आप सुन लेना, फिर तो मुफ्ती साहब से पहले मेरा ये मुनाजरा होगा कि क्या ये इत्तेहादी गलती काबिल कबूल है या नहीं। फिर तो 1.5 घंटा हम इसी चीज में निकाल लेंगे, उसके बाद मुफ्ती साहब पे कर लें। चलें जी, अब जनाब मौजू का रुख चेंज हो गया है, चलो जी इस मौजू पे कर लेते हैं। मुझे ये भी कबूल है, ये मौजू भी कबूल है, मुझे ये भी मौजू कबूल है। करो गल अगली। साहब मेरी ये शर्त है कि कुरान और हदीस से आप बाहर नहीं जाएंगे, आए आप यानी आप समझते हैं कि आपके पास कुरान और हदीस से कोई सहारा नहीं है, आपने मिर्जा साहब की जो इज्तिहादी गलती थी उसका सहारा लेना है। कालों भाई उन्होंने साहब भाई मेरी याद शर्त है, आप बताएं आपने मुनाजरा करना है या नहीं। मैं ये कहता हूं कि मैं मिर्जा साहब के इस मौजू पर आपसे कोई हवाला आप नहीं दे सकते। अच्छा मिसाल के तौर पर साबित कर सकते हैं तो मुझे बता दें, अगर नहीं कर सकते तो मुझे बता दें। मिसाल के तौर पर आप आयत पेश करते हो। यार मेरे प्यारे भाई मैं कहता हूँ कोई मिसाल नहीं मिलता, मेरी ये शर्त है, आपको ये शर्त कबूल है तो आप मुझे बता दें कि हाँ हमें ये शर्त कबूल है, अगर नहीं है तो आप कह दें कि नहीं हमें नहीं ये मंजूर। मेरी सुन ले बस, आप एक आयत पेश करते हैं कद खलत मन कबला रसल वाली, आप कहते हो कि यहाँ जो खलत का लफ्ज है यहाँ जो है ना इसका मना है मौत। मुफ्ती साहब कहते हैं नहीं यहाँ पे गुजरे मैंने। अब दोनों के अंदर हो गया इख्तलाफ, ठीक है? अब जो है मुफ्ती साहब आपके मुसलमात जो हैं कुरान और हदीस और मिर्जा साहब की कुतुब उनके अंदर से दलील देंगे आपको कि यहाँ जो खलत का माना है वो गुजरे हैं ना कि मौत। तो आपको जो वो दलील देंगे वो चाहे मिर्जा साहब की कुतुब से दें, कुरान से दें, हदीस से दें, वो आपको तस्लीम करना पड़ेगी। ये है बस सारी बहस, और तो बहस ही कोई नहीं। यानी मिर्जा साहब जब तक नहीं थे तो ये हयात ईसा का कीदा आपका नहीं था भाई। बात हो फिर भाई आप उनको ये भाई मेरी बात ना, मैं 2 टोक बात कर रहा हूँ, मैं ज्यादा लंबी चौड़ी बहस नहीं करता। मेरी ये शर्त है, मुफ्ती साहब से पूछ लें कि मुफ्ती साहब को ये मंजूर है तो हम मुनाजरा करते हैं। मुफ्ती साहब को अगर ये मंजूर नहीं कर ले मुफ्ती साहब से कि मुफ्ती साहब मिर्जा साहब की कुतुब को मुसलमात से निकाल दें, फिर खत्म हो जाएगी। मेरी मुसलमात मैं नहीं कहता निकाल दें, लेकिन मेरा ये इस मौजू पर मैं मिर्जा साहब की कुतुब से इनका कोई हवाला जो है ना काबिल कबूल नहीं समझूंगा।
भाईजान बात देख, मैंने आपको कितने आराम से एक बात मिसाल यार दे के मैंने समझाई है, आपके आयत सामने से साहिल समझाई भाई है कि अपनी अगर पूरी बात उसके रख ऊपर दी है कि जाता है इख्तलाफ। मेरी ये शर्त है। हाँ शर्त मैं आपकी सुन रहा हूँ, आपकी शर्त है, मान रहा हूँ, लेकिन अगर आप देखें ना, खलत जो है वो अरबी का लफ्ज है, उसके कई माना मेरी है, जान, अब उनके ऊपर हाँ हो तो जाता है इख्तलाफ। खलत के जो मानी आप इमरान एक बात बताओ, इस मौजू पर आप मिर्ज़ा साहब की किताबों से हवाला नहीं लेना चाहते? और कौन कौन से मौजू हैं जिनमें आप मिर्ज़ा साहब की किताबों से हवाले लेते हैं? कोई 2-4 मौजू बता दें। मुफ्ती साहब इस पर तो हमारी बात ही नहीं हो रही कि मैं किन वैसे पर देता हूँ, आपने मैं कहा किन ना पर नहीं इस देता। मौजू में ना मैं मिर्ज़ा साहब की किताबों से बात नहीं करूंगा, कोई और मौजू बता दें कि मुफ्ती साहब जिसमें आप बता मिर्ज़ा साहब की आपने किताबों को हाथ या लगाते तो हो। शर्त कबूल है तो बताएं, नहीं नहीं है मुझे तो कबूल नहीं है, मुझे कबूल चलें नहीं। ठीक है, फिर आप ठीक है, नहीं कबूल तो कोई मसला नहीं। इसलिए मैंने तीसरे बंदे को बुलाया क्योंकि मैं भी कंफ्यूज हूँ, एक पार्टी मान रही है एक नहीं मान रही, ठीक है। तो अब आपस में जो साहिल साहब हैं कुछ शाहद भाई बात बड़ी वाज़ेह है, मिसाल जी के तौर पर मैंने को मिसाल भी दी है कि खलत जो है वो अरबी का लफ्ज, उसके कसीर माना है, ठीक है। एक माना जनाब कालों साहब लेते हैं देखें एक माना। अभी मेरी साहिल बात भाई सुन ले, कालों भाई मेरी बात बात सुन ले, कालों भाई बात चलो सुन ले। बात अब करने दो ना मुकम्मल, फिर आप बात कालों कर भाई लें। लेते हैं एक माना, शाहजी लेते हैं एक माना, अब दोनों के अंदर हो गया है इख्तलाफ। अब देखना ये है कि किसका माना सही है, ठीक है। अब मुफ्ती साहब ने दिए हैं मुसलमात करानो हदीस, जो कालों साहब है वो उनको पेश करेंगे अपनी दलील करानो हदीस से, ठीक है। अब मुफ्ती साहब ने जो अपनी बात की दलील देनी है कि ये मेरा माना जो है वो सही है, वो कुरान हदीस और मिर्ज़ा साहब की कुतब से देनी है, ठीक है। ये देखो कुरान भी यही कह रहा है, हदीस भी यही कह रही है, आपके मिर्ज़ा साहब भी यही कहते हैं कि इसका माना ये है, तो फिर इसको तुम तस्लीम कर लो। अब उसको तस्लीम नहीं करेंगे तो ये सामने माना जाएगा कि मिर्ज़ा साहब की कुतब से भी ये जो है वो इनकार कर रहे हैं, या कुरान हदीस से भी इनकार कर रहे हैं, या शाहजी अपनी बात को जो कुरान हदीस से कालों पेश करेगा उसको नहीं मानेगा तो शाहजी के ऊपर ये फतवा आएगा। तो बात सिर्फ इतनी है, और इसके अंदर इतनी लंबी चौड़ी बहस तो है ही नहीं। बहस है ना साहिल साहब, बहस ये है कि एक बंदे का जो ओवरऑल अकीदा है उसके उल्ट एक चीज़ पेश कर दी जाए उसकी कुतब से निकाल कर, तो वो नाकाबिल कबूल है। मिर्ज़ा साहब का अकीदा है वफ़ात ईसा का, ठीक है। अगर आप मिर्ज़ा साहब की पहली कुतब से जो कि उनके दावा से पहले थी आप कहें वो एक इज्तिहादी गलती है, इज्तिहादी ये बात गलती, आपने की ना। अब मिर्ज़ा आप इज्तिहादी यहाँ पे गलती का लोगों आप को मुझे हवाला शाहजी नहीं को दे बता सकते। दें, शाहजी हाँ, को बता दें इज्तिहादी कि गलती मिर्ज़ा का आप साहब मुझे के नहीं दावा हवाला से दे पहले सकते। जो कुतब हैं वो नहीं पेश कर सकते, दावा के बाद जो है कुतब वो इज्तिहादी ये गलती थोड़ा है, सा निकल रहा है हाल। बात ही नहीं है, ये बता इज्तिहादी दे उनको। गलती है, ओ इज्तिहादी गलती के ऊपर नहीं है बहस, कालो तुम उस तरफ नहीं जा रहे, शाह साहब तुम्हें उस तरफ नहीं लेके जा रहे। तुम्हें शायद किसी ने बता दिया कि मिर्ज़ा साहब के 52 साल अकीदा के ऊपर बहस होगी, वो नहीं होगी। मेरे यार क्या हो गया तुम्हें, क्यों इस चीज ओए ओए साहिल, ए मुनाजरे च मैं गल करनी सी, तू 52 साल कह छड़े ने, ਉਹ 56 साल पहले कबूल करके आया है। ओ यार ਤੂੰ ਚੰਗਾ ਹੈ ਸਾਹਿਲ, ਸਾਰੀ ਗੇਮ ਵਿਗਾੜਨਾ ਪਿਆ। ਇਹ ਤੇ ਮੁਨਾਜ਼ਰੇ ਦੇ ਵਿੱਚ ਮੈਂ ਇਹਨੂੰ ਛਿੱਤਰ ਫੇਰਨੇ ਸਨ ਵੇ ਕਿ ਤੈਨੂੰ ਤੇ ਪਤਾ ਹੀ ਨਹੀਂ ਹੈ ਕਿ ਅਸਲ ਅਕੀਦਾ ਕੀ ਹੈ। ਮਿਰਜ਼ਾ ਕਾਦੀਨੀ 52 ਸਾਲ ਤੱਕ ਉਹਦਾ ਅਕੀਦਾ ਸੀ, ਤੂੰ 4 ਸਾਲ ਹੋਰ ਵਿੱਚ ਵਧਾ ਛੜੇ ਨੇ। ਜਿਹੜੇ ਮੁਫਤੀ ਸਾਹਿਬ ਵੇਖੋ ਇੰਜ ਮੁਨਾਜ਼ਰੇ ਨਹੀਂ ਹੁੰਦੇ, ਇੰਜ लड़ाइयां होंदियां ने। अच्छा अभी तो सिर्फ बात कर रहे हैं, अभी तो सिर्फ बात कर रहे हैं यार। तो वैसे भी मुफ्ती साहब यार, मुफ्ती साहब ने भी मुझे क्या बोला है, इमरान देखो मेरी बात सुनो, इमरान देखो मेरी बात सुनो। अभी मुफ्ती साहब ने मुझे क्या बोला है कि शाहिब मैं तेरे कान फड़वा देने ने, तो मैं हंस के कहा मुफ्ती साहब फड़ा लो यार, साढ़े ना वड्डे ने यार, असीं रिस्पैक्ट करनी है। ਤੇ ਜੇ ਕੋਈ ਗੱਲ ਉੱਚੀ ਨਹੀਂ ਕਰ ਲੈਂਦੇ ਨੇ ਤੇ ਗੋਏ ਦੇ ਚ ਗੁੱਸੇ ਵਾਲੀ ਤੇ ਕੋਈ ਗੱਲ ਨਹੀਂ ਹੈ। ਇੱਥੇ ਨਾ ਇੱਕ ਸਾਹਿਲ ਕਾਹਲੂ ਨਾ ਕੀ ਨਾਂ ਹੈ, इमरान कालू ना मजाक बर्दाश्त नहीं जे करता। एग्जैक्टली मजाक की बात नहीं है यार, छड़ तू यार दिल टुट गया यार। चलें कोई इमरान कालू की करना है तू। अच्छा चलो फिर मुनाजरा, फिर मैं इंतजार करना वा 2 बजे हैं, ते मैं हुन सो जावां थोड़ा जिहा यार, नींदर आई है। मुनाजरा आपने शर्त ही नहीं मानी तो नहीं इंज नहीं है, सब तेरियां सारियां मनियां ने। इमरान की करना है ना, मुफ्ती साहब वो मौजू ही हो रहा है, वो एक इज्तिहादी गल सही ना यार, करने हैं फिर बैठ के। ये शर्त नु मनो, मैं तो तुम्हें बना जी शाहजी यहाँ पे बात क्लियर कर ले। मैं आपको बताता हूँ, कालो साहब का ये है कि मिर्ज़ा साहब का जो 52 साल अकीदा है उसके ऊपर बहस नहीं करनी, 56 साल जो अकीदा था उसके ऊपर। हाँ, उनके दावा के बाद जो कुतब है ना, दावा के बाद उसके ऊपर आप हवाला कर दे सकते हैं, दावा से पहले दावा से बाद साहिल भाई आप भी ना
अब मुझे पता है आपको मोहब्बत है मुफ्ती साहब से, लेकिन आप मुफ्ती साहब के लिए सहारा ना बने। मुफ्ती साहब को कहें कि क्या मुफ्ती साहब के पास कुरान और हदीस से दलाइल काम है जो मिर्जा साहब की कुतुब की तरफ यार वो कुरान और हदीस से भी देंगे तुम पे। हाँ तो मेरे लिए वो काफी है। अगर ये मुफ्ती साहब मुझे एक दलील दे देते हैं कुरान, भाई वो चलो कोई नहीं, 56 साल या 52 साल के बाद की जो किताबें उनके ऊपर बात कर लेती हैं, क्या मसला है? तुम डर रहे हो कि भाई 56 साल या 52 साल से पहले जो किताबें हैं उनके अंदर मसला हो जाएगा? ये दोनों कह रहा हूँ कि आप दो चीजों को मिक्स करेंगे। इस चीज से बचने के लिए मैं आपको कह रहा हूँ, फिर तू क्यों क्या सीखे भैया मेरे मुसलमात ने? मुफ्ती साहब जेड़े मुसलमात नहीं, वो मुसलमात ने मैं पता की है शाह जी, मैं आपको बड़ा प्यारा तरीका बताऊं। साहिल एक मिनट, असल च ना इन्हें मुरब्बी दी मक्खी ते मक्खी मार दे पिया। एक मिनट सुन ते सही यार, जेडी मुसलमान में मैं झूठ ते नहीं मार सकदा, मैं ਤੁਹਾਡੇ ਹਾਰ ਬੇਈਮਾਨੀ ਨਹੀਂ ਕਰ ਸਕਦਾ ਕਿ ਉਹ ਇੱਥੇ ਮੈਂ ਇਹ ਗੱਲ ਕਰਾਂਗਾ ਤੇ ਮੁਫਤੀ ਸੁਣ ਤੇ ਸਹੀ, ਉਹ ਸੁਣ ਤੇ ਸਹੀ। ਅਸਲ ਤੇ ਇੱਕ ਅੱਜ ਤੋਂ ਨਾ 4-5 ਸਾਲ ਪਹਿਲੇ ਮੁਨਾਜ਼ਰਾ ਮੇਰਾ ਹੋਇਆ ਮੀਰ ਸਲੀਮ ਮਾਈਂਡ ਰੋਸਟਰ ਨਾਲ, ਤੇ ਉਹਨੂੰ ਮੈਂ ਮੁਸਲਮਾਤ ਸਮਝਾਏ, ਤੇ ਜਦੋਂ ਉਹਨੂੰ ਮੈਂ ਮੁਸਲਮਾਤ ਸਮਝਾਏ ਤੇ ਉਹਦੇ ਕੋਲ ਸਿੱਖ ਕੇ ਨਾ ਦੀਗਰ ਮੁਰੱਬੀਆਂ ਨੇ ਤੇ ਬਸ ਨਾ ਹੀ ਸੁਣਿਆ ਸੀ ਮੁਸਲਮਾਤ ਹੁੰਦੇ ਕੀ ਨੇ। ਉਹ ਤੇ ਅੱਜ ਮੈਂ ਇਹਨੂੰ ਸਮਝਾਇਆ ਜੇ, ਪਹਿਲੇ ਮੈਂ ਸਲੀਮ ਮਾਈਂਡ ਰੋਸਟਰ ਨੂੰ ਸਮਝਾਇਆ ਸੀ, ਅੱਜ 4-5 ਸਾਲ ਬਾਅਦ ਇਹਨੂੰ ਮੈਂ ਅੱਜ ਦੀ ਤਾਰੀਖ ਦੇ ਵਿੱਚ ਸਮਝਾਇਆ ਤੇ ਸਮਝ ਉਹਨੂੰ ਫੇਰ ਵੀ ਨਹੀਂ ਆਈ। ਅੱਛਾ, ਤੇ ਮੁਸਲਮਾਤ ਦਾ ਉਹ ਲਫ਼ਜ਼ ਤੇ ਵਿਚਾਰਾ ਬੋਲ ਚੁੱਕਿਆ ਵੇ, ਲੇਕਿਨ ਉਹ ਮੁਸਲਮਾਤ ਬੋਲ ਕੇ ਨਾ ਫਸ ਗਿਆ, ਰੋਲਾ ਵਿੱਚ ਆਇਆ ਹੋਇਆ। ਚਲੋ मुफ्ती साहब गल है कालू साहब मैं आपको इसका बेहतरीन हल देता हूं। साहल भाई एक कालू साहब मैं बेहतरीन हल वल्लाह मुफ्ती साहब मेरी गल सुन लो ना साहल भाई, हाल तुही बादू दियो गल है वल्लाह कसम बिल्ला मेरे दिल दे विच चोर नहीं है, मैं झूठ नहीं बोल सकदा दीन दे मामले च, ना मैं हुशियारी कर सकना दीन दे मामले च हुशियार हो के नहीं तुही काम कर सकदे। जो सच है वो सच है, अगर तो तुसी सच नूं छुपा के कामयाब हो सकदे हो, दीन दे मामले च भी असीं इहो जिहियां हुशियारियां लावांगे। मैनूं नहीं पता कि मुसलमात दा की मतलब है, ਮੈਨੂੰ ਵੀ ਪਤਾ ਔਰ ਮੈਨੂੰ ਇਹ ਵੀ ਪਤਾ ਕਿ ਜਦੋਂ ਮੈਂ ਇਹਨਾਂ ਨੂੰ ਇਹ ਮੁਸਲਮਾਤ ਲਿਖਾਵਾਂਗਾ ਤੇ ਇਹ ਮੈਨੂੰ ਉਹਦਾ ਹਵਾਲਾ ਦੇ ਸਕਦੇ ਨੇ, ਲੇਕਿਨ ਮੈਂ ਜਦੋਂ ਇੱਕ ਚੀਜ਼ ਕਲੀਅਰ ਕਰਨ ਆ ਕਿ ਮੁਫਤੀ ਸਾਹਿਬ ਇਸ ਮਾਮਲੇ 'ਚ ਕਿਉਂਕਿ ਮਿਰਜ਼ਾ ਸਾਹਿਬ ਕੋਲੋਂ ਇਜਤਿਹਾਦੀ ਗਲਤੀ ਹੋਈ ਹੈ ਔਰ ਇਹ ਇਜਤਿਹਾਦੀ ਗਲਤੀ ਦੀ ਵਜ੍ਹਾ ਤੋਂ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉਸ ਇਜਤਿਹਾਦੀ ਗਲਤੀ ਦਾ ਸਹਾਰਾ। ਮੈਂ ਕਿੰਨਾ ਦੇ ਪਿਆ ਮੈਂ ਇਜਤਿਹਾਦੀ ਗਲਤੀ ਤੋਂ ਬਾਅਦ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਦੇ ਤੋਂ ਗੱਲ ਕਰਾਂਗਾ। ਮੁਫਤੀ ਸਾਹਿਬ ਉਹ ਗੱਲ ਹੀ ਨਹੀਂ ਨਾ, ਤੁਸੀਂ ਤੇ ਉਹਨਾਂ ਨੂੰ ਵੀ ਨਹੀਂ ਨਾ ਮੰਨਦੇ ਪਏ, ਰੋਲਾ ਦੇ ਵਿੱਚ ਹੈ। ਸਾਹਿਬ ਦੀਆਂ ਅਗਰ ਬਾਅਦ ਵਾਲੀਆਂ शाह जी कालो मेरी बात सुन, कालो मेरी बात सुन, चूंकि तुम जो है ना वो अपनी जमात की तरफ से सबसे बड़े नहीं हो, तो मैं तुम्हें एक गुजारिश करता हूँ, एक रिक्वेस्ट है कि अगर आपके पास अभी कोई आपका बड़ा मौजूद है तो उससे ये बात मैंने जो है वो मिर्जा किसी मौलवी से या मुफ्ती से अपनी मुसलमात के अंदर मिर्जा साहब की कुतुब को दाखिल कर लिया, तो क्या वो अगला बंदा मेरी सुन लो ना अभी मेरी, क्या वो बंदा मुझे जो है वो मिर्जा साहब की कुतुब के हवाले दे सकता है या नहीं दे सकता? इतना सिर्फ किसी से पूछ लो अपने बड़े से, अगर वो कहेगा ना नहीं दे सकता तो फिर आप जो है ना वो यहाँ पे आके कह दीजिए। बड़ा 100% ना साहिल ने जबरदस्त मशवरा देता है। कालू जरा फोन लगा यार। फोन ला लांगा मैं। साहिल साहब बात ये है कि जब मुफ्ती साहब से मेरी बात हुई तो मैंने ये जो शर्त थी ये बार बार मुफ्ती साहब से बताई, मुफ्ती साहब के सामने बयान की कि मुफ्ती साहब आप मिर्ज़ा साहब की कुतब से कोई हवाला इस हवाले से मैं नहीं मांगता और ना मैं कबूल करूँगा। उसकी वजह भी मैंने बताई, ये 56 साल और 52 साल जो पकड़ रहे थे मैंने इनको बार बार ये बताया। कालो साहब इसी तरह की बात अगर मुफ्ती साहब साहिल साहब एक सेकंड की बात अगर मुफ्ती साहब मेरे पास एक और आइडिया है, मेरे पास एक और भाई शाह साहब इस चीज के गवाह हैं, उनसे गवाही। अच्छा इमरान मेरी एक और गल सुन ले, मेरे को एक नेक्स्ट आइडिया भी है जी, वो लेना चाहे फिर दोनों पार्ट। शाह साहब आज करना सुनते लेना इमरान जी, तेरे दिल में मनी शुरू तो नहीं क्लियर की। मेरा एक क्रिश्चियन दोस्त है मैं ਉਹਨੂੰ ਲੈਣਾ ਕਿਸੇ ਨੂੰ ਨਾ ਲਿਆਓ, ਬਾਈਬਲ ਨੂੰ ਵੀ ਤੇ ਅਸੀਂ ਮੰਨਦੇ ਹਾਂ ਕਲੀਅਰ ਕੀਤੀ ਹੈ ਜਾਂ ਨਹੀਂ, ਸ਼ੁਰੂ ਤੋਂ ਇਹ ਕਲੀਅਰ ਕੀਤੀ ਹੈ ਜਾਂ ਨਹੀਂ, ਤੁਸੀਂ ਵੀ ਕਹਿ ਦਿਓ ਕਿ ਨਹੀਂ ਕੀਤੀ। ਮੈਂ ਸ਼ੁਰੂ ਤੋਂ ਉਹਦੇ ਤੋਂ ਤੇ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਸਾਈਡੇ ਰੱਖਨੇ ਆ, ਉਹਦੀ ਜਗ੍ਹਾ ਇੱਕ ਕ੍ਰਿਸਚੀਅਨ ਨੂੰ ਲੈਣੇ ਆ, ਠੀਕ ਹੈ? ਤੇ ਬਾਈਬਲ ਯਾਰ ਕਾਲੂ ਓਏ ਇਮਰਾਨ ਕਾਲੂ ਥੱਲੇ ਨਾ ਬੰਦਾ ਲਿਖਦਾ ਹੀ ਪਿਆ ਆਂਦਾ, ਕੱਲ ਨੂੰ ਭੱਜਣ ਲੱਗਾ ਜੇ।
ਭੱਜੇ ਤੁਸੀਂ ਨਹੀਂ मुनाजरा करना। शाद भाई एक मैं बड़ी बात इधर करने लगा हूँ। अगर तो कालो साहब इस वजह से इस बात के ऊपर कर रहे हैं कि मुफ्ती साहब इस मिर्जा साहब के अकायद को गलत रंग दे के पेश करते हैं, इस वजह से मैं इनकी कुतब को नहीं सामने लेने दूंगा बतौर हवाला। तो अगर यही बात मुफ्ती साहब करें कि कालो साहब आप कुरान और हदीस का गलत मतलब देते हैं, इसलिए आप मिर्जा साहब कुरान और हदीस की किसी बात को दलील के तौर पर नहीं दे सकते, तो आप क्या जवाब देंगे? मेरे लिए कुरान करीम मुसल्लम है। तो भाई मुसल्लम तो आपने मिर्जा साहब की कुतब भी माना है, फिर वो क्यों नहीं इनकार कर रहे हैं? क्या कर रहे हैं कालो साहब? आप खुद मैं नहीं इनकार कर रहा, मैं तो नहीं इनकार कर रहा, मैं इनको कह रहा हूँ, इनके लिए हदबंदी कर रहा हूँ कि अगर आपका अकीदा कुरान और हदीस से है और आपका ये दावा है कि कुरान और हदीस से है, फिर आप वही वो अपने मुसलमात के ऊपर कह रहे हैं कि आप उनका गलत मतलब देंगे। मैं इसलिए आपके उन मुसलमात जो मेरे हैं कालू गल सुन, कालू गल सुन, कालो तेरा कालू जे मैं 2 ਤੋਂ 3 शेर वजन ते मेरा 1000 पाउंड पूरा हो जाती। जी साहब यार शाहिद एक तो तुझे पता नहीं 1000 पाउंड केड़ी जगह ते फसाए ने। एक और हल निकला है मैं जिन्ने थले बैठे मैं सारा 1000 पाउंड ਤੁਹਾਡੀ ਹੱਡੀਆਂ ਚੋਂ ਕੱਢਣਾ है। मिर्जा साहब को मुफ्ती साहब जो है ना बतौर हवाला नहीं देंगे। अब फिर कालो साहब जो है ना वो भी इस चीज के बंद होंगे कि कुरान हदीस की कालू साहब को लोन लवो, फैसला लवो, इमरान कालू को लवो। जी मैं तो वस्तफार मैंने एक हल निकाला शाह जी, बड़ा जबरदस्त हल, अगर वो कालो साहब मान ले तो। जनाब हल ना कड्डो, मेरी जड़ी शर्त है मुफ्ती साहब नु कुरान और मैं मान गया आपकी उसी शर्त के ऊपर। मुफ्ती साहब नु कहो ना, मुफ्ती साहब अगे कोई हल नहीं रखंदे कि मुफ्ती साहब कुरान और हदीस तो केड़े साडे कोल हवाले घट ने। कालो मैं तेरे हक च गल मुफ्ती साहब हल नहीं जानदे कह ना साहल भाई कि मुफ्ती साहब कुरान और हदीस साडे कोल ਅਸੀਂ ਤੇ ਅੰਬਾਰ ਲਾ ਦੇਾਂਗੇ, ਕਾਦੀਆਨੀਆਂ ਨੂੰ ਅਸੀਂ ਕੁਝ ਕਹਿ ਨਹੀਂ ਦੇਣਾ। ਇਹ इमरान एक मिनट इमरान, अच्छा ਮੈਨੂੰ ਦੱਸ ਇੱਕ ਗੱਲ ਕਿ ਜੇ ਅਗਰ ਦੱਸੋ ਕਿ ਕੁਰਾਨ और हदीस ਚ ਸਾਬਤ ਨਹੀਂ ਕਰ ਸਕਦੇ ਤੁਸੀਂ। अच्छा गल तो सुनो ना, मेरी तो सुनो, मुफ्ती साहब कुरान और हदीस ਚ ਨਹੀਂ ਤੁਸੀਂ ਸਾਬਤ ਕਰ ਸਕਦੇ ਆਪਣਾ। गल तो सुनो ना, अगर मिर्जा साहब ਦੀਆਂ ਕਿਤਾਬਾਂ ਨੂੰ ਵਿੱਚੋਂ ਕੱਢ ਦੇਈਏ ਤੇ ਫਿਰ ਤੁਸੀਂ ਮੁਨਾਜ਼ਰਾ ਨਹੀਂ ਕਰੋਗੇ? ਹਾਂਜੀ मिर्जा साहब ਦੀਆਂ ਕਿਤਾਬਾਂ ਵਿੱਚ ਰੱਖੀਏ ਅਗਰ ਤੇ ਫਿਰ ਤੁਸੀਂ ਮੁਨਾਜ਼ਰਾ ਨਹੀਂ ਕਰੋਗੇ? ਕਿਉਂਕਿ ਤੁਸੀਂ ਮੌਜੂ ਨੂੰ ਬਦਲੋਗੇ ਨਾ ਇਸ ਵਜ੍ਹਾ ਤੋਂ ਨਹੀਂ ਰੱਖ ਨਹੀਂ ਨਾ ਕਰੋਗੇ ਇੰਜ ਹੀ ਹੈ ਜੀ। ਤੇ ਫਿਰ ਤੇ ਤੁਹਾਨੂੰ ਸੋਸ਼ਲ ਮੀਡੀਆ ਛੱਡ ਜਾਣਾ ਹੀ ਚਾਹੀਦਾ ਹੈ। ਤੇ ਅਸੀਂ ਤੇ ਕਰਦੇ ਮਿਰਜ਼ੇ ਦੀਆਂ ਕਿਤਾਬਾਂ ਤੋਂ ਗੱਲ ਨਾ, ਤੇ ਫਿਰ ਤੁਹਾਨੂੰ ਸਾਡੇ ਨਾਲ ਕੋਈ ਮੁਨਾਜ਼ਰਾ ਵੀ ਕਿਸੇ ਮੌਜੂ ਤੇ ਵੀ ਨਹੀਂ ਕਰਨਾ ਚਾਹੀਦਾ। ਦੱਸੋ ਨਾ, ਜੇ ਤੁਹਾਡੇ ਕੋਲ ਕੁਰਾਨ ਔਰ ਹਦੀਸ ਤੋਂ ਗੱਲ ਕਰੀਏ ਤਾਂ ਤੁਸੀਂ ਫਿਰ ਮੁਨਾਜ਼ਰਾ ਨਹੀਂ ਕਰੋਗੇ? ਅਸੀਂ ਕਿਦੋਂ ਕਰਨੇ ਆ? ਇਹਦੇ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਤੋਂ ਕਰਨੇ ਆ। ਛੱਡ ਜੋ ਅਸੀਂ ਤੇ ਕਰਦੇ ਕੁਰਾਨ ਔਰ ਹਦੀਸ ਭਾਈ, ਅਸੀਂ ਤੇ ਕਰਦੇ ਹੀ ਮਿਰਜ਼ਾ ਜੀ ਦੀਆਂ ਕਿਤਾਬਾਂ ਤੋਂ ਆ, ਕਿਉਂਕਿ ਮਿਰਜ਼ਾ ਜੀ ਦੀਆਂ ਕਿਤਾਬਾਂ ਕੁਰਾਨ ਦੀਆਂ ਤਫਸੀਰਾਂ ਨੇ ਤੇ ਇਹਦੇ ਜਦੋਂ ਪੜ੍ਹੀਆਂ ਜਾਣ ਤੇ ਫਰਿਸ਼ਤੇ ਨਾਜ਼ਲ ਹੁੰਦੇ ਨੇ, ਫਰਿਸ਼ਤੇ ਨਾਜ਼ਲ ਹੁੰਦੇ ਨੇ, ਮੁਆਰਫ ਪੜ੍ਹ ਕੇ ਸੁਣਾਉਂਦੇ, कुरान करीम ਦੀਆਂ ਤਫਸੀਰਾਂ ਪੜ੍ਹ ਕੇ ਅਨਵਾਰੋ ਤਜਲੀਆਤ ਨਾਜ਼ਲ ਹੁੰਦੇ ਨੇ। शाह जी बड़ा मनाजरे का है कि मैं कहता हूँ मुनाजरा चल पड़ना। अगर ये बात तस्लीम हो गई कि कालो साहब कह रहे हैं कि मिर्जा साहब की कुतब शाह जी नहीं पेश करेंगे, तो कालो साहब के ऊपर भी ये पाबंदी होनी चाहिए कि जब वो कुरान और हदीस से कोई दलील पेश करेंगे तो उसकी जो है तफसीर और तशरीह उन लोगों से पेश करेंगे जो मिर्जा साहब से पहले हैं, जो मिर्जा साहब के बाद आए, या मिर्जा साहब की जो तहरीरात होंगी वो नहीं पेश कर सकेंगे। मिर्जा साहब ने अगर कह दिया या तो इस मिर्जा साहब की दलील नहीं पेश करेंगे, ये उनकी चलो गल सुनो साहिल ਇਹਨਾਂ ਨੂੰ ਮੈਂ ਚੈਲੰਜ ਕਰਨਾ ਵਾ। ਇਹਨਾਂ ਨੇ ਅਸਲੇ ਮੁਸੱਫਾ ਦੇ ਵਿੱਚ ਜਿਹੜੇ 12 ਸਦੀਆਂ ਦੇ ਮੁਜੱਦਦੀਨ ਦੀ ਲਿਸਟ ਦਿੱਤੀ ਏ, ਕਿਸੇ ਇੱਕ ਮੁਜੱਦਿਦ ਤੋਂ ਵਫਾਤ ਮਸੀਹ ਸਾਬਤ ਕਰ ਦੇਣ। ਜਾਓ ਫਿਰ ਚੈਲੰਜ ਕਬੂਲ ਕਰੋ। ਤੇ ਈਸਾ ਸਾਬਤ ਕਰੋ ਨਾ। ਹਾਂਜੀ ਅਸੀਂ ਤੁਹਾਨੂੰ ਕਰ ਦਿਆਂਗੇ, 12 ਮੁਜੱਦਿਦ, ਇਹ 12 ਸਦੀਆਂ ਦੇ ਜਿਹੜੇ ਮੁਜੱਦਦੀਨ ਅਸੀਂ ਸਾਬਤ ਕਰ ਦੇਣੇ। ਆ ਜਾਓ ਕਰੋ। ਹਾਂ ਕਰੋ। ਹਾਂਜੀ ਤੇ ਭਾਈ ਅਸੀਂ ਤੇ ਕਰਨੇ ਆ ਨਾ, ਫੇ ਤੁਸੀਂ ਕਬੂਲ ਹੀ ਨਹੀਂ ਕਰਦੇ। ਆਓ ਕਬੂਲ ਕਰਨੇ 2 ਵਜੇ ਆ ਜਾਓ ਨਾ, ਮੁਨਾਜ਼ਰਾ ਕਰੋ। ਫਿਰ ਆਓ। ਮਿਰਜ਼ਾ ਸਾਹਿਬ ਦੀ ਕੁਤਬ ਹਾਲ ਨਹੀਂ ਜਾਣਾ। ਕੋਈ ਵਜ੍ਹਾ ਵੀ ਤਾਂ ਦੱਸੋ ਨਾ। ਜੇ ਹੁਣ ਤੁਸੀਂ ਕਿਹਾ ਜੀ ਮੇਰੇ ਮੁਸਲਮਾਤ ਨੇ, ਤੁਸੀਂ ਕਿਉਂ ਕਲਟੀ ਮਾਰੀ ਹੈ? ਤੁਹਾਨੂੰ ਫੋਨ ਆਇਆ ਅਸਲ 'ਚ ਪਿੱਛੋਂ ਫੋਨ, ਜਿਹੜਾ ਇਹ ਥੋੜੀ ਦੇਰ ਤੁਸੀਂ ਜਿਹੜੇ ਗਾਇਬ ਹੋਏ ਹੋ ਨਾ ਰੋਲਾ ਵਿੱਚ, ਉਹ ਪੈ ਗਿਆ ਇਹ ਜ਼ਕਰੀਆ ਮੁਰੱਬੀ ਦਾ ਬੇੜਾ ਗਰਕ। किसी बंदे का फोन नहीं आया। कसम खा के कहो कि मुफ्ती साहब इनको कॉल करने की इजाजत देंगे। मुनाजरे दी होते दा पिया ਜ਼ਕਰੀਆ ਮੁਰੱਬੀ ਹਰ ਜਗ੍ਹਾ ਆ ਕੇ ਲੱਤ ਢਾ ਦਿੰਦਾ।
ਚੰਗਾ ਭਲਾ ਨਹੀਂ ਆਈ ਮੈਂ ਚੰਗਾ ਭਲਾ ਮੁਰੱਬੀ ਕੋਈ ਫਸਦਾ ਹੈ ਜ਼ਕਰੀਆ ਸਾਹਿਬ ਦੀ ਤੇ ਉਹਦਾ ਜ਼ਕਰੀਆ ਕੱਢ ਕੇ ਲੈ ਜਾਂਦਾ ਮੁਰੱਬੀ ਨੂੰ। ਮੈਂ ਕਹਿੰਦਾ शाह जी ਜ਼ਕਰੀਆ इनको कॉल ਕਸਮ करने की ਖਾ ਕੇ जरूरत है ਕਹਿਣਾ कि ਕਿ ये कॉल ਜ਼ਕਰੀਆ करके ਸਾਹਿਬ पूछ ਦੀ ले कि ਮੈਨੂੰ ਕਾਲ मुसलमान मान ली अपना ਜਿਹੜਾ क्या करूं, ਝੂਠ इनको कॉल ਮਾਰੇ करने ਉਹਦੇ की ਤੇ जरूरत ਲਾਨਤ नहीं है। ਫਿਰ नहीं इंज नहीं गल करनी। चलो साहिल की क्या है? फिर साहिल की क्या है? कह रहा हूं इनको कॉल करने की इजाजत दी जाए कि ये कॉल करके पूछ ले कि मैंने हाँ मुसलमान मैं तो क्या है पूछ लो यार। कॉल कर ले शाह जी, कॉल करने की इजाजत ਮੇਰੀ दी जाए। ਐਸ चलो इजाजत है भाई ਮੁਫਤੀ इजाजत। ਸਾਹਿਬ ਕੁਰਾਨੋ ਹਦੀਸ ਤੋਂ ਆ ਕੇ ਗੱਲ ਕਰਨੀ ਜੇ ਤੇ ਠੀਕ ਹੈ 2 ਵਜੇ ਕਰ ਲਾਂਗੇ ਨਹੀਂ ਮੈਂ ਤਾਂ ਇਨਕਾਰ ਕਰ ਛੜਿਆ ਭਾਜੀ ਕਿ ਭਾਈ ਜੇ ਮਿਰਜ਼ਾ ਜੀ ਦੀਆਂ ਕਿਤਾਬਾਂ ਵਿੱਚ ਨਹੀਂ ਹੋਣੀਆਂ ਤੇ ਮੈਂ ਗੱਲ ਕੋਈ ਨਹੀਂ ਕਰਨੀ ਭਾਈ। ਸਾਬਤ ਹੋ ਜਾਂਦੀ ਹੈ ਨਾ ਕਿ ਤੁਸੀਂ ਕੁਰਾਨੋ ਹਦੀਸ ਤੋਂ ਬਸ ਠੀਕ ਹੈ ਔਰ ਰਿਕਾਰਡਿੰਗ ਹੋ ਗਈ ਹੈ, ਅਸੀਂ ਰਿਕਾਰਡਿੰਗ ਲਾ ਦਿੰਨੇ ਹਾਂ ਆਪਣੇ YouTube ਦੇ ਚੈਨਲ ਤੇ, ਸਾਰੀ ਦੁਨੀਆ ਨੂੰ ਪਤਾ ਚੱਲ ਜਾਏਗਾ। ਤਸਵੀਰ ਦੇ ਦੋਨੋਂ ਜਿਹੜੇ ਰੁੱਖ ਨੇ ਉਹ ਪਤਾ ਚੱਲ ਜਾਣਗੇ ਕੌਮ ਨੂੰ, ਕੋਈ ਗੱਲ ਨਹੀਂ। ਕੌਮ ਨੂੰ ਚੱਲਣ ਤੋਂ ਪਤਾ ਉਹ ਵੇਖ ਲੋ ਫੁੱਲ ਸੁੱਟਨੇ ਹੁਣੇ ਹੀ ਲੋਕੀ ਸ਼ੁਰੂ ਹੋ ਗਏ ਜੇ, ਅੱਗੇ ਕੀ ਬਣੇਗਾ? ਠੀਕ ਹੈ ਲੋਕਾਂ ਨੂੰ ਸੁੱਟਣ ਤੋਂ मुफ्ती साहब को नहीं मारने, मेरा तो हाथ डुब्बा, मनु मार दे। फैसले तो हुरे सब निहारे शुरू हो गए जे। अच्छा मैं मजाक करना फिर। हाँ, इमरान करो यार कुछ फिर ਤੇ ਕਰੋ ਤੁਸੀਂ ਕੁਝ ਕਰੋ, ਤੁਸੀਂ ਨਾ ਸਜਾਣ यार गल सुन इधर मर जाए आ जा 2 बजे 2 बजे आ जा, चलो उंज हंसा खेडा कर लेंगे, कोई मुनाजरा नहीं करते, कोई गल नहीं। जज़ाक अल्लाह। ओके 2 बजे 2 बजे चलो जी, ये उंज ही गपशप होएगी 2 बजे ना जी। नहीं शायद भाई अब दा टाइम नहीं आया और शाह जी आपके मुनाजरे में एक कालू चीज जो पता है क्या ना वो करते रहती हैं? है क्लियर होनी, एक चीज क्लियर होनी रहती है। इमरान पता क्या करते हैं, थोड़ा सा गौर फिक्र कर, ठीक है। और कल 2 बजे शायद भाई कल 2 बजे तो मुनसफ वाली गल करो ना कि सब तू पहलू मैं चीज क्लियर नहीं की है मुफ्ती साहब ਨੂੰ ਉਹ ਤੇ ਤੂੰ ਕਲੀਅਰ ਕੀਤੀ ਹੈ ਤੇ ਹੁਣ ਫਿਰ ਤੁਸੀਂ ਦੋਵੇਂ ਉਹ ਅਗਲਾ ਬੰਦਾ ਜਿਹੜੀ ਤੂੰ ਗੱਲ ਪੇ ਕਰਨਾ ਅਗਲਾ ਬੰਦਾ ਨਹੀਂ ਪੇ ठीक है ਮੰਨਦਾ अगर नहीं कबूल तो ठीक कोई है। मसला नहीं। ਤੇ ਫਿਰ ਉਹਦੇ यहाँ ਵਿੱਚ पे एक चीज मुनाजरे की और क्लियर होना बाकी है, वो ये है कि जब शाह जी एक अपने दावे की दलील देंगे तो कालो साहब जो है ना अपनी दलील, अपने दावे की दलील देकर फिर शाह साहब की दलील का रद्द करेंगे। इसी तरह शाह साहब जो है रसूल अपने को मुनाजरे दे कड्डी जान डे हो। अच्छा मतलब और शाह जी दलील शाह जी दावा करें और आप अपना दावा ही ना पेश करें और उनकी दलील का रद्द करता जाए। आप नहीं दावा ਉਹਨੇ ਕਰ ਛੜਿਆ ਨਾ, ਦਾਵਾ ਕਰ ਛੜਿਆ ਉਹ ਤੇ 2 ਵਜੇ ਇਹਨੇ ਆਣਾ ਸੀ ਤੇ ਲੱਗ ਪਤਾ ਜਾਣਾ ਸੀ। ਲੋਰ ਕਿੰਨੇ ਸੈਂਟੀਮੀਟਰ ਦੇ ਵੇ ਉਹ ਤੇ 2 ਵਜੇ ਆਂਦਾ ਤੇ ਫੇਰ ਸੀ ਨਾ ਉਹਨਾਂ ਸੀ ਇਹ ਵਿਚਾਰਾ ਨਸ ਗਿਆ। ਤੁਸੀਂ ਡੇ ਤੁਹਾਨੂੰ ਪਤਾ ਹੈ ਕਿ ਤੁਸੀਂ ਅਹਿਮਦੀ ਦੇ ਛੋਟੇ ਜਿਹੇ ਬਾਲ ਕੋਲੋਂ ਤੁਹਾਂ ਤੁਹਾਡਾ ਮਤਲਬ ਕੰਮ ਜਿਹੜਾ ਤੀਆ ਪਾਚਾ ਹੋਇਆ ਨਾ, ਗੱਲ ਤੁਸੀਂ ਬੜੀ ਵੱਡੀ ਘਰ ਬੈਠੇ ਹੋ ਕਿ ਈਸਾ ਅਲੈਹਿਸਸਲਾਤੁ ਵਸਲਾਮ ਜ਼ਿੰਦਾ ਹੀ ਅਸਮਾਨਾਂ ਤੇ ਤੁਰ ਗਏ ਨੇ, ਤੇ ਹੁਣ ਲਿਆਉਣਾ ਕਿੰਜ, ਉਹਨਾਂ ਨੂੰ ਜ਼ਿੰਦਾ ਖੜਨਾ ਕਿੰਜ? ਤੇ ਉਹ ਹੁਣ ਤੁਹਾਡੇ ਆਸਤੇ ਤੇ ਮੁਫਤੀ ਸਾਹਿਬ ਯਾਰ ਇੱਕ ਮਿੰਟ ਸ਼ਾਹਿਦ ਭਾਈ ਸੁਣੋ ਜੀ, ਅਸੀਂ ਆਪਣੇ ਟਾਈਮ ਦੇ ਮੁਤਾਬਕ ਇਨਸ਼ਾਅੱਲਾ 2 ਵਜੇ ਅੱਜ ਜਨਾਬ ਸ਼ਾਹਿਦ ਦੀ ਹੀ ਬਰਾੜ ਦੇ ਉੱਤੇ ਅਸੀਂ ਆਵਾਂਗੇ। ਆਪਣਾ ਅਸੀਂ ਮੁਕੰਮਲ ਮਤਲਬ ਆਪਣਾ ਜਿਹੜਾ ਹੁਜਤ ਵੇ ਕਾਇਮ ਕਰਾਂਗੇ, ਠੀਕ ਹੈ ਜੀ। ਆ ਕੇ ਅਸੀਂ ਬਰਾੜ ਵੀ ਕਿ ਸ਼ਰਤ ਪੂਰੀ ਕਰੋਗੇ, ਕੋਈ ਗੱਲ ਨਹੀਂ। ਤੁਸੀਂ ਨਾ ਵੀ ਆਓਗੇ ਤੇ ਅਸੀਂ ਉਂਝ ਵੀ ਮਿਰਜ਼ਾ ਜੀ ਉਂਝ ਵੀ ਅਸੀਂ ਮਿਰਜ਼ਾ ਜੀ ਦੀਆਂ ਆ ਕੇ ਕਿਤਾਬਾਂ ਖੋਲ ਲੈਣੀਆਂ ਨੇ, ਕੋਈ ਟੈਨਸ਼ਨ ਨਹੀਂ, ਟੈਨਸ਼ਨ ਕੋਈ ਨਹੀਂ ਸਾਨੂੰ ਤੇ ਕੋਈ ਅੱਛਾ ਕਾਲੂ, ਵੈਸੇ ਮੈਂ ਤੈਨੂੰ ਇੱਕ ਗੱਲ ਦੱਸਾਂ, ਬੈਠੇ ਆ ਕਾਲੂ ਮੈਂ ਤੈਨੂੰ ਇੱਕ ਗੱਲ ਦੱਸਾਂ, ਜਿਹੜੀ ਸ਼ੈ ਹੁੰਦੀ ਉਹਨੇ ਉਹੀ ਖੋਲਣੀ ਹੈ। ਨਹੀਂ ਮੈਂ ਤੈਨੂੰ ਇੱਕ ਗੱਲ ਦੱਸਾਂ ਕਾਲੂ, ਹੁਣ ਮੈਂ ਸੀਰੀਅਸਲੀ ਗੱਲ ਕਰਨਾ ਪਿਆ। ਫਿਰ ਤੁਸੀਂ ਮਿਰਜ਼ਾ ਸਾਹਿਬ ਦੀਆਂ ਕੁਤਬ ਦਾ ਅੱਗੇ ਜਿਹੜਾ ਤੁਸੀਂ ਹਵਾਲਾ ਪੜਿਆ ਸੀ ਉਹਦੇ ਵਿੱਚ ਤੁਹਾਂ ਕਿੰਨੀ ਬਦਦਿਆਨਤੀ ਕੀਤੀ ਹੈ ਮੁਫਤੀ ਸਾਹਿਬ, ਉਹ ਜਿਹੜਾ ਲਾਂਤਾਂ ਵਾਲਾ ਪੜਿਆ ਹਜੇ ਕਿੰਨੀ ਬਦਦਿਆਨਤੀ ਕੀਤੀ ਹੈ। ਉਹ ਉੱਥੇ ਨਾ ਹੁਣ ਟੁਰ ਪਈ, ਉੱਥੇ ਘੰਟਾ ਭੱਜ ਜਾਣਾ ਜੇ। ਉਸ ਚੀਜ਼ ਦਾ ਮੈਂ ਤੈਨੂੰ ਵਜ਼ਾਹਤ ਦੇ ਨਾਲ ਐਂਡ ਦੱਸਿਆ ਸੀ ਕਿ ਇੱਕ ਬੰਦਾ ਹੁਣ ਜਿਹੜੀ ਤੂੰ ਇਹ ਗੱਲ ਕੀਤੀ ਹੈ ਨਾ ਕਿੰਨਾ ਦਜਲ ਕੀਤੀ ਮਾਦੁਦੀਨ ਪਾਦਰੀ ਦਾ ਨਾਮ ਨਾ नीचे मोहम्मद जिया भाई बेटे इनको ले लें। भाई एक सेकंड रुकिएगा, ये अगर मेरे फैसले पे तुझे यकीन नहीं है ना तो आई एम रियली सो सॉरी इमरान। देखो अगर एक बंदा 5 से 6 सफ़े लानत 1 लानत 2 लानत 3 पादरी का नाम सुने हैं सुन तो लो ना यार, सुन तो लो ना। अगर वो 5 से 6 सफ़े सिर्फ लानत के लिख सकता है तो उसको चाहिए था ना कि एक सफ़े पर उस मौलवियों का नाम लिख कर हवाले बताते कि इस जगह इन्होंने ये दजल की है, और एक ही सफ़े पर सुने मेरी बात जो समझदार ਭਾਈ ਉੱਤੇ ਗੱਲ ਹੀ ਮਾਦੁਦੀਨ ਪਾਦਰੀ ਦੀ ਸਾਈਆਂ ਦੀ ਹੋਣ ਡਈ ਹੈ। ਤੁਸੀਂ ਮੌਲਵੀਆਂ ਨੂੰ ਫੇਰ ਜਾਣਬੁੱਝ ਕੇ ਲੈ ਆਉਂਦੇ ਹੋ, ਵਿਚਾਰਿਆਂ ਦਾ ਪਤਾ ਨਹੀਂ ਕੀ ਕਸੂਰ ਹੈ, ਉਹਨਾਂ ਨੂੰ ਜਾਣਬੁੱਝ ਕੇ ਲਾਨਤਾਂ ਸ਼ਾਮਲ ਕਰੀ ਜਾਂਦੇ ਹੋ। ਮਿਰਜ਼ਾ ਕਾਦੀਆਨੀ ਤੇ ਕਹਿੰਦਾ ਪਿਆ ਮੋਮਨ ਲਾਨ ਕਰਦਾ ਹੀ ਨਹੀਂ ਹੈ, ਲਾਨਤ ਕਰਨਾ ਸਦੀਕੋं का काम नहीं होता। मतलब ਉਹਨੇ ਇਹ ਨਹੀਂ ਕਿਹਾ ਕਿ ਭਾਈ ਪਾਦਰੀਆਂ ਦੇ ਉੱਤੇ ਲਾਨਤ ਕਰਨੀ ਜਾਇਜ਼ ਹੈ, ਉਹ ਤੇ ਮੁਤਲਕ ਕਹਿੰਦਾ ਪਿਆ ਕਿ ਲਾਨਤ ਕਰਨਾ ਸਦੀਕੋं का काम है।
ਕਿ ਲਾਨਤ ਕਰਨਾ ਕਜ਼ਾਬਾਂ ਦਾ ਕੰਮ ਹੈ, ਉਹ ਮਿਰਜ਼ਾ ਕਹਿੰਦਾ ਹੈ ਪਿਆ। ਕੁਰਾਨ ਕਰੀਮ ਚ ਅੱਲਾ ਨੇ ਲਾਨਤਾਂ ਲਿਖੀਆਂ ਕਿ ਨਹੀਂ? ਭਾਈ ਮਿਰਜ਼ੇ ਨੂੰ ਵੇਖੋ ਨਾ, ਮਿਰਜ਼ੇ ਦੀਆਂ ਤਾਂ ਹੀ ਤੇ ਕਿਤਾਬਾਂ ਤੁਸੀਂ ਖੋਲਦੇ ਨਹੀਂ। ਮਿਰਜ਼ਾ ਕਿ ਮਿਰਜ਼ੇ ਦੀਆਂ ਕਿਤਾਬਾਂ, ਖੁਦ ਮਿਰਜ਼ਾ ਕਾਦੀਆਨੀ ਦੀਆਂ ਕਿਤਾਬਾਂ ਇੱਕ ਦੀ ਇਬਾਰਤ ਦੂਸਰੇ ਨੂੰ ਮੁਕੱਜ਼ਬ ਹੁੰਦੀ ਹੈ, ਉਹਦੀ ਇੱਕ ਇਬਾਰਤ ਦੂਸਰੀ ਦੀ ਮੁਕੱਜ਼ਬ ਹੁੰਦੀ ਹੈ। ਮੰਨੋ ਨਾ, ਫਿਰ ਮੰਨੋ ਅਹਿਮਦ ਰਜ਼ਾ ਬਰੇਲਵੀ ਨੂੰ ਕਾਜ਼ਬ, ਉਹਨੇ ਜਿਹੜੀਆਂ ਲਾਨਤਾਂ ਕੀਤੀਆਂ ਨੇ, ਫਿਰ ਮੰਨੋ ਇਸ ਰਸੂਲ ਨੂੰ। ਭਾਈ ਮਿਰਜ਼ਾ ਅਹਿਮਦ ਰਜ਼ਾ ਨੇ ਤੇ ਅਹਿਮਦ ਰਜ਼ਾ ਬਰੇਲਵੀ ਨੇ ਤੇ ਕਿਧਰੇ ਨਹੀਂ ਲਿਖਿਆ ਕਿ मोमन लान नहीं करता ते सदीकों का काम नहीं है, ਇਹ ਕਿਧਰੇ ਨਹੀਂ ਲਿਖਿਆ। ਹਾਂਜੀ ਅੱਛਾ, ਤੇ ਮਿਰਜ਼ਾ ਕਾਦੀਆਨੀ ਨੇ ਜਦੋਂ ਕਾਇਦਾ ਕੁਲੀਆ ਬਣਾਇਆ ਵੇ, ਕਮ ਅਜ਼ ਕਮ ਉਹਦੇ ਉੱਤੇ ਕਾਇਮ ਤੇ ਰਹਿੰਦਾ ਨਾ, ਜਾਂ ਮੁਰੱਬੀ। ਇੱਕ ਸੈਕਿੰਡ, ਮੈਂ ਕਾਲੂ ਮੈਂ ਜਿਹੜਾ ਨਾ, ਮੈਂ ਤੈਨੂੰ ਇੱਕ ਦਾਵਾ ਕਰਨਾ ਕਿ ਤੂੰ ਕਹਿੰਦਾ ਪਿਆ ਸ਼ਾਦ ਭਾਈ ਇੱਕ ਮਿੰਟ ਜ਼ਰਾ ਮੁਫਤੀ ਸਾਹਿਬ ਦਾ ਸੁਣ ਲੈਂਦੋ। ਯਾਰ ਇੱਕ ਸੈਕਿੰਡ ਹੁਣ ਸੁਣ ਲੈਣਾ ਕਿ ਜਿਹੜੀ ਗੱਲ ਕਹੀ ਹੈ ਨਾ ਉਹ ਸਹੀ ਕਹੀ ਹੈ ਨਾ ਮੁਫਤੀ ਸਾਹਿਬ। ਤਜ਼ਕਰਾ ਦੇ ਵਿੱਚ ਜਿਹੜੀ ਗੱਲ ਕਹੀ ਉਹ ਸਹੀ ਕਹੀ ਹੈ। ਹਜ਼ਰਤ ਈਸਾ ਅਲੈਹਿਸਲਾਮ ਦੇ ਨੀਚੇ ਆਉਣ ਦੀ ਜ਼ਿਕਰ ਪਿਆ ਕਰਦਾ ਨਾ ਕਿ ਤੁਸੀਂ ਸਾਬਤ ਕਰੋ। ਜੇ ਮੈਂ ਤੈਨੂੰ ਤਜ਼ਕਰਾ ਦੇ ਵਿੱਚ ਸਾਬਤ ਕਰਦੇ ਆ ਕਿ 3 ਫਰਿਸ਼ਤਿਆਂ ਦੇ ਸਵੇਤ ਮੌਲਵੀ ਸਾਹਿਬ ਵੀ ਉੱਡਣ ਲੱਗ ਪਏ ਸਨ। ਤੁਸੀਂ ਈਸਾ ਅਲੈਹਿਸਲਾਮ ਦੀ ਹਯਾਤ ਤੇ ਸਾਬਤ ਮੈਂ ਹੁਣ ਗੱਲ ਫਿਰ ਇਨਸਾਫ ਦੀ ਕਰੀ ਰਹੀ ਹੈ ਨਾ, ਕਿ ਇਹ ਤੇ ਨਹੀਂ ਨਾ ਗੱਲ। ਹੁਣ ਮੈਂ ਜੇ ਤਜ਼ਕਰਾ ਖੋਲਾਂ ਉਹਦੇ ਵਿੱਚ ਜਦੋਂ ਕੀ ਕਹਿੰਦੇ ਨੇ, ਪਹਿਲੇ ਤਾਂ ਮੰਜੀ ਤੋਂ ਖਿਸਕਦੇ ਆ, ਉਹ ਕੀ ਮੌਲਵੀ ਸਾਹਿਬ ਨੂੰ ਉਹਨਾਂ ਜ਼ਮੀਨ ਤੇ ਲੰਮੇ ਪਾ ਲਿਆ, ਉੱਥੋਂ ਫਿਰ ਉਹਨਾਂ ਦੇ ਇਹ ਚੀਜ਼ਾਂ ਫਿਰ ਮਾਇਨੇ ਰੱਖਦੀਆਂ ਨਾ। ਫਿਰ ਤਿੰਨ ਫਰਿਸ਼ਤੇ, ਸੌਰੀ 3 ਫਰਿਸ਼ਤੇ ਆ ਗਏ ਪਹਿਲੇ। ਫਿਰ ਮਿਰਜ਼ਾ ਸਾਹਿਬ ਕਹਿੰਦੇ ਨੇ ਆਮੀਨ ਕਹੋ ਜੀ, ਮੈਂ ਦੁਆ ਮੰਗਣਾ, ਆਮੀਨ ਕੀ, ਤੇ ਬਾਅਦ ਚ ਦੇਖਿਆ ਸ਼ਾਹਿਦ ਭਾਈ ਸਾਰਿਆਂ ਨੂੰ ਕਾਲਾਂ ਤੇ ਚੁੱਕ ਲਓ ਭਾਈ, ਸ਼ਾਇਦ ਭਾਈ ਸਾਰਿਆਂ ਨੂੰ ਕਾਲ ਤੇ ਚੁੱਕ ਲਓ। ਕਾਲਾਂ ਤੇ ਚੁੱਕ ਲੈਣ ਮੁਫਤੀ ਸਾਹਿਬ, ਗੱਲ ਖਤਮ ਹੋ ਗਈ। ਤੁਹਾਡੀ ਤੇ ਗੇਮ ਓਵਰ ਹੋ ਗਈ ਹੁਣ, ਸਾਰੀ ਦੁਨੀਆ ਨੇ ਵੇਖ ਲਿਆ। ਠੀਕ ਹੋ ਗਿਆ ਜੀ ਸ਼ਾਦ ਭਾਈ, ਅੱਲਾ ਹਾਫਿਜ਼। ਸਾਰਿਆਂ ਨੂੰ ਕਾਲ ਤੇ ਚੱਕ ਲਓ ਭਾਈ ਸ਼ਾਹਿਦ ਭਾਈ। ਵੈਸੇ ਇਮਰਾਨ, ਇਹ ਗੱਲ ਜਿਹੜੀ ਹੈ ਨਾ ਅੱਜ ਇੱਕ ਓਨੈਸਟਲੀ ਵਾਕਈ ਜਿਹੜਾ ਨਾ ਇਹ ਚੀਜ਼ ਹੈ ਵੇ ਕਿ ਜੇ ਫਿਰ ਤੁਸੀਂ ਮਿਰਜ਼ੇ ਦੀਆਂ ਕਿਤਾਬਾਂ ਨੂੰ ਕੀ ਸਮਝਦੇ ਹੋ। ਲੋ ਜੀ, ਇਹਦੇ ਕੋਲੋਂ ਜਿਹੜਾ ਕਾਲ ਪਾਸੀ ਮੈਂ ਚੁੱਕ ਲੈਸਾਂ। ਸ਼ਾਦ ਭਾਈ, ਇਹ ਉਹ ਕੌਮ ਆ ਕਿ ਜਿਹੜੇ ਅੱਗੇ ਨਾ ਤੁਸੀਂ ਨਾ ਜੋ ਮਰਜ਼ੀ ਕਰ ਲੋ, ਇਹ ਲੋਕ ਨਹੀਂ ਮੰਨਣ ਵਾਲੇ, ਠੀਕ ਹੈ ਨਾ। ਦੂਸਰੀ ਗੱਲ ਹੈ ਕਿ ਇਹ ਲੋਕ ਇੰਨੇ ਕੁ ਗੁਨਾਹਗਾਰ ਔਰ ਇੰਨੇ ਇਹ ਬਦਜ਼ਨ ਲੋਕ ਆ, ਇਹਨਾਂ ਨੂੰ ਜੋ ਮਰਜ਼ੀ ਕਹੀਏ ਨਾ ਆਪਾਂ, ਇਹ ਲੋਕਾਂ ਦੀ ਸੂਈ ਉੱਥੇ ਅੜੀ ਆ। ਉਹ ਕਹਿੰਦੇ ਨਾ ਮੱਝ ਅੱਗੇ ਬੀਨ ਜਿੰਨੀ ਮਰਜ਼ੀ ਵਜਾਈ ਜਾਓ ਉਹਨੂੰ ਕੁਛ ਨਹੀਂ ਹੁੰਦਾ, ਉਹ ਹਿਸਾਬ ਹੈ ਇਹਨਾਂ ਦਾ, ਠੀਕ ਹੈ। ਮੁਫਤੀ ਸਾਹਿਬ ਸਾਡੇ ਵਾਸਤੇ ਬਹੁਤ, ਸਾਡੇ ਦਿਲ 'ਚ ਇਹਨਾਂ ਦਾ ਇਹਤਰਾਮ ਆ। ਸੁਣੋ ਭਾਈ, ਚੁੱਪ ਭਾਈ। ਅੱਛਾ ਜੀ, ਇਹ ਵੇਖੋ ਜੀ, ਅਲ ਫਜ਼ਲ ਅਖਬਾਰ ਹੈ ਔਰ ਮੋਰਖਾ 5 ਜੂਨ 1934 ਦਾ ਸ਼ੁਮਾਰ ਹੈ ਔਰ ਸਫਾ ਨੰਬਰ ਹੈ 6 ਵੇ। ਇਹ ਵੇਖੋ ਜੀ, सुनो जी। हज़रत मसीह मऊद और तफसीरुल कुरान। 8वें सवाल का जवाब यह है कि हज़रत मसीह मऊद ने कुरान करीम का कोई तर्जुमा नहीं लिखा और ना कोई तफसीर बिल-इस्तियाब लिखी है। तर्जुमा एक ऐसी चीज़ है जिसमें ज़ुबान के तगय्युर के साथ तगय्युर की ज़रूरत होती है। बस मामूर की शान के ख़िलाफ़ है कि वो तर्जुमा करके तरक्की को रोक दे। हज़रत मसीह मऊद की किताबें कुरान की तफासीर हैं। हज़रत मसीह मऊद की किताबें कुरान की तफासीर हैं। हज़रत मसीह मऊद की किताबें कुरान की तफासीर हैं। अनवारुल उलूम जिल्द 5 सफ़ा 560 है, 6 तरीक। जो किताबें एक ऐसे शख्स ने लिखी हों जिस पर फरिश्ते नाज़िल होते थे, इनके पढ़ने से भी मलाइका नाज़िल होते हैं। चुनाचे हज़रत साहब की किताबें जो शख्स पढ़ेगा इस पर फरिश्ते नाज़िल होंगे। ये एक ख़ास नुक्ता है कि क्यों हज़रत साहब की किताबें पढ़ते हुए नकात और मुआरफ खुलते हैं और जब पढ़ो जब ही ख़ास नकात और बरक़ात का नज़ूल होता है। बराहीन अहमदिया ख़ास फ़िज़ान इलाही के मातहत लिखी गई है। इसके मतलब मैंने देखा है कि जब कभी मैं इसको लेकर पढ़ने के लिए बैठा हूँ 10 सफ़े भी नहीं पढ़ सका, क्योंकि इस कदर नई नई बातें और मार्फत के नुक्ते खुलने शुरू हो जाते हैं कि दिमाग इन्हीं में मशगूल हो जाता है। और याद रखिएगा, ये अनवारुल उलूम मिर्ज़ा कादियानी के मरने के बाद ये मार्ज़ वजूद में आई है। बशीरुद्दीन महमूद
کے جو خطبات ہیں اور اس کی تحریروں کا مجموعہ جو ہے انوار العلوم ہے. یہ براہین احمدیہ یہ دیکھیں خاص فیضان الہی کے ماتحت لکھی گئی ہے. اس کے متعلق میں نے دیکھا ہے کہ جب کبھی میں اس کو لے کر پڑھنے کے لیے بیٹھا ہوں 10 صفحے بھی نہیں پڑھ سکا، کیونکہ اس قدر نئی نئی باتیں اور معرفت کے نقطے کھلنے شروع ہو جاتے ہیں. اچھا جی، اسی براہین احمدیہ کی ہم تھوڑی سی بات کرتے ہیں اور دیکھتے ہیں کہ براہین احمدیہ کے اندر کیا لکھا ہوا ہے. جناب یہ دیکھیے، یہ دیکھیے براہین احمدیہ کے متعلق روحانی خزائن جلد 5 صفحہ 657 کے اوپر وہ لکھتا ہے کہ کتاب براہین احمدیہ جس کو خدا تعالیٰ کی طرف سے مؤلف نے ملہم و معمور ہو کر بغرض اصلاح و تجدید دین تالیف کیا ہے. یعنی وہ کہتا ہے یہ مجھے الہام ہوئی ہے، خدا نے مجھے یہ کتاب لکھوائی ہے. اچھا اب دیکھتے ہیں مرزا قادیانی اس براہین احمدیہ میں کیا لکھتا ہے. یہ ایک سورہ توبہ کی آیت ہے، یہ دیکھ لیجئے، آیت نمبر 33 ہے. اس آیت کے متعلق وہ کیا لکھتا ہے براہین احمدیہ، یہ دیکھیں اوپر حوالہ نوٹ کریں، صفحہ 593 ہے اور جلد اول ہے. مرزا قادیانی یہی آیت سورہ توبہ کی لکھ کے هو الذی ارسل رسولہ بالہدی ودین الحق لیظہرہ علی الدین کلہ لکھ کے وہ ثابت کرتا ہے کہ حضرت عیسیٰ علیہ السلام زندہ آسمان پر تشریف لے گے اور قرب قیامت میں زندہ آسمان سے نزول کریں گے، اور جب وہ آئیں گے تو اسلام پوری دنیا کے اندر پھیل جائے گا. یہ وہ براہین احمدیہ ہے جس کے بارے میں یہ لکھا تھا کہ براہین احمدیہ خاص فیضان الہی کے ماتحت لکھی گئی. اور یہ وہی براہین احمدیہ ہے جس کے بارے میں وہ یہ اشتہار تھا کہ میں نے یہ خدا سے الہام پا کے یہ لکھی ہے. اسی براہین احمدیہ کے اندر مرزا قادیانی کہتا ہے قرآن کی آیت لکھ کے وہ ثابت کرتا ہے کہ حضرت عیسیٰ علیہ السلام زندہ آسمان پر چلے گئے ہیں، قرب قیامت میں زندہ آسمان سے نزول کریں گے. ایک اور آیت ہے، یہ سورہ بنی اسرائیل کی آیت نمبر 8 ہے. اس کے حوالے سے مرزا قادیانی لکھتا ہے اسی براہین احمدیہ، یہ حصہ چہارم ہے براہین احمدیہ کا، صفحہ 601 ہے اور روحانی خزائن جلد اول. یہ دیکھیں وہ آیت ابھی جو میں نے لکھوائی ہے آپ کو دکھائی ہے، سورہ بنی اسرائیل کی آیت. وہ آیت لکھ کے وہ ثابت کرتا ہے کہ حضرت عیسیٰ علیہ السلام زندہ آسمان پر تشریف لے گئے اور قرب قیامت میں زندہ آسمان سے نزول کریں گے. بھائی یہ قرآن کی آیتیں ہیں، قرآن ہے، قرآن پیش کر رہا ہوں میں یار. شاہ جی یہاں معذرت کے ساتھ ایک چیز یہاں پہ یہ ایک منٹ یار ساحل، یہ قرآن آپ کو نظر آ رہا ہے بھائی؟ یہ قرآن ہے. جی شاہ جی یہاں پہ جو مرزا غلام احمد قادیانی نے جو آیت کا لکھا ہے نا، یہ آیت اس نے غلط لکھی ہے. یہ مرزا صاحب کا الہام تھا، اس سے پہلے اگر عبارتیں پڑھیں تو وہ اپنے الہاموں کا ذکر نہیں الہام نہیں، ہمیں اس طرف نہیں جانا، نہ مقدمہ ڈاؤن ہو جانا ہے، مقدمہ ڈاؤن ہو جانا ہے. یہ قرآن لکھا ہے، اس نے قرآن لکھا ہے بھائی. یا تو کہو کہ یہ قرآن نہیں ہے، یا کہہ دو کہ یہ قرآن نہیں ہے. عسیٰ ربکم یہ والی جو آیت ہے وہ قرآن ہی لکھ کے تو ثابت کر رہا ہے. ساحل ہے یہ جو بات تم کہہ رہے ہو مقدمہ ڈاؤن ہو جانا ہے بہت زیادہ، وہ مجھے بھی پتہ ہے، لیکن اس طرف نہیں ہم نے جانا. یہ قرآن لکھا ہوا ہے بھائی. چلو بس اتنی گفتگو بڑی ہے. جی بات کر سکتے ہیں آپ لوگ. جی اور کسی نے بات کرنی ہے پلیز. السلام علیکم. السلام علیکم شاہ صاحب. وہ اچھا وعلیکم السلام سر. وعلیکم السلام سر. وعلیکم السلام. علی خان میوٹ کر لو، عبداللہ صاحب کو بات کر لو، بعد میں بات کرتے ہیں. آواز آ رہی سر؟ جی آ رہی ہے. السلام علیکم ورحمۃ اللہ. مبشر صاحب کو بھی سلام دیں جی. میں بات یہ ہے کہ میں ایک بات کرنا چاہتا ہوں. یہ لوگ جو کافر تو یہ ہیں ہی ہیں نا،
तो इनको साहब ना कहा करें, इनका नाम वो मिर्जा काफर कह दें तो फिर ये अच्छा रहेगा कि क्योंकि इन्होंने ये तो काफर हैं ही, इनको साहब कहेंगे तो फिर इनकी इज्जत होती है, इनको काफर कहेंगे ना फिर इनको पता चलेगा कि हमें क्यों लोग काफर कह रहे हैं, कि किस वजह से कह रहे हैं, तो फिर जाकर निजाम सिस्टम सीधा होगा। ना रखते हैं कि एक काफर को सर पे चढ़ाएंगे तो वो फिर कभी भी मानेगा नहीं, तो इनको मिर्जा काना काफर कह दिया करें तो ये इनके लिए सबसे अच्छी चीज है। चले, थैंक यू सो मच, आपका पैगाम आ गया। मुफ्ती साहब जरा इनको थोड़ा सा बता दें इनको थोड़ा सा। ये साहब हम कहते हैं रूहानी खुदैन जिल्द 14 है, सफ़ा 80 है। मिर्ज़ा कादियानी कहता है कि मैं गालियाँ लोगों को इस वजह से निकालता हूँ क्योंकि ये मुझे गालियाँ निकालते हैं। तो वो अरबी के अंदर ये लिखता है कि वह इन्नमा नरुद्दु सब्बत साबीन अला वजूहिहिम जज़ाअन लिल मुफ्तारियात। वो कहता है कि मैं सब्बत साबीन हूँ, यानी गालियाँ निकालने वालों का गालियाँ निकालने वाला। तो साब की जमा साबीन होता है, तो मिर्ज़ा कादियानी को हम साब, ये सीन वाला साब कहते हैं। उम्मीद है बात समझ आ गई होगी। थैंक यू मुफ्ती साहब। अच्छा जी, ये और कौन है जी? अली खान साहब, आप कुछ कहना चाहते थे? जी मुफ्ती साहब, ये एक इमरान कालू ने बात कही कि वो इज्तिहादी गलती थी, मतलब ये क्या? ਤੁਹਾਨੂੰ ਕਹਿਣਾ ਮੁਰੱਬੀ ਦੀਆਂ ਮੱਖੀਆਂ ਨਾਲ ਤੇ ਮੱਖੀਆਂ ਮਾਰੀ ਜਾਂਦੇ ਨੇ, ਪਤਾ ਹੁੰਦਾ ਕੱਖ ਨਹੀਂ, ਐਵੇਂ ਮੂੰਹ ਬੜ ਕਰੀ ਜਾਂਦੇ ਨੇ। ਉਹਦਾ ਮੁਨਾਜ਼ਰਾ ਕਰਦਾ ਤੇ ਲੱਗਦਾ ਪਤਾ ਕੀ ਹੁੰਦਾ ਹੈ। ਮੂੰਹ 'ਚ ਕੱਢਣੇ ਲਫ਼ਜ਼ ਆਸਾਨ ਹੁੰਦੇ ਨੇ, ਉਹਨੂੰ ਨਿਭਾਉਣਾ ਤੇ ਉਹਨੂੰ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਜਤਿਹਾਦੀ ਖਤਾ, ਇਹਨਾਂ ਦੀ ਜਾਨਿਬ ਬੁਲਾ ਤੇ ਇਜਤਿਹਾਦੀ ਖਤਾ ਹੁੰਦੀ ਕੀ ਹੈ, ਉਹਦੀਆਂ ਕੀ ਸ਼ਰਾਇਤ ਨੇ, ਕੀ ਜ਼ਵਾਬਤ ਨੇ, ਕੀ ਤਾਰੀਫ ਹੈ, ਇਹਨਾਂ ਦੀ ਕੀ ਜਾਨਿਬ ਬੁਲਾਏ ਭਾਈ। ਸਹੀ। ਅੱਛਾ ਜੀ, ਤੁਸੀਂ ਸੁਣਿਆ ਨਹੀਂ ਕਿ ਜਦੋਂ ਉਹਨੇ ਇਹ ਲਫ਼ਜ਼ ਬੋਲਿਆ ਤੇ ਮੈਂ ਉਹਨੂੰ ਕਿਹਾ ਮੁਨਾਜ਼ਰੇ 'ਚ ਕਰਾਂਗੇ ਗੱਲ। जी सुनिए। अच्छा जी मुफ्ती साहब, अब मैं थोड़ा सा कुछ अर्ज करूँ, कुछ दिखा दूँ आपको। लेकिन ये बात करते हैं कि हज़रत ईसा अलैहिस्सलाम को हम साबित नहीं कर सकते। मैं मिर्ज़े की किताब से जनाब 3 बंदे, 3 फरिश्ते और एक। अच्छा यार शाहिद भाई, मैनू फिर इजाजत है, आप बैठो हैं ते इधर शाहिद असि 2 बजे बवांगे भाई लाजमी। ठीक हो गया। शाह साहब, मैं ना स्टूडेंट बनना चाहता, मेरी प्लीज गल सुनो। मैं शाह साहब का ना स्टूडेंट बनना चाहता और हकीकत दिली तौर तो बनना चाहता। ਤੇ ਮੈਂ ਤੁਹਾਨੂੰ ਨਾ ਤੂੰ ਮੈਨੂੰ 1000 ਪਾਉਂਡ ਇਧਰ ਭੇਜ, ਫਿਰ ਮੈਂ ਤੈਨੂੰ ਮੁਫਤੀ ਸਾਹਿਬ ਤੂੰ ਤੇ ਮੇਰੀ ਜਾਨ, ਤੂੰ 1000 ਪਾਉਂਡ ਕੀ ਤੂੰ 2000 ਪਾਉਂਡ ਦੇ ਲੈ। ਪਹਿਲੇ ਮੁਫਤੀ ਸਾਹਿਬ ਇਹਦਾ ਸੁਣੀਓ, ਠੀਕ ਹੈ? ਤਜ਼ਕਰਾ ਤੁਹਾਨੂੰ ਕਿਤਾਬ ਕਤੂਬ ਦੱਸਣ ਦੀ ਤੇ ਲੋੜ ਨਹੀਂ ਹੈ, ਠੀਕ ਹੈ ਯਾਰ। ਮੈਂ ਨਾ ਤਹੱਜਦ ਦੀ ਨਮਾਜ਼ ਪੜ੍ਹਨੀ ਜੇ ਤਹੱਜਦ। ਚਲੋ ਤੁਸੀਂ ਨਮਾਜ਼ ਪੜ੍ਹੋ ਤੇ ਮੈਂ ਜਨਤਾ ਨੂੰ ਦੱਸਦੇ ਆ ਹਜ਼ਰਤ ਈਸਾ ਅਲੈਹਿਸਸਲਾਮ ਇਧਰ ਸ਼ਾਹ ਸਾਹਿਬ, ਜਿਹੜਾ ਮੇਰਾ ਮੈਸੇਜ ਹੈ ਨਾ, ਕਿਉਂਕਿ ਅਸੀਂ ਅਗਰ ਸਹੀ ਵੈਸੇ ਗੁਲਾਮ। ਚਲੋ ਠੀਕ ਹੈ ਮੁਫਤੀ ਸਾਹਿਬ, ਤੁਸੀਂ ਮੇਲ ਬਾਕਸ ਦੇ ਵਿੱਚ